झल्ला मुड़ के नी आया वे रोना उमरां दा पाया वे गल सुन छलिया छोरा वे कातों लाया ई छोरा। हुण जाके पता लग्या भी अंदर किन्ना दर्द समेटी बैठा सी। आसे पासे मेले ने पर मेरा जी नहीं लगता। मैं भी कहनी है भी मेरे आसे पासे मेले है पर मेरा जी नहीं लगता। दिल पहला जानी गया हुण होर हो गया देखे दुनिया दे रंग एक कठोर हो गया। इन्नी गल भी कह सकती हूँ भी जे रब मैनू आके आई कह देना भी मैनू तेरी जान चाहिए तो मैं शुभ निक्के पैरी मोड़ देना मैं दे दूँ सच्ची दे दूँ आपकी स्टेज की सुन लगी। ਤੁਸੀਂ ਦੁੱਖ ਤਾਂ ਬਹੁਤ ਸਹਿ ਲਏ ਹੈ ਨਾ। ਜਸਵਿੰਦਰ ਬਰਾੜ ਦੀ ਜ਼ਿੰਦਗੀ 'ਚ ਉਹ ਪਲ ਕਿਹੜਾ ਸੀ ਜਦੋਂ ਬੜਾ ਹੱਸੇ ਹੋਣ, ਬੜਾ ਜ਼ਿਆਦਾ ਖਿੜ ਖੜਾ ਕੇ ਹੱਸੇ ਹੋਣ, ਯਾਦ ਹੈ ਉਹ ਵੇਲਾ? ਜਦੋਂ ਮੈਂ ਖੜਖੜ ਕਰਕੇ ਹੱਸੀ ਹੋਵਾਂ, ਜਦੋਂ ਮੈਨੂੰ ਐਂ ਲੱਗਦਾ ਹੋਵੇ ਵੀ ਜ਼ਿੰਦਗੀ 'ਚ ਸਾਰਾ ਕੁਝ ਸਹੀ ਹੈ ਨਹੀਂ ਹੈ। करो मूरला बंदा पता नहीं किन्नी कि दर्दां दी पंड है की पता अंदरों किन्ना को खोखला है अंदरों की महसूस कर रहा वो किहदे लई जिउ रहा वो किहदे लई मर रहा वो क्यों तुरया फिर करदा रहा वो क्यों तुर फिर रहा वो क्यों काम कर रहा। ਬਹੁਤ ਰੋਸਾ ਗਿਲਾ ਇਹਨਾਂ ਦੇ ਮਨ ਦੇ ਵਿੱਚ ਤੁਹਾਡੇ ਪ੍ਰਤੀ ਜਿਹੜੇ ਲੋਕ ਬਿਨਾਂ ਸੋਚੇ ਸਮਝੇ ਕਹਿ ਦਿੰਦੇ ਕਿ ਸਟੇਜਾਂ 'ਤੇ ਚੜ੍ਹ ਜਾਂਦੇ ਰੋਜ਼ੀ ਰੋਟੀ ਹੈ ਕਮਾਉਣੀ ਹੈ ਤੁਹਾਡੇ ਘਰ ਚੁੱਲ੍ਹਾ ਨਾ ਬਲੇ ਤਾਂ ਤੁਸੀਂ ਕੀ ਕਰੋਗੇ। ਇਹ ਵੀ ਐਵੇਂ ਦੇ ਨੇ ਉੱਠੇ ਨੇ ਮੇਰੇ ਘਰ ਦੇ ਜੀ ਨੇ ਕੁਛ ਕੈਸੇ ਜੀ ਨੇ ਸਾਰੀ ਗੱਲ ਮੈਂ ਨਹੀਂ ਦੱਸ ਸਕਦੀ ਜਿਹੜੇ ਮੇਰੇ ਮੂੰਹ ਵੱਲ ਝਾਕਦੇ ਨੇ। मेरा भतीजा प्रोग्राम से साढ़े नाल गया सी उस दिन ਉਹਦੇ ਮੂੰਹ ਚੋਂ ਨਿਕਲ ਗਿਆ ਕਹਿੰਦਾ ਵੀ ਸਿੱਧੀ ਤੋਂ ਗੋਲੀ ਲੱਗ ਗਈ। ਇੱਕਦਮ ਮੈਨੂੰ ਐ ਲੱਗਿਆ ਕਿ ਮੇਰਾ ਹਾਰਟ ਖੜ ਗਿਆ। ਇੰਨੇ 'ਚ ਮੇਰੇ ਹਸਬੈਂਡ ਦੇ ਅੱਖਾਂ ਚੋਂ ਤੇ ਮੇਰੇ ਭਤੀਜੇ ਦੇ ਅੱਖਾਂ ਚੋਂ ਬੱਚੇ ਖੈ ਨਹੀਂ ਬਾਲੇ ਸੀ ਜੀ। ਰੱਬ ਤੇ ਇੱਕੋ ਸ਼ਿਕਾਇਤ ਸੀ ਵੀ ਜਿਹੜਾ ਮੈਨੂੰ ਪਿਆਰ ਕਰਦਾ ਜਿਹੜਾ ਮੇਰਾ ਸਤਿਕਾਰ ਕਰਦਾ ਤੂੰ ਇੰਨੀ ਛੇਤੀ ਮੇਰੇ ਤੋਂ ਕਿਉਂ ਖੋਹ ਲੈਂਦਾ ਤੇਰੀ ਮੇਰੇ ਨਾਲ ਕੀ ਦੁਸ਼ਮਣੀ ਹੈ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ ਮੈਂ ਹਾਂ ਮਨਦੀਪ ਕੌਰ ਸੰਧੂ। ਹਮੇਸ਼ਾ ਤੁਹਾਡੇ ਨਾਲ ਬੜੀਆਂ ਪਿਆਰੀਆਂ ਸ਼ਖਸੀਅਤਾਂ ਨੂੰ ਰੂਬਰੂ ਕਰਦੇ ਹਾਂ ਪਰ ਜਿਨ੍ਹਾਂ ਦੇ ਨਾਲ ਤੁਹਾਡੀ ਮੁਲਾਕਾਤ ਅੱਜ ਕਰਵਾਉਣੀ ਹੈ ਉਹ ਬੜੇ ਹੀ ਪਿਆਰੇ ਨੇ ਬੜੀ ਖੂਬਸੂਰਤ ਸ਼ਖਸੀਅਤ ਹੈ। ਜਦੋਂ ਮੈਂ ਉਹਨਾਂ ਬਾਰੇ ਬੋਲਣਾ ਮੈਨੂੰ ਲੱਗਦਾ ਕਿ ਮੇਰੇ ਅਲਫਾਜ਼ ਵੀ ਜਿਹੜੇ ਬੌਣੇ ਪੈ ਜਾਣਗੇ ਇੰਨੇ ਮਿਲਣੇ ਨਹੀਂ ਹੈਗੇ ਪਰ ਮੈਂ ਸਿੱਧਾ ਜਿਹੜੀ ਹੈ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੀ। ਉਹ ਨੇ ਅਖਾੜਿਆਂ ਦੀ ਰਾਣੀ ਕਹਿ ਜਾਣ ਵਾਲੇ ਸਾਡੇ ਸਭ ਦੇ ਹਰਮਨ ਪਿਆਰੇ ਜਸਵਿੰਦਰ ਬਰਾੜ ਜੀ। ਸਵਾਗਤ ਕਰਦੇ ਹਾਂ ਪ੍ਰੋ ਪੰਜਾਬ ਟੀਵੀ ਤੇ। ਸਤਿ ਸ਼੍ਰੀ ਅਕਾਲ ਮੈਮ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਤੇ ਪ੍ਰੋ ਪੰਜਾਬ ਦੇਖਦੇ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕਿੱਦਾਂ ਚੱਲ ਰਹੀ ਹੈ ਜ਼ਿੰਦਗੀ ਮੈਮ? ਲਗਾਤਾਰ ਸ਼ੋ ਹੁਣ ਵੀ ਤੁਸੀਂ ਸਟੇਜ ਤੇ ਲਗਾ ਕੇ ਆਏ ਹੋ, ਰੂਬਰੂ ਹੋ ਕੇ ਆਏ ਹੋ ਲੋਕਾਂ ਦੇ, ਤਾਂ ਜ਼ਿੰਦਗੀ ਦਾ ਸਫ਼ਰ ਕਿਵੇਂ ਚੱਲ ਰਿਹਾ? ਦੇਖੋ ਇਹ ਜ਼ਿੰਦਗੀ ਆ, ਇਹਦੇ 'ਚ ਵਾਧ ਘਾਟ ਤਾਂ ਨਾਲ ਨਾਲ ਚੱਲਣੀ ਹੈ। ਜੇ ਆਪਾਂ ਸੋਚੀਏ ਵੀ ਸਾਰੀਆਂ ਖੁਸ਼ੀਆਂ ਹੀ ਮਿਲਣ
ਹਰ ਪਲ ਸੌਖਾ ਗੁਜ਼ਰੇ ਹੋ ਹੀ ਨਹੀਂ ਸਕਦਾ, ਕਿਉਂਕਿ ਜਿਹੜਾ ਜ਼ਿੰਦਗੀ ਸ਼ਬਦ ਹੈ ਨਾ, ਇਹਦੇ ਅੰਦਰ ਦੋਨੇ ਚੀਜ਼ਾਂ ਪਲੱਸ ਮਾਈਨਸ ਚੱਲਦੀਆਂ ਨੇ। ਹਾਂ, ਜਦੋਂ ਮਾਈਨਸ ਪੁਆਇੰਟ ਕੋਈ ਆਉਂਦਾ ਉਦੋਂ ਜ਼ਿੰਦਗੀ ਨੂੰ ਅੱਗੇ ਤੋਰਨ ਲਈ ਪਲੱਸ ਵਾਲੇ ਨੂੰ ਦੇਖ ਲਈਦਾ, ਬਸ ਫਿਰ ਤੁਰ ਪਈਦਾ। ਜੀ, ਆਪਣੇ ਆਪ ਨੂੰ ਲੋਕਾਂ ਦੇ ਵਿੱਚ ਰੱਖਣਾ, ਇੱਕ ਚਿਹਰਿਆਂ ਤੇ ਹਾਲੇ ਬੇਸ਼ੱਕ ਸਾਡੇ ਇੱਕ ਬਹੁਤ ਵੱਡਾ ਕਾਂਡ ਹੋਇਆ ਹਨਾ, ਜ਼ਿੰਦਗੀ ਦੇ ਵਿੱਚ ਇੱਕ ਬਹੁਤ ਚੀਜ਼ ਖੋਈ ਗਈ ਹੈ ਬੇਸ਼ੱਕ ਹਨਾ, ਪਰ ਲੋਕਾਂ ਅੱਗੇ ਜਦੋਂ ਅਸੀਂ ਜਾਣਾ ਆ, ਹੱਸਦਾ ਚਿਹਰਾ ਲੈ ਕੇ ਜਾਣਾ ਪੈਂਦਾ ਆ ਨਾ। ਲੋਕਾਂ ਨੂੰ ਨਹੀਂ ਪਤਾ ਕਿ ਸਾਡੇ ਘਰ ਕੀ ਹੋਇਆ ਆ ਹਨਾ, ਪਰ ਅਸੀਂ ਉਹਨਾਂ ਮੂਹਰੇ ਉਹ ਸਟੇਜ ਤੇ ਉਵੇਂ ਦਾ ਪਰਫਾਰਮ ਕਰਨਾ ਹੈ। ਤਾਂ ਜਸਵਿੰਦਰ ਬਰਾੜ ਕਿੱਦਾਂ ਮੈਨੇਜ ਕਰਦੇ ਨੇ? ਬਹੁਤ ਔਖਾ ਜੀ ਮੈਨੇਜ ਕਰਨਾ। ਮੈਨੇਜ ਸ਼ਬਦ ਬੋਲਣਾ ਬਹੁਤ ਸੌਖਾ ਹੈ, ਆਪਾਂ ਕਹਿੰਦੇ ਨੇ ਆਈ ਮੈਨੇਜ, ਇਹ ਬੋਲਣਾ ਬਹੁਤ ਸੌਖਾ, ਪਰ ਜਦੋਂ ਆਪਾਂ ਮੈਨੇਜ ਕਰਦੇ ਆ ਨਾ, ਉਦੋਂ ਦਿਮਾਗ ਤੇ ਦਿਲ ਦੀ ਤੇ ਸਮਾਜਿਕ ਲੜਾਈ ਤਿੰਨੇ ਇਕੱਠੀਆਂ ਹੁੰਦੀਆਂ ਨੇ। ਜਦੋਂ ਮੈਨੇਜ, ਮੰਨ ਲਓ ਮੈਂ ਸੋਚ ਲਿਆ ਵੀ ਮੈਂ ਮੈਨੇਜ ਕਰਦੀ ਹਾਂ, ਉਸ ਮੈਨੇਜ ਦੇ ਅੰਦਰ ਸਮਾਜਿਕ ਲੜਾਈ, ਦਿਲ ਦੀ ਲੜਾਈ, ਦਿਮਾਗ ਦੀ ਲੜਾਈ ਇਕੱਠੀਆਂ ਚੱਲਦੀਆਂ ਨੇ। ਤੇ ਇਹ ਜਦੋਂ ਤਿੰਨੇ ਇਕੱਠੀਆਂ ਚੱਲਦੀਆਂ ਨੇ ਨਾ, ਉਦੋਂ ਫਿਰ ਕਿਤੇ ਬਾਬੇ ਦੀ ਕਿਰਪਾ ਹੁੰਦੀ ਹੈ। ਉਦੋਂ ਇਹਨਾਂ ਤਿੰਨਾਂ ਲੜਾਈਆਂ 'ਚੋਂ ਉੱਠ ਕੇ ਫਿਰ ਕੰਮ ਵੱਲ ਆ ਜਾਈਦਾ, ਸਾਰਾ ਕੁਝ ਸਮੇਟ ਕੇ। ਸਮੇਟਣਾ ਸਭ ਤੋਂ ਔਖਾ। ਆਪਾਂ ਕਹਿੰਦੇ ਨੇ ਜੀ ਉਹ ਚੀਜ਼ ਸਮੇਟ ਦਿਓ, ਆਪਾਂ ਕਹਿ 1 ਸੈਕਿੰਡ 'ਚ ਕਹਿ ਦਿੰਦੇ ਹਾਂ ਵੀ ਸਮੇਟ ਦਿਓ, ਪਰ ਸਮੇਟਣਾ ਸਭ ਤੋਂ ਔਖਾ। ਆਹ 1.5 ਸਾਲ 'ਚ ਮੈਂ ਇੰਨਾ ਕੁਛ ਗਵਾ ਲਿਆ, 1.5 ਪੌਣੇ 2 ਸਾਲ 'ਚ, ਵੀ ਮੈਨੂੰ ਐਂ ਲੱਗਦਾ ਮੇਰੇ ਲਈ ਸਮੇਟਣਾ ਬਹੁਤ ਔਖਾ ਹੋ ਗਿਆ, ਬਹੁਤ ਔਖਾ। ਸਟੇਜ 'ਤੇ ਵੀ ਜਾਂਦੇ ਹਾਂ, ਇਹ ਕੰਮ ਹੈ। ਦੇਖੋ, ਖੇਤ ਵਾਲੇ ਨੇ ਖੇਤੀ ਕਰਨੀ ਹੈ, ਦੁਕਾਨਦਾਰ ਨੇ ਦੁਕਾਨ 'ਤੇ ਜਾਣਾ ਹੈ ਨਾ, ਕੱਪੜੇ ਵਾਲੇ ਨੇ ਕੱਪੜੇ ਦੀ ਦੁਕਾਨ ਖੋਲ੍ਹਣੀ ਹੈ, ਦੁੱਧੀ ਨੇ ਦੁੱਧ ਪਾਉਣ ਜਾਣਾ। ਇਹ ਜ਼ਿੰਦਗੀ ਆ, ਆਪਾਂ ਕੰਮ ਨੂੰ ਨਹੀਂ ਬੰਦ ਕਰ ਸਕਦੇ। ਹਾਲਾਂਕਿ ਮੈਨੂੰ ਪੁੱਠੇ ਸਿੱਧੇ ਕਮੈਂਟ ਆਉਂਦੇ ਰਹਿੰਦੇ ਆ, ਹੈ ਨਾ। ਜਿਹਨੇ ਜ਼ਿੰਦਗੀ ਬਾਰੇ, ਮੇਰੇ ਖਿਆਲ ਜਿਹੜੇ ਕਮੈਂਟ ਕਰਦੇ ਉਹ ਜ਼ਿੰਦਗੀ ਬਾਰੇ ਡੂੰਘਾ ਨਹੀਂ ਜਾਣਦੇ। ਮੈਂ ਮੰਨਦੀ ਹਾਂ ਵੀ ਮੈਨੂੰ ਉਹਨਾਂ ਦੇ ਕਮੈਂਟਾਂ 'ਤੇ ਹਾਸਾ ਆ ਜਾਂਦਾ। ਪਹਿਲਾਂ ਅਫਸੋਸ ਆਉਂਦਾ, ਫਿਰ ਮੈਨੂੰ ਹਾਸਾ ਆਉਂਦਾ ਵੀ ਨਹੀਂ, ਇਹ ਜ਼ਿੰਦਗੀ ਬਾਰੇ ਹਾਲੇ ਬਹੁਤਾ ਜਾਣਦੇ ਨਹੀਂ, ਤਾਂ ਇੰਨਾ ਸੌਖਾ ਛੇਤੀ ਕਮੈਂਟ ਕਰਤਾ ਵੀ ਜੀ ਐਡਾ ਹਾਦਸਾ ਹੋਇਆ ਅਤੇ ਤੁਸੀਂ ਪ੍ਰੋਗਰਾਮ ਲਾਉਂਦੇ ਫਿਰਦੇ। ਅਤੇ ਕਦੇ ਵੀ ਹਾਦਸੇ ਹੁੰਦੇ, ਉਹ ਹਾਦਸੇ ਆਏ ਨਹੀਂ ਕਹਿੰਦੇ ਵੀ ਤੁਸੀਂ ਜ਼ਿੰਦਗੀ ਨੂੰ ਰੋਕ ਲਓ। ਮੈਮ, ਉਹ ਵੀ ਤਾਂ ਵੇਲਾ ਸੀ ਜਦੋਂ ਇੰਨਾ ਵੱਡਾ ਉਦੋਂ ਹਾਦਸਾ ਤੁਹਾਡੇ ਅੱਖਾਂ ਸਾਹਮਣੇ ਕਿੰਨੀਆਂ ਮਾਵਾਂ ਦੇ ਪੁੱਤ ਮਰੇ ਸੀਗੇ, ਸਾਰੇ ਐਕਸੀਡੈਂਟ ਹੋਇਆ ਯੰਗ ਸੀ। ਸੀ, ਬਿਲਕੁਲ 19 ਸੀ, ਕੋਈ 21 ਸਾਲ ਦਾ ਸੀ, ਕੋਈ 24 ਸਾਲ ਦਾ ਸੀ। ਉਦੋਂ ਮੇਰੀ ਏਜ ਵੀ ਛੋਟੀ ਸੀ, ਇਹ 2005 ਦੀ ਗੱਲ ਆ। ਅਤੇ ਸਮਝਣਾ ਮੇਰੇ ਲਈ ਔਖਾ ਹੋ ਗਿਆ ਸੀ, ਜ਼ਿੰਦਗੀ ਨੂੰ ਅੱਗੇ ਲਿਜਾਣਾ ਮੇਰੇ ਲਈ ਔਖਾ ਹੋ ਗਿਆ ਸੀ। ਮੇਰੇ ਦਿਲ 'ਤੇ ਬਹੁਤ ਭੈੜੀ ਸੱਟ ਲੱਗੀ ਉਸ ਐਕਸੀਡੈਂਟ ਦੀ, ਪੂਰੀ ਤਰ੍ਹਾਂ ਡਿਪਰੈਸ਼ਨ 'ਚ ਚਲੀ ਗਈ ਸੀ। ਡਿਪਰੈਸ਼ਨ ਤਾਂ ਸ਼ਬਦ ਛੋਟਾ ਇਹ ਲਾ ਲਓ ਵੀ ਮੈਂ ਮੈਂਟਲ ਲੈਵਲ ਤੱਕ ਚਲੀ ਗਈ ਸੀ। ਮੈਂ ਪਹਿਲਾਂ ਵੀ ਕਈ ਵਾਰ ਗੱਲ ਕਰਦੀ ਹਾਂ ਵੀ ਪਾਣੀ, ਮੈਨੂੰ ਇਹ ਹੁੰਦਾ ਸੀ ਵੀ ਜੇ ਮੈਂ ਪਾਣੀ ਨਾ ਪੀਤਾ ਸ਼ਾਇਦ ਮੈਂ ਮਰ ਜਾਊਂ। ਇੱਕ ਪਲੱਸ ਪੁਆਇੰਟ ਰਹਿ ਗਿਆ ਸੀ ਮੇਰੀ ਜ਼ਿੰਦਗੀ 'ਚ ਸਾਰਾ ਕੁਛ ਵੇਖਰ ਕੇ, ਵੀ ਮੈਨੂੰ ਆਪਣੀ ਬੇਟੀ ਦਾ ਪਿਆਰ ਆਉਣੋਂ ਨਹੀਂ ਹਟਿਆ ਸੀ। ਹਾਲਾਂਕਿ ਬਹੁਤ ਵਾਰ ਹੁੰਦਾ ਸੀ ਵੀ ਕੀ ਆ, ਕੁਛ ਨਹੀਂ। ਡਿਪਰੈਸ਼ਨ ਦਾ ਨਾਂ ਹੀ ਹੈ ਵੀ ਜ਼ਿੰਦਗੀ ਨਾਲੋਂ ਕਰੇਜ਼ ਟੁੱਟ ਜਾਂਦਾ, ਖਾਣ ਨਾਲੋਂ ਤੁਹਾਡਾ ਕਰੇਜ਼ ਟੁੱਟ ਜਾਂਦਾ, ਤੁਹਾਡਾ ਰਿਸ਼ਤਿਆਂ ਨਾਲੋਂ ਕਰੇਜ਼ ਟੁੱਟ ਜਾਂਦਾ, ਤੁਹਾਡਾ ਸੌਣ ਨਾਲੋਂ ਕਰੇਜ਼ ਟੁੱਟ ਜਾਂਦਾ, ਤੁਹਾਡਾ ਨਹਾਉਣ ਨਾਲੋਂ ਕਰੇਜ਼ ਟੁੱਟ ਜਾਂਦਾ, ਇੱਕਦਮ ਬੰਦਾ ਖਤਮ ਹੋ ਜਾਂਦਾ। ਉੱਥੇ ਐਂ ਲੱਗਦਾ ਹੁੰਦਾ ਵੀ ਕਿਹੜੀ ਦੁਨੀਆ, ਕਿਹੜੇ ਰਿਸ਼ਤੇ, ਕੌਣ ਮੈਂ। ਕਈ ਵਾਰ ਮੈਂ ਬੋਲਦੀ ਅਤੇ ਮੈਂ ਬਾਅਦ ਸੋਚਦੀ, ਅੱਛਾ ਇਹ ਤੇਰੀ ਆਵਾਜ਼ ਹੈ, ਤੂੰ ਕੌਣ ਹੈ, ਤੂੰ ਜਸਵਿੰਦਰ ਹੈ। ਅਤੇ ਵਿੱਚ ਕਈ ਸਾਲਾਂ ਦੇ ਜਿਹੜੇ ਮੇਰੀ ਬੇਟੀ ਦੇ ਜਾਂ ਮੇਰੇ ਰਿਸ਼ਤਿਆਂ ਦੇ ਕੁਛ ਪਲ ਐਸੇ ਨੇ ਜਿਹੜੇ ਹੁਣ ਮੈਨੂੰ ਘਬਰਾਹਟ ਆ ਜਾਂਦੀ, ਮੈਂ ਯਾਦ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਸ਼ਾਇਦ ਉਹ ਤੋਂ ਡਾਕਟਰਾਂ ਨੇ ਨਸ਼ਾ ਜ਼ਿਆਦਾ ਦੇ ਦਿੱਤਾ ਸੀ, ਅਤੇ ਉਹ ਆਪਦਾ ਡਾਇਗਨੋਸ ਕਰ ਰਹੇ ਸੀਗੇ, ਘਰ ਦੇ ਆਪਦਾ ਕਰ ਰਹੇ ਸੀ ਵਿਚਾਰੇ ਪੂਜਾ ਪਾਠ ਕਰਕੇ। ਅਤੇ ਮੇਰਾ ਖਿਆਲ ਡਾਕਟਰ ਦਾ ਡਾਇਗਨੋਸ ਉਦੋਂ ਸਫਲ ਹੁੰਦਾ ਜਦੋਂ ਪਰਮਾਤਮਾ ਦਾ ਡਾਇਗਨੋਸ ਸਫਲ ਹੁੰਦਾ। ਸਾਰਿਆਂ ਦੀਆਂ ਅਰਦਾਸਾਂ ਸਫਲ ਹੋਈਆਂ। ਮੈਂ 2007-08 'ਚ ਜਾ ਕੇ ਮੇਰੇ ਖਿਆਲ 35-36 ਕਿਲੋ ਮੇਰਾ ਵੇਟ ਰਹਿ ਗਿਆ ਸੀ। ਇੰਨਾ ਡਰਾਉਣਾ ਚਿਹਰਾ ਹੋ ਗਿਆ ਸੀ ਮੇਰਾ ਵੀ ਮੈਂ ਸ਼ੀਸ਼ੇ 'ਚ ਆਪਦਾ ਚਿਹਰਾ ਨਹੀਂ ਦੇਖ ਰਹੀ ਸੀ, ਅਤੇ ਮੈਂ ਗੇਟ 'ਚ ਨਹੀਂ ਖੜ੍ਹਦੀ ਸੀ।
ਵੀ ਹਾਏ ਜੇ ਮੈਨੂੰ ਕਿਸੇ ਨੇ ਦੇਖ ਲਿਆ ਜਾਂ ਕੋਈ ਰਿਸ਼ਤੇਦਾਰ ਆ ਜਾਂਦਾ ਸੀ ਤਾਂ ਮੈਂ ਅੰਦਰ ਚਲੀ ਜਾਂਦੀ ਸੀ ਵੀ ਜੇ ਕਿਸੇ ਨੇ ਮੇਰਾ ਚਿਹਰਾ ਜਾਂ ਮੇਰੀ ਬਾਡੀ ਨੂੰ ਦੇਖ ਲਿਆ ਤਾਂ ਮੈਨੂੰ ਕੀ ਕਹਿਣਗੇ, ਮਤਲਬ ਅੰਦਰ ਸਿਮਟਣਾ ਹੀ ਸ਼ੁਰੂ ਹੋ ਗਈ ਸੀ ਮੈਂ। ਫਿਰ ਕੁਝ ਸ਼ਖਸੀਅਤ ਐਸੀਆਂ ਆਈਆਂ ਫਿਰੋਜ਼ਪੁਰ ਜ਼ਿਲ੍ਹੇ ਦੀਆਂ, ਡਾਕਟਰ ਨੇ ਕਿਹਾ ਵੀ ਆਪਣੇ ਕੋਲ ਇੱਕੋ ਹੀ ਪੁਆਇੰਟ ਰਹਿ ਗਿਆ ਹੁਣ ਇਹਨੂੰ ਠੀਕ ਕਰਨ ਦਾ, ਉਹ ਇਹਦੀ ਸਟੇਜ, ਇਹਦੇ ਸਰੋਤੇ, ਇਹਦਾ ਪਿਆਰ, ਵੀ ਉਹ ਅਜਮਾ ਕੇ ਦੇਖ ਲਓ। ਉਹ ਐਸਾ ਨੁਕਸਾ ਅਜਮਾਇਆ ਜੀ, 5-7 ਸਟੇਜਾਂ ਤੇ ਤਾਂ ਮੈਂ ਬਹੁਤ ਆਪਦੇ ਆਪ ਨੂੰ ਐਂ ਲੱਗਿਆ ਕਰੇ ਵੀ ਨਹੀਂ, ਜਿਹੜੀ ਜਸਵਿੰਦਰ ਬਰਾੜ ਸ਼ੇਰ ਵਾਂਗੂ ਗਾਉਂਦੀ ਹੁੰਦੀ ਸੀ ਉਹ ਚੂਹਾ ਬਣ ਗਈ ਸੀ। ਮਤਲਬ ਬੈਕ ਗੱਡੀ 'ਚ ਜਾ ਕੇ ਚਲੇ ਜਾਣਾ, ਮੇਰੇ ਹਸਬੈਂਡ ਨੂੰ ਮੈਂ ਕਹਿਣਾ ਇਹਨਾਂ ਦੀ ਪੇਮੈਂਟ ਮੋੜ ਦਿਓ, ਮੈਂ ਨਹੀਂ ਗਾਉਣਾ। ਅੱਛਾ। ਉਹਨਾਂ ਨੇ ਕਹਿਣਾ, ਹਾਲਾਂਕਿ ਮੇਰੇ ਹਸਬੈਂਡ ਉਹ ਪਾਰਟੀ ਨਾਲ ਗੱਲ ਕਰ ਚੁੱਕੇ ਹੁੰਦੇ ਸੀ, ਸਿਰਫ ਮਜੀਸ਼ੀਅਨਾਂ ਦਾ ਖਰਚਾ ਹੀ ਲੈਂਦੇ ਸੀ ਵੀ ਅਸੀਂ ਇਹਨੂੰ ਠੀਕ ਕਰਨ ਵਾਸਤੇ ਲਿਆਉਂਦੇ ਹਾਂ। ਤੇ ਉਹਨਾਂ ਨੇ ਪਾਰਟੀ ਵਾਲਿਆਂ ਨੇ ਕਈ ਵਾਰ ਮੈਨੂੰ ਕਹਿ ਦੇਣਾ, ਭੈਣ ਜੀ ਤੁਸੀਂ ਉਹੀ ਜਸਵਿੰਦਰ ਬਰਾੜ ਹੋ, ਸਾਡੇ ਲਈ ਤੁਸੀਂ ਉਹੀ ਹੋ, ਮਤਲਬ ਹੌਸਲਾ ਦੇ ਦਵਾ ਕੇ ਮੈਨੂੰ ਸਟੇਜ ਤੇ ਲੈ ਜਾਣਾ। 5-10 ਸਟੇਜਾਂ ਮੈਂ ਬਹੁਤ ਸੰਘਰਸ਼ ਨਾਲ ਕੱਟੀਆਂ, ਪਰ ਜਦੋਂ ਇਹ ਲਾ ਲਓ ਵਾਹਿਗੁਰੂ ਦੀ ਕੁਦਰਤ ਲਾ ਲਓ ਵੀ ਜਦੋਂ ਮੈਂ ਸਟੇਜ ਤੇ ਪਹੁੰਚ ਜਾਂਦੀ ਸੀ ਪਹਿਲੇ ਗੀਤ ਤੇ ਮੈਂ ਅੰਦਰ ਵਾਈਬ੍ਰੇਸ਼ਨ ਹੁੰਦੀ ਸੀ, ਪਸੀਨਾ ਆ ਜਾਂਦਾ ਸੀ, ਦਿਲ ਡੁੱਬਣ ਲੱਗ ਜਾਂਦਾ ਸੀ, ਮੈਨੂੰ ਐ ਹੁੰਦਾ ਸੀ ਵੀ ਮੈਨੂੰ ਅਟੈਕ ਹੋ ਜਾਊ। ਪਰ ਜਦੋਂ ਦੂਜਾ ਤੀਜਾ ਗਾਣਾ ਜਦੋਂ ਸਟੇਜ ਸਿਖਰ ਤੇ ਪਹੁੰਚਦੀ ਸੀ, ਇਹ ਇੱਕ ਵਾਹਿਗੁਰੂ ਦੀ ਮੇਰੇ ਤੇ ਕਿਰਪਾ ਸੀ ਵੀ ਮੇਰੇ ਗਲੇ ਤੇ ਕੋਈ ਅਸਰ ਨਹੀਂ ਹੋਇਆ ਸੀ। ਗਲਾ ਮੇਰਾ ਬਿਲਕੁਲ ਬਿਸਲ ਵਰਗਾ ਹੋ ਗਿਆ ਸੀ ਤੇ ਐਂਡ ਤੱਕ ਫਿਰ ਮੈਂ ਭੁੱਲ ਜਾਂਦੀ ਸੀ ਵੀ ਮੈਨੂੰ ਡਿਪਰੈਸ਼ਨ ਹੈ। ਸਟੇਜ ਤੋਂ ਉਤਰੀ ਨਹੀਂ, ਗੱਡੀ 'ਚ ਬੈਠੀ ਨਹੀਂ, ਡਿਪਰੈਸ਼ਨ ਫਿਰ ਸ਼ੁਰੂ। ਫਿਰ ਮਤਲਬ ਇਹਦਾ ਸਾਨੂੰ ਇਲਾਜ ਲੱਭ ਗਿਆ, ਇੱਕ ਸਾਨੂੰ ਰਾਹ ਲੱਭ ਗਿਆ ਵੀ ਜਿੰਨੀ ਮੈਂ ਵੱਧ ਤੋਂ ਵੱਧ ਬਿਜ਼ੀ ਰਹੂੰਗੀ। ਫਿਰ ਹੌਲੀ ਹੌਲੀ ਜਦੋਂ ਸਰੋਤੇ ਪਿਆਰ ਦੇਣ ਲੱਗੇ, ਮੈਂ ਖੁਸ਼ ਰਹਿਣ ਲੱਗ ਗਈ। ਤੁਸੀਂ ਲਾ ਲਓ ਵੀ ਮੈਂ 2 ਬੁਰਕੀਆਂ ਤਾਂ ਜ਼ਿਆਦਾ ਨਹੀਂ, ਨਵਾਲੇ ਜਿਨ੍ਹਾਂ ਨੂੰ ਕਹਿੰਦੇ ਆ, ਵੀ ਮੈਨੂੰ ਐਂ ਹੁੰਦਾ ਸੀ ਹਰ ਇੱਕ ਚੀਜ਼ ਤੋਂ ਵੀ ਜਿਹੜੀ ਅੰਦਰ ਚੀਜ਼ ਚਲੀ ਗਈ ਉਹ ਜ਼ਹਿਰ ਬਣ ਜੂ। ਇੰਨਾ ਡਰ ਹਾਂ, ਇੱਕ ਅਮਰੂਦ ਤੇ ਮੇਰਾ ਫੇਥ ਰਹਿ ਗਿਆ ਸੀ, ਬਸ ਉਹ ਮੈਂ ਇੱਕ ਅੱਧਾ ਅਮਰੂਦ ਖਾ ਲੈਣਾ, ਬਸ ਮੈਂ ਕਹੀ ਜਾਣਾ ਮਹਾਰਾਜ ਬਸ ਸਾਹ ਵਗਦੇ ਰਹਿਣ, ਮੇਰੀ ਬੇਟੀ ਮੈਂ ਦੇ ਸਿਰ ਤੇ ਰਵਾਂ। ਸਭ ਤੋਂ ਪਲੱਸ ਪੁਆਇੰਟ ਮੇਰੀ ਰਹੀ ਮੇਰੀ ਬੇਟੀ, ਵੀ ਮੇਰਾ ਧਿਆਨ ਉਹਦੇ 'ਚ ਜ਼ਰੂਰ ਜਾਂਦਾ ਸੀ। ਦੇਖੋ ਮੈਂ ਉਸ ਦੌਰ ਤੋਂ ਨਿਕਲੀ। ਬਿਲਕੁਲ, ਜਿੱਦਾਂ ਤੁਸੀਂ ਸ਼ੁਰੂਆਤ 'ਚ ਕਿਹਾ ਕਿ ਉਹ ਸਮਾਂ ਵੀ ਸੀਗਾ, ਮੇਰੇ ਅੱਖਾਂ ਸਾਹਮਣੇ ਇੰਨਾ ਵੱਡਾ ਐਕਸੀਡੈਂਟ ਹੋਇਆ ਹੈ ਨਾ, 2-3 ਸਾਲ ਤੁਸੀਂ ਗਾਇਆ ਨਹੀਂ, ਬਿਲਕੁਲ ਸ਼ਾਂਤ ਰਹਿ ਗਏ ਤੁਸੀਂ। ਲੋਕ ਉਦੋਂ ਕਿਉਂ ਨਹੀਂ ਕਮੈਂਟ ਕਰਕੇ ਪੁੱਛਦੇ ਸੀ ਜਸਵਿੰਦਰ ਬਰਾੜ ਕਿੱਥੇ ਆ? ਗੁੱਡ ਪਲੱਸ ਪੁਆਇੰਟ, ਜਿਹੜੀ ਚੀਜ਼ ਮੈਂ ਹਮੇਸ਼ਾ ਪੁੱਛਣੀ ਚਾਹੁੰਦੀ ਸੀ ਉਹ ਤੁਸੀਂ ਪੁੱਛੀ। ਅੱਜ ਜਸਵਿੰਦਰ ਬਰਾੜ ਤੇ ਵੱਡੇ ਵੱਡੇ ਕਮੈਂਟ ਹੁੰਦੇ ਆ, ਜਿਹੜੇ ਚੰਗੇ ਕਰਦੇ ਆ ਉਹਨਾਂ ਨੂੰ ਮੈਂ ਸੈਲਿਊਟ ਕਰਦੀ। ਜਿਹੜੇ ਕਹਿੰਦੇ ਆ ਵੀ ਜੀ ਐਡਾ ਵੱਡਾ ਹਾਦਸਾ ਹੋ ਗਿਆ, ਤੁਸੀਂ ਸਟੇਜਾਂ ਤੇ ਨੱਚਦੇ ਫਿਰਦੇ, ਤੁਸੀਂ ਸਟੇਜਾਂ ਤੇ ਗਾਉਂਦੇ ਫਿਰਦੇ। ਜਦੋਂ ਜਸਵਿੰਦਰ ਬਰਾੜ ਮਰਨ ਵਾਲੀ ਪਈ ਸੀ, ਉਹਦੀ 1.5-2 ਸਾਲ ਦੀ ਬੱਚੀ ਮੰਮਾ ਮੰਮਾ ਕਰਦੀ ਉਹਦੇ ਬੈੱਡ ਦੇ ਦਾਲੇ ਫਿਰਦੀ ਸੀ, ਉਹਦੀ ਮਾਂ, ਉਹਦੇ ਭੈਣ ਭਰਾ, ਮੇਰਾ ਬੰਗਲਾ ਮਤਲਬ ਬੰਜਰ ਬਣ ਗਿਆ ਸੀਗਾ। ਹਨਾ, ਉਦੋਂ ਮੈਨੂੰ ਕਿਸੇ ਕਲਾਕਾਰ ਨੇ ਆ ਕੇ, ਇੱਕ ਮੇਰੇ ਨਾਲ ਗੁੜੀਆ ਹੁੰਦੀ ਸੀ ਦੀਪੂ, ਕੱਲਾ ਉਹਨੇ, ਮੇਰੀ ਫੈਮਿਲੀ ਨੇ ਤੇ ਕੱਲਾ ਉਹਨੇ, ਰੁਪਿੰਦਰ ਸਹੋਤਾ ਉਹਨਾਂ ਦਾ ਨਾਂ ਹੈ, ਉਹਨੇ ਮੇਰਾ ਸਾਥ ਦਿੱਤਾ ਹਰ ਪਲ। ਉਹਨੇ ਮੇਰੇ ਨਾਲ ਇੱਕ ਮਿੰਟ ਮੇਰੇ ਨਾਲ ਸਾਂਝਾ ਕੀਤਾ, ਆਪਦੀ ਫੈਮਿਲੀ ਨੂੰ, ਆਪਦੇ ਪਰਿਵਾਰ ਨੂੰ ਭੁੱਲ ਗਈ ਸੀ। ਵੀ ਉਦੋਂ ਲੋਕ ਕਿਉਂ ਨਹੀਂ ਆਏ ਮੇਰੇ ਕੋਲੇ ਪੁੱਛਣ ਵੀ ਜਸਵਿੰਦਰ ਤੇਰੇ ਘਰੇ ਰੋਟੀ ਪੱਕਦੀ ਹੈ ਕਿ ਨਹੀਂ ਪੱਕਦੀ, ਤੇਰੀ ਕਮਾਈ ਬੰਦ ਹੋ ਗਈ, ਤੇਰੀ ਬੱਚੀ ਰੁਲ ਰਹੀ ਹੈ, ਤੇਰਾ ਪਰਿਵਾਰ ਰੁਲ ਗਿਆ, ਹੋ ਸਕਦਾ ਤੂੰ ਕੱਲ ਨੂੰ ਮਰ ਜੇ, ਪਰਸੋਂ ਮਰ ਜੇ। ਉਦੋਂ ਕੋਈ ਕਿਉਂ ਨਹੀਂ ਆਇਆ ਮੇਰੇ ਕੋਲ? ਉਦੋਂ ਮੇਰੇ ਨਾਲ ਕੋਈ ਦਰਦ ਸਾਂਝਾ ਕਰਨ ਕਿਉਂ ਨਹੀਂ ਆਇਆ? ਉਦੋਂ ਤਾਂ ਮੁੰਡਿਆਂ ਦਾ ਭੋਗ ਪਿਆ, ਬਸ ਸਾਰਾ ਸਿਸਟਮ ਖਤਮ। ਜਿਨ੍ਹਾਂ ਨੇ ਪੈਸੇ ਦਿੱਤੇ ਸੀ ਨਾ ਜੀ ਮੁੰਡਿਆਂ ਨੂੰ, ਗਰੀਬ ਮੁੰਡਿਆਂ ਨੂੰ, ਅੱਜ ਮੈਂ ਇਹ ਗੱਲ ਕਹਿਨੀ ਆ, ਜਿਹੜੇ ਕੁਛ ਆਰਟਿਸਟਾਂ ਨੇ ਸਾਥੋਂ ਪੈਸੇ ਵਾਪਸ ਲੈ ਲਏ ਸੀ, ਭੋਗ ਤੇ ਅਨਾਉਂਸ ਕਰਵਾਤੇ ਸੀ ਵੀ ਜੀ ਇਹ ਮੁੰਡਿਆਂ ਦੇ ਪਰਿਵਾਰ ਨੂੰ ਹੈ, ਸਾਡੇ ਵੱਲੋਂ ਹੈ। ਅਸੀਂ ਅਨਾਉਂਸਮੈਂਟ ਕਰਤੀ, ਉਹ ਕਾਊਂਟਿੰਗ ਹੋ ਗਈ, ਮੁੜ ਕੇ ਕੀ ਹੋਇਆ? ਪੈਸੇ ਕੁਛ ਕੁ ਨੇ ਦਿੱਤੇ ਨਹੀਂ, ਕੁਛ ਕੁ ਮੋੜ ਕੇ ਲੈ ਗਏ। ਕੁਛ ਕੁ ਰੱਬ ਦੇ ਬੰਦੇ ਸੀ ਜਿਨ੍ਹਾਂ ਨੇ ਹੈਲਪ ਕੀਤੀ, ਉਹਨਾਂ ਦਾ ਮੈਂ ਥੈਂਕਸ ਕਰਦੀ ਹਾਂ। ਮੈਂ ਤਾਂ ਬਹੁਤ ਜੰਜਾਲਾਂ ਚੋਂ ਨਿਕਲੀ ਹਾਂ ਜੀ। ਤੇ ਅਸੀਂ ਅਨਾਉਂਸਮੈਂਟ ਕਰਤੀ, ਜਿਹੜੇ ਬੱਚੇ ਗੁਜ਼ਰੇ ਸੀ ਉਹਨਾਂ ਦੇ ਪੇਰੈਂਟਸ ਨੂੰ ਲੱਗਦਾ ਸੀ ਵੀ ਪੈਸੇ ਗਏ ਕਿੱਥੇ, ਤੇ ਉਹ ਪੈਸਿਆਂ ਦੀ ਭਰਮਾਰ ਮੈਂ ਕੋਲੋਂ ਪੂਰੀ ਕੀਤੀ। ਤੇ ਹਾਲਾਂਕਿ ਮੈਂ ਬਾਅਦ 'ਚ ਡਿਪਰੈਸ਼ਨ 'ਚ ਚਲੀ ਗਈ। ਉਹਨਾਂ ਦੀ ਫੈਮਲੀਆਂ ਦੇ ਬੰਦੇ ਵੀ ਨਹੀਂ ਮੇਰੇ ਕੋਲੇ ਕੋਈ ਆਏ, ਜਿਹੜੇ ਬੱਚੇ ਗੁਜ਼ਰੇ ਸੀ ਨਾ ਉਹਨਾਂ ਦੀਆਂ ਫੈਮਲੀਆਂ 'ਚੋਂ ਵੀ ਮੇਰਾ ਕੋਈ ਹਾਲ ਚਾਲ ਪੁੱਛਣ ਨਹੀਂ ਆਇਆ, ਹੈ ਨਾ। ਤੇ ਜੇ ਕੋਈ ਆਉਂਦਾ ਸੀ ਤਾਂ ਆਪਦੀ ਲੋੜ ਲਈ ਆਉਂਦਾ ਸੀ। ਤੇ ਕੀ ਹੋਇਆ ਵੀ ਉਹ ਪੈਸੇ ਵੀ ਸਾਨੂੰ ਪੂਰੇ ਕਰਨੇ ਪਏ। ਜਦੋਂ ਮੁੰਡਿਆਂ ਦਾ ਐਕਸੀਡੈਂਟ ਹੋਇਆ, ਕੁਛ ਬੱਚੇ ਇੰਨੇ ਕਿ ਇੰਜਰਡ ਹੋ ਗਏ ਸੀ ਜੀ, ਬੁਰੀ ਤਰ੍ਹਾਂ, ਹੈ ਨਾ। ਤੇ ਮੈਂ ਉਦੋਂ ਕਹਿੰਦੀ ਸੀ ਵੀ ਰੱਬ ਦਾ ਦਿੱਤਾ ਸ਼ਾਇਦ ਤਾਂ ਹੀ ਪੈਸਾ ਪਿਆ ਆਪਣੇ ਕੋਲੇ, ਸ਼ਾਇਦ ਇਹਨਾਂ ਦੇ ਇਲਾਜ ਲਈ ਸੀ।
ਤੇ ਮੈਂ ਅੰਮ੍ਰਿਤਸਰ ਦੇ ਸਭ ਤੋਂ ਵੱਡੇ ਹਸਪੀਟਲ 'ਚ ਇਲਾਜ ਕਰਵਾਇਆ ਸੀ ਵੀ ਕਿਸੇ ਬੱਚੇ 'ਚ ਕੋਈ ਵੱਜ ਨਾ ਰਹਿ ਜੇ। ਨਾ ਚੂਰਾ ਹੋਈਆਂ ਹੱਡੀਆਂ ਨੂੰ ਅਸੀਂ ਡਾਕਟਰਾਂ ਨੂੰ ਜਾ ਕੇ ਮੀਆਂ ਬੀਬੀ ਨੇ ਇਹ ਕਹਿਤਾ ਸੀ ਵੀ ਹਰ ਬੰਦਾ ਬਚਣਾ ਚਾਹੀਦਾ, ਕਿਸੇ 'ਚ ਵੱਜ ਨਹੀਂ ਰਹਿਣੀ ਚਾਹੀਦੀ। ਹਨ ਉਹ ਇੰਨਾ ਮਹਿੰਗਾ ਇਲਾਜ ਕਰਾਇਆ। ਚਲੋ ਜੇ ਇਲਾਜ ਕਰਾਇਆ ਉਹ ਪ੍ਰਮਾਤਮਾ ਤਾਂ ਦੇਖਦਾ, ਕੋਈ ਆਪਾਂ ਨੂੰ ਥੈਂਕ ਯੂ ਕਵੇ ਨਾ ਕਵੇ, ਪਰ ਪਰਮਾਤਮਾ ਦੀ ਨਿਗਾਹ 'ਚ ਆਪਾਂ ਸੱਚੇ ਹੋ ਗਏ ਵੀ ਉਹ ਬੱਚੇ ਸਾਡੇ ਨਾਲ ਕੰਮ ਕਰਦੇ ਸੀ। ਫਿਰ ਪੂਰੀ ਕਾਨੂੰਨੀ ਲੜਾਈ ਲੜੀ, ਗੌਰਮੈਂਟ ਬਣੀ, ਉਹਨਾਂ ਨੂੰ ਪੈਸਾ ਦਵਾਇਆ। ਹੈ ਹੁਣ ਅੱਗੇ ਉਹਨਾਂ ਦੀ ਕਿਸਮਤ ਹੈ ਐਦੋਂ ਜ਼ਿਆਦਾ। ਫਿਰ ਮੈਂ ਆਪ ਹੀ ਖਤਮ ਹੋ ਗਈ ਸੀਗੀ, ਮੈਂ ਉਹਨਾਂ ਨਾਲ ਕਿੰਨਾ ਕੁ ਤੁਰ ਸਕਦੀ ਸੀ। ਕੁਛ ਇੰਟਰਵਿਊ ਕਰਦੇ ਜੀ ਸਾਡੇ ਕੰਮ ਨਹੀਂ ਆਉਂਦੀ, ਸਾਡੀ ਜੇ ਨਹੀਂ ਕਰਦੀ, ਸਾਡੇ ਉਹ ਨਹੀਂ ਕਰਦੀ। ਮੈਂ ਕੀ ਕਰਾਂ, ਮੈਂ ਤਾਂ ਆਪ 10 ਸਾਲ ਜ਼ਿੰਦਗੀ ਨਾਲ ਸੰਘਰਸ਼ ਕਰਕੇ ਦੁਬਾਰਾ ਵਾਪਸ ਆਈ ਹਾਂ। ਕੋਈ ਮੇਰੇ ਕੋਲ ਆ ਕੇ ਆਏ ਕਿਉਂ ਨਹੀਂ ਪੁੱਛਦਾ ਵੀ ਜਿਹੜੇ 7-8 ਸਾਲ ਤੂੰ ਗੁਜ਼ਾਰੇ ਆ ਉਹ ਜ਼ਿੰਦਗੀ ਦਾ ਤੇਰਾ ਸੰਘਰਸ਼ ਕੀ ਹੋ ਸਕਦਾ ਮੇਰੇ 'ਚ ਕੰਨਾਂ 'ਚ ਟੌਪਸ ਵੀ ਨਾ ਰਹੇ, ਹੁਣ ਮੇਰਾ ਸਾਰਾ ਕੁਝ ਵਿਕ ਗਿਆ ਹੋਵੇ। ਐਵੇਂ ਵੀ ਹੋਇਆ ਕਦੇ? ਹਾਂ ਹੋਇਆ, ਹੋ ਸਕਦਾ। ਕਿਸੇ ਨੇ ਮੈਨੂੰ ਆ ਕੇ ਨਹੀਂ ਪੁੱਛਿਆ ਕਿਉਂਕਿ ਮੇਰਾ ਖਰਚ ਬਹੁਤ ਜ਼ਿਆਦਾ ਹੋ ਗਿਆ ਸੀ। ਸ਼ਿਕਵਾ ਕਿਹਨਾਂ ਦੇ ਨਾਲ ਹੈ ਤੁਹਾਨੂੰ? ਕਿਸੇ ਨਾਲ ਨਹੀਂ, ਆਪਦੀ ਕਿਸਮਤ ਨਾਲ, ਜਿਹਦੇ ਫੇਟੇ ਮੂੰਹ ਲਿਖੀ ਹੋਈ ਹੈ। ਮੈਨੂੰ ਕਿਸੇ ਨਾਲ ਕੋਈ ਸ਼ਿਕਵਾ ਨਹੀਂ। ਸਿਰਫ ਆ ਬਿਦ ਮਾਤਾ ਨੇ ਜਿਹੜੀ ਲਕੀਰ ਇੱਥੇ ਸਾਜੀ ਹੈ ਨਾ, ਇਹਦੇ ਨਾਲ ਮੈਨੂੰ ਹਮੇਸ਼ਾ ਸ਼ਿਕਵਾ ਰਹਿੰਦਾ। ਮੈਨੂੰ ਸ਼ਾਬਾਸ਼ੀ ਬਹੁਤ ਘੱਟ ਮਿਲਦੀ ਹੈ, ਸੱਚੀ ਬਹੁਤ ਘੱਟ ਮਿਲਦੀ ਹੈ। ਸ਼ਿਕਵਾ ਕਿਸੇ ਨਾਲ ਨਹੀਂ, ਕਿਉਂਕਿ ਹਰ ਬੰਦਾ ਆਪਦੇ ਸੋਚ ਮੁਤਾਬਕ, ਆਪਦੇ ਦਿਮਾਗ ਮੁਤਾਬਕ ਮੇਰੇ ਨਾਲ ਬਿਹੇਵ ਕਰਦਾ। ਭਾਵੁਕ ਹੋ ਗਏ ਤੁਸੀਂ ਕਾਫੀ। ਇਹ ਮੇਰੀ ਨੇਚਰ ਹੈ, ਮੈਂ ਚੁੱਪ ਸ਼ਾਂਤ। ਮੈਨੂੰ ਪਤਾ ਵੀ ਕਿਹੜਾ ਮੈਨੂੰ ਗਾਲਾਂ ਕੱਢ ਰਿਹਾ, ਕਿਹੜਾ ਮੈਨੂੰ ਇੰਟਰਵਿਊ ਦੇ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਰਿਹਾ। ਮੈਂ ਕਹਿੰਦੀ ਹੁੰਦੀ ਜਿਉਂਦੇ ਵਸਦੇ ਰਹੋ। ਜੇ ਮੈਂ ਜਿਉਂਦੀ ਹਾਂ ਤਾਂ ਤੁਸੀਂ ਮੇਰੇ ਬਾਰੇ ਮਾੜਾ ਚੰਗਾ ਕਹਿੰਦੇ ਹੋ, ਹੈ ਨਾ। ਪਰਮਾਤਮਾ ਮੈਨੂੰ ਜਿਉਂਦਾ ਰੱਖੇ, ਤੁਸੀਂ ਚੰਗਾ ਮਾੜਾ ਕਹਿੰਦੇ ਰਹੋ। ਜਦੋਂ ਉਹ ਵੇਲਾ ਸੀ ਜਦੋਂ ਤੁਸੀਂ ਅੰਦਰੇ ਬੰਦ ਹੋ ਗਏ ਸੀ, ਬਾਹਰ ਨੂੰ ਵੀ ਨਿਕਲਦੇ ਸੀ, ਪਰ ਬੇਟੀ ਦਾ ਖਿਆਲ ਆਉਂਦਾ ਸੀ, ਹਨਾ, ਜਦੋਂ ਤੁਹਾਨੂੰ, ਮੈਮ ਉਹ ਪਲ ਦੱਸੋ ਜਦੋਂ ਤੁਸੀਂ ਅੰਦਰੋਂ ਗਾਉਣ ਦੀ ਇੱਛਾ ਰੱਖੀ ਕਿ ਹਾਂ ਮੈਂ ਗਾਉਣਾ ਵੀ ਹੈ, ਸ਼ਾਇਦ ਮੈਨੂੰ ਇਹ ਚੀਜ਼ ਬਾਅਦ ਤੁਸੀਂ ਕਹਿੰਦੇ ਮੈਂ ਸਟੇਜ ਤੇ ਉਦੋਂ ਨਹੀਂ ਸੀ, ਬਿਲਕੁਲ ਨਹੀਂ ਗਾਉਂਦੇ ਸੀ? ਨਹੀਂ ਬਿਲਕੁਲ। ਇੱਕ ਸਹਿਮਾ ਜਿਵੇਂ ਮੈਂ ਕਿਹਾ ਤਾਂ ਹੈ ਵੀ ਮੈਂ ਮੈਂਟਲ ਲੈਵਲ ਤੱਕ ਪਹੁੰਚ ਗਈ ਸੀਗੀ। ਚਮਚਾ ਵੀ ਡਿੱਗਦਾ ਸੀਗਾ ਤੇ ਮੈਨੂੰ ਐਂ ਲੱਗਦਾ ਸੀ ਕੋਈ ਬੰਬ ਫਟ ਗਿਆ। ਘਰ ਦੇ ਮਤਲਬ ਵਿਚਾਰੇ ਇੰਨੇ ਕੁ ਸਹਿਮੇ ਰਹਿੰਦੇ ਸੀਗੇ ਵੀ ਜੇ ਗੇਟ ਵੀ ਬੰਦ ਕਰਨਾ ਉਹ ਵੀ ਹੌਲੀ ਬੰਦ ਕਰਨਾ, ਤੇ ਕੱਪੜੇ ਧੋਣੇ ਆ, ਕੋਈ ਪੱਖਾ ਤੇਜ਼ ਚੱਲਦਾ ਹੁੰਦਾ ਸੀ, ਪੱਖੇ ਦੇ ਥੱਲੇ ਨਹੀਂ ਬਹਿੰਦੀ ਹੁੰਦੀ ਸੀ। ਪੂਰੀ ਗਰਮੀ ਮੈਂ 5 ਸਾਲ ਤੁਸੀਂ ਲਾ ਲਓ ਵੀ ਜੇਠ ਹਾੜ ਦੀ ਰੁੱਤ ਹੁੰਦੀ ਸੀ, ਮੈਂ ਛੱਤ ਤੇ ਮੰਜਾ ਡਾਹ ਲੈਣਾ, ਸਾਰਿਆਂ ਨੇ ਏਸੀ 'ਚ ਪੈ ਜਾਣਾ, ਸਾਰੇ ਮਿੰਨਤਾਂ ਕੱਢ ਲੈਂਦੇ ਵੀ ਨਹੀਂ। ਮੈਨੂੰ ਐਂ ਹੁੰਦਾ ਸੀ ਬਸ ਅੰਦਰ ਗੇਟ ਬੰਦ ਹੋ ਗਿਆ ਤਾਂ ਮੈਂ ਮਰ ਜੂ। ਤੇ ਮੈਂ ਬਾਲਟੀ ਪਾਣੀ ਦੀ ਭਰ ਕੇ ਮੰਜੇ ਦੇ ਕੋਲੇ ਰੱਖ ਲੈਂਦੀ ਹੁੰਦੀ ਸੀਗੀ, ਉਹਦੇ 'ਚ ਸਾਰੀ ਰਾਤ ਮਤਲਬ ਲੱਤਾਂ ਡਬੋਈ ਰੱਖਦੀ ਮੈਂ। ਜਦੋਂ ਗਿੱਲੀਆਂ ਹੋ ਜਾਂਦੀਆਂ ਬਾਹਰ ਮੰਜੇ ਤੇ ਕੱਢ ਲੈਂਦੀ, ਜਦੋਂ ਸੁੱਕ ਜਾਂਦੀਆਂ ਫਿਰ ਪਾਣੀ 'ਚ, ਫਿਰ ਮੈਂ ਗਿੱਲਾ ਤੌਲੀਆ ਕਰਕੇ ਆਪਦੀ ਬੋਡੀ ਤੇ ਰੱਖ ਲੈਂਦੀ। ਨੀਂਦ ਮੈਨੂੰ ਆਉਂਦੀ ਸੀ ਸਵੇਰੇ 4-5 ਵਜੇ। ਪੂਰੀ ਰਾਤ ਮੇਰੀਆਂ ਲੱਤਾਂ ਥੱਕ ਜਾਂਦੀਆਂ ਸੀ। ਧੰਨ ਮੇਰੀ ਮਾਂ ਸੀ, ਧੰਨ ਮੇਰੀ ਸਿਸਟਰ ਸੀ, ਤੇ ਧੰਨ ਉਹ ਗੁੜੀਆ ਰੁਪਿੰਦਰ ਸਹੋਤਾ। ਮੈਂ ਆਪਦੀ ਮਾਂ ਨੂੰ ਤਾਂ ਇੰਨਾ ਕੁ ਤੰਗ ਕੀਤਾ ਜੀ। ਦੇਖੋ ਮੈਂ ਐਡੀ ਵੱਡੀ ਸੀ, ਮੈਂ ਬਿਲਕੁਲ 2 ਸਾਲ ਦਾ ਬੱਚਾ ਬਣ ਗਈ ਸੀ। ਮੇਰੀ ਮੰਮਾ ਨੇ ਕਹਿਣਾ ਪੁੱਤ ਤੂੰ ਬੈੱਡ ਤੇ ਪਏਂਗਾ, ਮੰਜਾ ਵਿਛਾ ਦੋ। ਮੈਂ ਕਹਿਣਾ ਨਾ, ਉਹ ਖੁੰਝੇ 'ਚ ਮੇਰਾ ਗੰਦਾ ਮਤਲਬ ਗੱਦਾ ਵਿਛਾ ਦੋ। ਪੂਰਾ ਘਰ ਮੈਂ ਪੈ ਕੇ ਇੱਥੇ ਨਹੀਂ ਇੱਥੇ ਪਊਂ, ਇੱਥੇ ਨਹੀਂ ਇੱਥੇ ਪਊਂ। ਘਰਦਿਆਂ ਨੂੰ ਆਏ ਹੁੰਦਾ ਸੀ ਵੀ ਕਿਤੇ ਤਾਂ ਸੌਂ ਜੇ, ਚੱਲ ਜਿੱਥੇ ਕਹਿੰਦੀ ਹੈ ਗੱਦਾ ਵਿਛਾ ਦੋ। ਮੀਂਹ ਨੇਰੀ ਤੂਫਾਨ ਆਈ ਜਾਣਾ, ਤੇ ਮੈਂ ਕੀ ਕੀਤਾ ਉੱਪਰ ਛੱਤ ਤੇ ਮਤਲਬ ਕੱਲੀ ਛੱਤ ਪਵਾ ਲਈ ਇੱਕ ਥੰਮਲਾ ਕਢਾ ਕੇ। ਕਈ ਵਾਰ ਵੱਡੇ ਵੱਡੇ ਤੂਫਾਨ ਆਈ ਜਾਂਦੇ, ਬਿਜਲੀ ਚਮਕੀ ਜਾਂਦੀ, ਫੈਮਿਲੀ ਨੇ ਕਹਿਣਾ ਵੀ ਤੂੰ ਅੰਦਰ ਆ ਜਾ, ਤੈਨੂੰ ਡਰ ਨਹੀਂ ਲੱਗਦਾ। ਮੈਂ ਕਹਿਣਾ ਵੀ ਸਾਰਾ ਕੁਝ ਤਾਂ ਖਤਮ ਹੋ ਗਿਆ, ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ, ਬਸ ਮੰਜੇ ਤੇ ਪਈ ਚੁੱਪਚਾਪ। ਇੱਕ ਮੇਰਾ ਪਲੱਸ ਪੁਆਇੰਟ ਹੋਰ ਇਹ ਸੀ ਵੀ ਮੈਂ ਬਾਣੀ ਨਾਲ ਬਹੁਤ ਜੁੜ ਗਈ ਸੀ। ਪਤਾ ਨਹੀਂ ਮੈਨੂੰ ਵਾਹਿਗੁਰੂ ਨੇ ਬਚਾਉਣਾ ਸੀ ਜਾਂ ਉਹ ਉਸ ਟਾਈਮ ਤੇ ਜਿਹੜਾ ਮੈਂ 3-4 ਸਾਲ ਰੱਬ ਦਾ ਨਾਂ ਲਿਆ ਲਗਾਤਾਰ, ਉਹ ਮੈਨੂੰ ਬਚਾ ਗਿਆ। ਸੁਖਮਨੀ ਸਾਹਿਬ ਤੇ ਚੌਪਈ ਸਾਹਿਬ ਲਗਾਤਾਰ, ਪਤਾ ਨਹੀਂ ਕਿੰਨੇ ਕੁ ਸੁਖਮਨੀ ਸਾਹਿਬ ਮੈਂ ਪਈ, ਮਤਲਬ 5 ਅਸਪਦੀਆਂ ਕਰ ਲਈਆਂ, 7 ਅਸਪਦੀਆਂ ਕਰ ਲਈਆਂ, ਫਿਰ ਗੁਟਕਾ ਸਾਹਿਬ ਨੂੰ ਕੋਲੇ ਰੱਖ ਲਿਆ, ਫਿਰ 10 ਕੁ ਮਿੰਟ ਆਰਾਮ ਕੀਤਾ। ਰੋਂਦੀ ਵੀ ਰਹਿੰਦੀ ਸੀ ਤੇ ਪਾਠ ਵੀ ਕਰਦੀ ਰਹਿੰਦੀ ਸੀ। ਅਰਦਾਸ ਕੀ ਕਰਦੇ ਸੀ ਉਦੋਂ? ਕੁਛ ਨਹੀਂ, ਮੈਂ ਤੁਹਾਨੂੰ ਕਿਹਾ ਨਾ ਵੀ ਮੇਰਾ ਸਾਰਾ ਕੁਝ ਖਤਮ ਹੋ ਗਿਆ ਸੀ, ਬਸ ਰੋਂਦੀ ਰਹਿੰਦੀ ਸੀ, ਗੁਟਕਾ ਸਾਹਿਬ ਪੜ੍ਹਦੀ ਰਹਿੰਦੀ ਸੀ। ਕਦੇ ਕਦੇ ਜਦੋਂ ਮੇਰੀ ਬੇਟੀ ਭੱਜ ਕੇ ਮੇਰੇ ਮੰਜੇ ਕੋਲੇ ਆ ਜਾਂਦੀ ਹੁੰਦੀ ਸੀ,
ਕਦੇ ਕਦੇ ਕਹਿੰਦੇ ਹੁੰਦੇ ਸੀ ਵੀ ਜਾਂ ਤਾਂ ਦਿੰਦਾ ਹੀ ਨਾ, ਜਾਂ ਇਹਦੇ ਲਈ ਮੈਨੂੰ ਭਾਵੇਂ ਐਂ ਹੀ ਜਿਉਂਦਾ ਰੱਖ ਜਿਵੇਂ ਮੈਂ ਫਿਰਦੀ ਹਾਂ। ਕਿਉਂਕਿ ਜਦੋਂ ਬੱਚਿਆਂ ਦੀਆਂ ਮਾਵਾਂ ਚਲੀਆਂ ਜਾਂਦੀਆਂ ਨੇ ਨਾ, ਉਦੋਂ ਉਹ ਬੱਚੇ ਵਕਤ ਕਿਵੇਂ ਕੱਢਦੇ ਆ, ਬਹੁਤ ਮੁਸ਼ਕਿਲ ਹੈ, ਬਹੁਤ ਮੁਸ਼ਕਿਲ। ਫਾਦਰ ਸਾਹਿਬ ਦੀ ਡੈਥ ਇਸ ਹਾਦਸੇ ਤੋਂ ਪਹਿਲਾਂ ਹੁੰਦੀ ਕਿ ਉਹ ਵਿਚਕਾਰ ਪਹਿਲਾਂ ਵਿੱਚ? ਪਹਿਲਾਂ। ਇੱਕ ਮੇਰੇ ਕਜ਼ਨ ਬ੍ਰਦਰ ਦੀ ਡੈਥ ਹੋਈ, ਸ਼ੌਂਕ ਐਡਾ ਖੂਬਸੂਰਤ 6 ਫੁੱਟ ਦਾ। ਫਿਰ ਮੇਰੇ ਬ੍ਰਦਰ ਇਨ ਲਾ ਦੀ ਡੈਥ ਹੋਈ, ਉਹ 48 ਕੁ ਸਾਲਾਂ ਦੇ ਸੀਗੇ। ਫਿਰ ਮੇਰੇ ਮਦਰ ਇਨ ਲਾ ਦੀ ਡੈਥ ਹੋਈ 5-6 ਮਹੀਨਿਆਂ ਦੇ ਗੈਪ 'ਤੇ। ਫਿਰ ਮੇਰੇ ਮਾਸੀ ਜੀ ਸੀ, ਉਹ ਸਾਡੀ ਫਰੈਂਡ ਹੀ ਸੀ, ਮਾਸੀ ਨਹੀਂ, 5-4 ਸਾਲਾਂ 7 ਸਾਲਾਂ ਦਾ ਫਰਕ ਸੀ ਸਾਡਾ। ਐਟ ਏ ਟਾਈਮ ਪਤਾ ਲੱਗਿਆ ਸਾਨੂੰ ਵੀ ਉਹਨਾਂ ਦੀ ਪੂਰੀ ਬਾਡੀ 'ਚ ਕੈਂਸਰ ਫੈਲ ਗਿਆ। 5-6 ਮਹੀਨਿਆਂ 'ਚ ਉਹ ਮਤਲਬ ਚਲੇ ਗਏ। ਫਿਰ ਮੇਰੇ ਤੋਂ ਛੋਟੇ ਬ੍ਰਦਰ, ਉਹ ਇੰਨੇ ਕੁ ਸੀਰੀਅਸ ਹੋਏ ਵੀ ਉਹਨਾਂ ਦੇ ਡਾਕਟਰ ਕਹਿੰਦਾ ਫੇਫੜੇ ਖਤਮ ਨੇ, ਹੈ ਨਾ ਜੀ। ਉਹਨਾਂ ਦੀ ਜੌਬ ਬੰਦ ਹੋਈ, ਉਹ ਘਰੇ ਨੇ ਹੁਣ, ਉਹਨਾਂ ਦੇ ਬੱਚੇ ਨੇ, ਉਹਨਾਂ ਦਾ ਪਰਿਵਾਰ ਹੈ। ਡਾਕਟਰ ਕਹਿੰਦੇ ਵੀ ਤੁਸੀਂ ਇਹ ਸੋਚੋ ਵੀ ਇਹ ਤੁਹਾਡੀਆਂ ਅੱਖਾਂ ਸਾਹਮਣੇ ਫਿਰਦਾ ਬਹੁਤ ਆ। ਤੇ ਲੋਕ ਮੈਨੂੰ ਕਮੈਂਟ ਕਰੀ ਜਾਂਦੇ ਵੀ ਤੂੰ ਪ੍ਰੋਗਰਾਮ ਲਾਉਂਦੀ ਫਿਰਦੀ। ਮੈਂ ਉਹ ਕਬੀਲਦਾਰੀਆਂ ਨੂੰ, ਉਹਨਾਂ ਬੱਚਿਆਂ ਨੂੰ ਮੈਂ ਕਿੱਥੇ ਸਿੱਟਾਂ। ਫਿਰ ਮੈਂ ਐਂ ਨਹੀਂ ਕਹਿੰਦੀ ਵੀ ਸ਼ੁਭ ਕਦੇ ਸੋਚਦਾ ਹੋਊ ਵੀ ਜੇ ਮੇਰੇ ਨਾਲ ਹਾਦਸਾ ਹੁੰਦਾ, ਤੇ ਉਹ ਤਾਂ ਲੋਕਾਂ ਨੂੰ ਰੁਜ਼ਗਾਰ ਦੇਣਾ ਚਾਹੁੰਦਾ ਸੀ। ਬਿਲਕੁਲ। ਉਹ ਲੋਕਾਂ ਤੋਂ ਰੁਜ਼ਗਾਰ ਨਹੀਂ ਖੋਣਾ ਚਾਹੁੰਦਾ ਸੀ। ਲੋਕ ਜੇ ਉਹਦੇ ਕੱਟੜ ਫੈਨ ਨੇ, ਫਿਰ ਇੱਕ ਗੱਲ ਜ਼ਰੂਰ ਸੋਚਣ, ਉਹ ਲੋਕਾਂ ਨੂੰ ਨੌਕਰੀ ਰੁਜ਼ਗਾਰ ਦੇਣਾ ਚਾਹੁੰਦਾ ਸੀ, ਲੋਕਾਂ ਤੋਂ ਖੋਣਾ ਨਹੀਂ ਚਾਹੁੰਦਾ ਸੀ। ਤੁਸੀਂ ਫਿਰ ਕਮੈਂਟਾਂ ਰਾਹੀਂ ਰੁਜ਼ਗਾਰ ਖੋਹਦੇ ਕਿਉਂ? ਫਿਰ ਤੁਸੀਂ ਕਿਉਂ ਕਹਿੰਦੇ ਹੋ ਵੀ ਤੁਸੀਂ ਕੰਮ ਤੇ ਕਿਉਂ ਜਾਂਦੇ ਹੋ? ਕਿਸੇ ਦੇ ਘਰ ਬਾਰੇ, ਕਿਸੇ ਦੀ ਗ੍ਰਸਤੀ ਬਾਰੇ ਜਦੋਂ ਆਪਾਂ ਜਾਣੀਏ ਨਾ, ਬਿਨਾਂ ਸੋਚੇ ਸਮਝੇ ਕਮੈਂਟ ਨਹੀਂ ਕਰਨੇ ਚਾਹੀਦੇ। ਤੁਹਾਨੂੰ ਮੈਮ ਉਦੋਂ ਕਦੋਂ ਤਕਲੀਫ ਹੁੰਦੀ ਹੈ ਜਦੋਂ ਜਿੰਨੇ ਚਾਹਣ ਵਾਲੇ ਸੀ ਸਾਰੇ ਤੁਰ ਗਏ, ਫਿਰ ਇੱਕਦਮ ਜਦੋਂ ਸਭ ਨੇ YouTube ਤੇ ਜਿਹੜੇ ਸਾਡੇ ਵਾਲੀ ਯੂਥ ਸੀ ਉਹਨਾਂ ਸਾਰਿਆਂ ਨੇ ਸਰਚ ਕੀਤਾ ਕਿ ਜਸਵਿੰਦਰ ਬਰਾੜ ਮਿਰਜ਼ਾ ਗਾਉਣ ਵਾਲੀ ਹੈ, ਸੁਣੀਏ ਸਹੀ ਇਹਨਾਂ ਨੂੰ ਇੱਕ ਵਾਰ। ਫਿਰ ਉਦੋਂ ਤਕਲੀਫ ਹੋਈ ਕਿ ਜਿਹਨੇ ਇੱਕ ਵਾਰ ਫਿਰ ਤੋਂ ਖੜੀ ਕੀਤਾ ਮੈਨੂੰ ਲਿਆ ਕੇ ਸਾਰੇ ਲੋਕਾਂ ਦੇ ਵਿਚਕਾਰ, ਜੋ ਸਾਡੇ ਵਿਚਕਾਰ ਉਹੀ ਨਹੀਂ ਰਿਹਾ। ਤਕਲੀਫ ਸ਼ਬਦ ਤਾਂ ਛੋਟਾ, ਮੈਂ ਜੇ ਸਮਝਾ ਨਾ ਵੀ ਤਕਲੀਫ ਤਾਂ ਸ਼ਬਦ ਛੋਟਾ। ਮੈਨੂੰ ਇੱਕ ਵਾਰ ਫੇਰ ਤੋਂ ਮੈਂ ਪ੍ਰੋਗਰਾਮ ਲਾ ਕੇ ਵਾਪਸ, ਮੈਂ ਉਧਰੋਂ ਮੇਰੀ ਮੂਵੀ ਦੀ ਸ਼ੂਟਿੰਗ ਸੀ, ਵਿੱਚੋਂ ਮੈਂ ਪ੍ਰੋਗਰਾਮ ਲੌਂਗ ਇਲਾਇਚੀ 2 ਦੀ, ਤੇ ਵਿੱਚੋਂ ਮੈਂ ਪ੍ਰੋਗਰਾਮ ਲਾਉਣ ਆ ਜਾਂਦੀ ਹੁੰਦੀ ਸੀ। ਮੇਰੇ 2 ਪ੍ਰੋਗਰਾਮ ਸੀ, ਮੈਂ ਲਾ ਕੇ ਵਾਪਸ ਆ ਰਹੀ ਸੀ। ਇੱਧਰ ਸੀ ਫਗਵਾੜੇ ਵੱਲ ਪ੍ਰੋਗਰਾਮ, ਤੇ ਮਤਲਬ ਮੇਰੀ ਆਦਤ ਹੈ ਮੈਂ 15-20 ਮਿੰਟਾਂ ਬਾਅਦ ਪ੍ਰੋਗਰਾਮ ਤੋਂ ਬਾਅਦ ਚਾਹ ਜ਼ਰੂਰ ਪੀਂਦੀ ਹਾਂ। ਮੈਂ ਆਪਦੇ ਹਸਬੈਂਡ ਨੂੰ ਕਿਹਾ, ਮੈਂ ਕਿਹਾ ਵੀ ਚਾਹ ਪਿਆ ਦਿਓ, ਬਹੁਤ ਹੈਡੇਕ ਹੋ ਰਿਹਾ, ਕਿਉਂਕਿ ਜੈਪੁਰ ਦਾ ਸਫ਼ਰ ਵੀ ਬਹੁਤ ਲੰਮਾ ਸੀ, ਉੱਥੋਂ ਆ ਕੇ ਪ੍ਰੋਗਰਾਮ ਲਾਉਣਾ ਵੀ ਔਖਾ ਸੀਗਾ। ਇੰਨੇ 'ਚ ਮਤਲਬ ਮੇਰਾ ਭਤੀਜਾ ਪ੍ਰੋਗਰਾਮ 'ਤੇ ਸਾਡੇ ਨਾਲ ਗਿਆ ਸੀ ਉਸ ਦਿਨ, ਤੇ ਉਹਦੇ ਮੂੰਹ 'ਚੋਂ ਨਿਕਲ ਗਿਆ, ਕਹਿੰਦਾ ਵੀ ਸਿੱਧੀ ਤੋਂ ਗੋਲੀ ਲੱਗ ਗਈ। ਮੈਂ ਕਿਹਾ ਹਾਂ, ਮਤਲਬ ਇਹਨਾਂ ਨੇ ਕਿਹਾ ਨਹੀਂ ਨਹੀਂ ਨਹੀਂ, ਉਹ ਸ਼ਰਲਾ ਛੂ ਕੇ ਨਿਕਲ ਗਿਆ। ਮੈਂ ਕਿਹਾ ਸ਼ੁਕਰ ਹੈ ਪਰਮਾਤਮਾ ਦਾ, ਕਿਉਂਕਿ ਇਹਨਾਂ ਨੇ ਮੈਨੂੰ ਚਾਹ ਪਿਆਉਣੀ ਸੀਗੀ। ਅੱਛਾ, ਇਹਨਾਂ ਨੂੰ ਪਤਾ ਲੱਗ ਗਿਆ ਸੀ, ਤੁਹਾਡੇ ਪਤੀ ਨੂੰ ਪਤਾ ਲੱਗ ਗਿਆ ਸੀ? ਹਾਂਜੀ। ਅੱਛਾ। ਤੇ ਕਹਿੰਦੇ ਚਲੋ 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 ਚਾਹ ਪੀ ਲਓ। ਮੈਂ ਚਾਹ ਪੀ ਲਈ, ਪਰ ਮੇਰੇ ਦਿਮਾਗ 'ਚ ਗੱਲ ਰੜਕੀ ਜਾਂਦੀ ਸੀ। ਮੈਂ ਕਿਹਾ ਵੀ ਤੁਸੀਂ ਕਿਸੇ ਨੂੰ ਆਪਾਂ ਫੋਨ ਕਰੀਏ ਵੀ ਸ਼ਰਲਾ ਕਿੰਨਾ ਕੁ ਵੱਜਿਆ, ਇੰਨੀ ਕੁ ਸੱਟ ਵੱਜੀ ਹੈ। ਤੇ ਇੰਨੇ 'ਚ ਮੇਰੇ ਹਸਬੈਂਡ ਦੇ ਅੱਖਾਂ 'ਚੋਂ ਤੇ ਮੇਰੇ ਭਤੀਜੇ ਦੇ ਅੱਖਾਂ 'ਚੋਂ, ਬੱਚੇ ਫੈਨ ਹੀ ਬਾਲੇ ਸੀ ਜੀ, ਰੂਹ ਤੋਂ ਪਿਆਰ ਕਰਦੇ ਸੀ। ਮੇਰਾ ਭਤੀਜਾ ਜਦੋਂ ਉੱਚੀ ਉੱਚੀ ਰੋਣ ਲੱਗ ਗਿਆ, ਕਹਿੰਦਾ ਭੂਆ ਆਪਣਾ ਸ਼ੁਭ ਆਪਣੇ 'ਚ ਨਹੀਂ ਰਿਹਾ। ਵੀ ਇਹ ਲਾ ਲਓ ਵੀ ਜਦੋਂ ਉਸ ਐਕਸੀਡੈਂਟ ਦਾ ਅਸਰ ਸੀ, ਹੁਣ ਥੋੜਾ ਜਿਹਾ ਮੈਨੂੰ ਮੈਨੇਜ ਕਰਨਾ ਆ ਗਿਆ ਸੀ। ਇੱਕਦਮ ਮੈਨੂੰ ਐ ਲੱਗਿਆ ਵੀ ਮੇਰਾ ਹਾਰਟ ਖੜ ਗਿਆ। ਉੱਥੇ ਤੁਸੀਂ ਜਿੱਥੇ ਚਾਹ ਪੀ ਰਹੇ ਸੀ ਉੱਥੇ ਪਤਾ ਲੱਗ ਗਿਆ ਸੀ ਤੁਹਾਨੂੰ? ਉਦੋਂ ਬਾਅਦ ਗੱਡੀ 'ਚ, ਕਿਉਂਕਿ ਮੈਂ ਖਹਿੜਾ ਹੀ ਨਹੀਂ ਛੱਡਿਆ, ਪਤਾ ਕਰ ਲਓ ਪਤਾ ਕਰ ਲਓ, ਹੁਣ ਕੀ ਹਾਲਾਤ ਨੇ ਪਤਾ ਕਰ ਲਓ। ਫਿਰ ਇਹਨਾਂ ਨੂੰ ਦੱਸਣਾ ਪਿਆ ਵੀ ਇਹ ਆਪ ਦਾ ਫੋਨ ਆਨ ਕਰ ਲਊਗੀ, ਵੀ ਜੇ ਅਸੀਂ ਨਹੀਂ ਦੱਸਦੇ ਤਾਂ ਆਪ ਦਾ ਫੋਨ ਆਨ ਕਰ ਲੂ ਜਾਂ ਕਿਸੇ ਨੂੰ ਫੋਨ ਕਰ ਲੂ, ਹੈ ਨਾ। ਫਿਰ ਮੈਂ ਬੰਟੀ ਵੈਸ ਦੇ ਮਿਸਿਸ ਨੇ ਪ੍ਰੀਤ, ਮੈਂ ਉਹਨਾਂ ਨੂੰ ਫੋਨ ਕੀਤਾ, ਉਹ ਵੀ ਰੋਣ ਲੱਗ ਗਏ, ਬਹੁਤ ਉੱਚੀ ਉੱਚੀ ਚੀਕਾਂ ਮਾਰ ਮਾਰ, ਭੂਆ ਜੀ ਆਪਣਾ ਸ਼ੁਭ ਆਪਣੇ ਕੋਲੋਂ ਚਲਿਆ ਗਿਆ। ਫਿਰ ਇਹ ਲਾ ਲਓ ਵੀ ਕੀ ਦੱਸਾਂ, ਜ਼ਿੰਦਗੀ ਦਾ ਕਰੇਜ਼ ਫਿਰ ਦੁਬਾਰਾ ਤੋਂ ਖਤਮ ਹੋ ਗਿਆ ਸੀ। ਰੱਬ ਤੇ ਇੱਕੋ ਸ਼ਿਕਾਇਤ ਸੀ ਵੀ ਜਿਹੜਾ ਮੈਨੂੰ ਪਿਆਰ ਕਰਦਾ, ਜਿਹੜਾ ਮੇਰਾ ਸਤਿਕਾਰ ਕਰਦਾ, ਤੂੰ ਇੰਨੀ ਛੇਤੀ ਮੇਰੇ ਤੋਂ ਕਿਉਂ ਖੋਹ ਲੈਂਦਾ? ਤੇਰੀ ਮੇਰੇ ਨਾਲ ਕੀ ਦੁਸ਼ਮਣੀ ਹੈ? ਮੈਂ ਹੁਣ ਵੀ ਕਹਿੰਦੀ ਹਾਂ, ਕੰਮ ਮੇਰੀ ਨੌਕਰੀ ਹੈ, ਹੈ ਨਾ।
ਜੇ ਮੈਂ ਇਹ ਨਾ ਕਰੂੰਗੀ ਫਿਰ ਮੇਰਾ ਘਰ ਕਿਵੇਂ ਚੱਲੂ? ਜਿਹੜੇ ਆਲੇ ਦਾਲੇ ਮੇਰੇ ਰਿਸ਼ਤੇ ਬੈਠੇ ਆ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਉਸ ਅਕਾਲ ਪੁਰਖ ਨੇ ਮੈਨੂੰ ਦਿੱਤੀਆਂ ਹੋਈਆਂ, ਜੇ ਮੈਂ ਕੰਮ ਤੇ ਨਾ ਆਉਂਗੀ ਫਿਰ ਕੀ ਹੋ ਜਾ? ਵੀ ਕਰੇਜ਼ ਖਤਮ ਹੈ, ਕੱਲਾ ਕੰਮ ਹੈ। ਤੁਸੀਂ ਰੀਸੈਂਟ ਇੱਕ ਸ਼ੋਅ ਲਾ ਰਹੇ ਸੀ, ਤੁਸੀਂ ਉੱਥੇ ਬੋਲ ਰਹੇ ਸੀ ਕਿ ਰੱਬ ਜੇ ਬਗੀਚੀ 'ਚ ਫੁੱਲ ਲਾਉਂਦਾ ਹੈ ਨਾ ਤਾਂ ਵਲੂੰਦਰ ਕੇ ਨਾ ਸੁੱਟਿਆ ਕਰੇ, ਹਾਂ, ਤੋੜ ਕੇ ਸੁੱਟਿਆ ਸੀ। ਉਸ ਸ਼ਬਦ ਨੇ ਮਤਲਬ ਬਹੁਤ ਰਵਾਇਆ ਸੀਗਾ ਜਦੋਂ ਅਸੀਂ ਤੁਹਾਨੂੰ ਲਾਈਵ ਸੁਣਦੇ ਆ ਨਾ। ਵੀ ਜਾਂ ਤਾਂ ਫੁੱਲ ਲਾਵੇ ਹੀ ਨਾ ਪਰਮਾਤਮਾ, ਫਿਰ ਉਹਨੂੰ ਇੰਨੀ ਬੁਰੀ ਤਰੀਕੇ ਨਾਲ ਬਲੂੰਦਰ ਕੇ ਨਾ ਸਿੱਟਿਆ ਕਰੇ, ਕਿਉਂਕਿ ਮਾਲੀ ਉਹਨਾਂ ਨੂੰ ਬੜੇ ਚਾਅ ਨਾਲ ਪਾਲਦਾ। ਮੇਰੀ ਔਲਾਦ ਹੈ ਨਾ, ਮੇਰੀ ਬੇਟੀ ਹੈ, ਹਾਂਜੀ, ਮੈਂ ਲੱਖਾਂ ਸੁਪਨੇ ਦੇਖੀ ਬੈਠੀ ਹਾਂ ਵੀ ਇਹਦਾ ਮੈਂ ਵਿਆਹ ਕਰੂੰਗੀ, ਹੈ ਨਾ, ਇਹਦੇ ਵਿਆਹ ਵੇਲੇ ਮੈਂ ਐਂ ਕਰੂੰ, ਇਹਦੇ ਬੱਚੇ ਹੋਣਗੇ। ਮੈਂ ਹੁਣ ਵੀ ਕਹਿ ਦਿੰਦੀ ਹਾਂ, ਪੁੱਤ ਮੇਰਾ ਕੱਲੀ ਦਾ ਟਾਈਮ ਪਾਸ ਨਹੀਂ ਹੋਣਾ, ਹੈ ਨਾ, ਤੇਰਾ ਬੇਬੀ ਜਲਦੀ ਜਲਦੀ ਕਰ ਲਓ, ਅਸੀਂ ਮੀਆਂ ਬੀਬੀ ਪਾਲ ਲਾਂਗੇ। ਇਹ ਸਾਡੇ ਸੁਪਨੇ ਆ ਨਾ, ਇਹ ਰੱਬ ਨੂੰ ਪਤਾ ਵੀ ਸਾਡੇ ਨਾਲ ਹੋਣਾ ਕੀ ਆ, ਕਿਉਂਕਿ ਹਰ ਪੇਰੈਂਟਸ ਸੁਪਨੇ ਦੇਖਦਾ ਤੇ ਸਾਰਿਆਂ ਨੇ ਸੁਪਨੇ ਦੇਖੇ। ਉਹਦੇ ਪੇਰੈਂਟਸ ਨੇ ਵੀ ਸੁਪਨੇ ਦੇਖੇ ਸੀ। ਜਮਾਂ ਜੋਬਨ ਤੇ ਸੀ ਫੁੱਲ ਖਿੜਿਆ ਹੋਇਆ। ਅੱਜ ਹੀ ਉਹਨਾਂ ਦੀ ਮੰਮਾ ਦਾ ਬਿਆਨ ਵੀ ਆਇਆ, ਕਹਿੰਦੇ ਕਿ ਜਦੋਂ ਮੈਂ ਉਹਨਾਂ ਦੀ ਮੰਗੇਤਰ ਬਾਰੇ ਸੋਚਦੀ ਹਾਂ ਨਾ, ਕਹਿੰਦੇ ਦਿਲ ਨੂੰ ਹੌਲ ਪੈਂਦੇ ਨੇ, ਮੈਨੂੰ ਕੀ ਜਵਾਬ ਦੇਵਾਂ। ਅੱਜ ਹੀ ਬਿਆਨ ਆਇਆ ਉਹਨਾਂ ਦਾ, ਕਹਿੰਦੇ ਲੋਕ ਮੈਨੂੰ ਕਹਿੰਦੇ ਕਿ ਮੈਂ ਸ਼ੇਰਨੀ ਮਾਂ, ਕਹਿੰਦੇ ਪਰ ਮੈਂ ਇਨਸਾਫ ਲਈ ਸ਼ੇਰਨੀ ਬਣੀ ਹਾਂ। ਇੱਕ ਦਿਲ ਦਾ ਹਿੱਸਾ ਇਨਸਾਫ ਮੰਗਦਾ, ਇੱਕ ਦਿਲ ਦੇ ਹਿੱਸੇ 'ਚ ਮਾਂ ਦੇ ਸ਼ੁਭ ਰਹਿੰਦਾ। ਤੇ ਉਹ ਮਾਂ ਕਿੱਥੇ ਟਿਕਦੀ ਹੋਣੀ ਆ, ਉਹਦਾ ਦਿਲ ਕਿੱਥੇ ਟਿਕਦਾ ਹੋਣਾ, ਕੀ ਪਤਾ। ਮੈਂ ਤਾਂ ਇਹ ਸੋਚਦੀ ਵੀ ਪਤਾ ਨਹੀਂ ਕੀ ਕੁਛ ਉਹਦੇ ਦਿਮਾਗ 'ਚ ਤੇ ਉਹਦੇ ਦਿਲ 'ਚ। ਕਈ ਵਾਰ ਤਾਂ ਉਹ ਭੁੱਲ ਹੀ ਜਾਂਦੇ ਆ ਵੀ ਸ਼ੁਭ ਹੈ ਨਹੀਂ। ਉਹ ਗੱਲ ਐਂ ਕਰਦੇ ਆ, ਆਪਾਂ ਸ਼ੁਭ ਦਾ ਐਂ ਕਰਨਾ, ਆਪਾਂ ਸ਼ੁਭ ਦਾ। ਹੁਣ ਜਿਹੜੀਆਂ ਮੂਵਮੈਂਟ ਉਹ ਮਤਲਬ ਜਿਉਂਦੇ ਜੀ ਆਪਾਂ ਕਈ ਵਾਰ ਬੁਰਾ ਨਹੀਂ ਸੋਚਦੇ ਹੁੰਦੇ, ਆਪਾਂ ਕਦੇ ਭੈੜਾ ਸੋਚਦੇ ਹਾਂ। ਹੁਣ ਬਚਪਨ ਤੋਂ ਲੈ ਕੇ ਉਹਨਾਂ ਨੂੰ ਜਦੋਂ ਉਹਨਾਂ ਦੇ ਕੋਲੇ ਬੈਠੀ ਦਾ, ਉਹਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਉਹ ਕਰਦੇ ਆ। ਐਂ ਕਰਦਾ ਹੁੰਦਾ ਸੀ ਭੈਣ ਜੀ, ਐਂ ਕਰਦਾ ਹੁੰਦਾ ਸੀ। ਫਿਰ ਮੇਰੇ ਕੋਲ ਸ਼ਬਦ ਤਾਂ ਹੁੰਦੇ ਹੀ ਨਹੀਂ, ਕਿਉਂਕਿ ਦੁੱਖ ਹੀ ਐਡਾ ਵੱਡਾ। ਜਿੰਨੇ ਆਪਣੇ ਫੌਜੀ ਮਰੇ ਨੇ 20-20 ਸਾਲ ਦੇ, 21-21 ਸਾਲ ਦੇ, ਉਹ ਵੀ ਜਦੋਂ ਮੈਂ ਵੇਖਦੀ ਹਾਂ ਆਪਣੇ ਸਰਹੱਦਾਂ 'ਤੇ ਰਾਖੀ ਕਰਦੇ, ਮੈਂ ਉਹਨਾਂ ਨੂੰ ਸੈਲਿਊਟ ਕਰਦੀ ਹਾਂ ਵੀ ਧੰਨੋ ਸੁਹਾਗਣਾ, ਧੰਨੋ ਮਾਵਾਂ, ਧੰਨੋ ਬਾਪ, ਜਿਹੜੇ ਐਡੇ ਐਡੇ ਦੁੱਖ ਦੇਖਦੇ। ਕਿਉਂਕਿ ਮੈਂ ਇਹਨਾਂ ਦੁੱਖਾਂ 'ਚ ਵਿਚਰੀ ਹਾਂ। ਮੇਰੇ ਬ੍ਰਦਰ ਇਨ ਲਾ ਜਦੋਂ ਗਏ ਅਤੇ ਮੇਰੀ ਮਦਰ ਇਨ ਲਾ 6 ਮਹੀਨਿਆਂ ਦੇ ਅੰਦਰ ਹੀ ਤੁਰ ਗਈ। ਉਹਨਾਂ ਨੇ ਮੇਰੇ ਬ੍ਰਦਰ ਇਨ ਲਾ ਦੀ ਫੋਟੋ ਮੂਹਰੇ ਖੜ੍ਹ ਜਾਣਾ, ਪਰਮ ਤੂੰ ਕਿੱਥੇ ਜਾ ਵੜਿਆ? ਉਹ ਬਾਣੀ ਬਹੁਤ ਪੜ੍ਹਦੇ ਸੀਗੇ। ਪਰਮ ਤੂੰ ਕਿੱਥੇ ਚਲਿਆ ਗਿਆ? ਜ਼ਿਆਦਾ ਗੱਲ ਨਹੀਂ ਕਰਦੇ ਸੀ, ਬਸ ਉਹਦੀ ਫੋਟੋ ਮੂਹਰੇ ਖੜ੍ਹ ਕੇ ਪਰਮ ਤੂੰ ਕਿੱਥੇ ਚਲਿਆ? ਜਾਣ ਦੀ ਤਾਂ ਮੇਰੀ ਉਮਰ ਸੀ, 6 ਮਹੀਨੇ ਨਹੀਂ ਕੱਟੇ, ਚਲੇ ਗਏ। ਮਾਂ ਇੱਕ ਐਸੀ ਚੀਜ਼ ਹੁੰਦੀ, ਔਲਾਦ ਦਾ ਦੁੱਖ ਮਾਂ ਨੂੰ ਖਤਮ ਕਰ ਦਿੰਦਾ। ਜੇ ਉਹ ਦੁਨੀਆ ਤੋਂ ਚਲੇ ਗਿਆ ਤਾਂ ਵੀ ਮਾਂ ਖਤਮ। ਜੇ ਕਿਸੇ ਮਾਂ ਦਾ ਬੱਚਾ ਬੁਰਾ ਨਿਕਲ ਗਿਆ, ਮਾਂ ਤਾਂ ਵੀ ਖਤਮ। ਜੇ ਕਿਸੇ ਮਾਂ ਦੇ ਬੱਚੇ ਨੂੰ ਸਜ਼ਾ ਮਿਲਦੀ ਹੈ, ਮਾਂ ਤਾਂ ਵੀ ਖਤਮ। ਭਾਵੇਂ ਲੋਕ ਲੱਖ ਕਮੈਂਟ ਕਰਕੇ ਕਹੀ ਜਾਣ ਵੀ ਮਾਂ ਪਿਓ ਦਾ ਕਸੂਰ ਹੈ, ਨਹੀਂ। ਮੈਂ ਕਹਿੰਦੀ ਕੋਈ ਮਾਂ ਬਾਪ ਨਹੀਂ ਚਾਹੁੰਦਾ ਵੀ ਉਹਨਾਂ ਦੇ ਕੁੱਖੋਂ ਜੰਮਿਆ ਬੱਚਾ ਗਲਤ ਰਾਹ 'ਤੇ ਪਵੇ। ਇਹ ਸਭ ਪਤਾ ਨਹੀਂ ਕਿਹਦਾ ਕਸੂਰ ਹੈ। ਹੁਣ ਮੈਂ ਸਿੰਗਰ ਹਾਂ, ਮੈਂ ਕਦੇ ਨਹੀਂ ਚਾਹੂੰਗੀ ਵੀ ਮੇਰੀ ਬੱਚੀ ਸਿੰਗਰ ਬਣੇ, ਕਿਉਂਕਿ ਮੈਨੂੰ ਪਤਾ ਇਹ ਬਹੁਤ ਟਫ ਰਾਹ ਹੈ। ਪਰ ਮੈਂ ਉਹਨੂੰ ਬੜੀ ਆਜ਼ਾਦੀ ਨਾਲ ਪਾ ਰਹੀ ਹਾਂ। ਮੈਨੂੰ ਕਹਿੰਦੀ ਹੁੰਦੀ ਆ, ਪੁੱਤ ਤੇਰੇ 'ਤੇ ਬੋਝ ਕੋਈ ਨਹੀਂ, ਪਰ ਉਹਦਾ ਲਾਅ ਵੱਲ ਇੰਟਰਸਟ ਹੈ, ਉਹਨੇ ਉਹ ਲਾਈਨ ਚੁਣ ਲਈ, ਹੈ ਨਾ, ਗੁੱਡ ਹੋਇਆ। ਜਿੱਧਰ ਇੰਟਰਸਟ ਹੁੰਦਾ ਬੱਚਾ ਉੱਧਰ ਚਲਿਆ ਜਾਂਦਾ। ਤੁਸੀਂ ਕਹਿੰਦੇ ਹੋ ਕਿ ਤੁਸੀਂ ਰੀਸੈਂਟ ਜਿਹੜੇ ਸਟੇਜ ਲਗਾਈ ਸੀ ਉੱਥੇ ਮੈਂ ਸੁਣ ਰਹੀ ਸੀ, ਤੁਸੀਂ ਬੋਲ ਰਹੇ ਸੀ ਕਿ ਮੇਰੇ ਬੱਚੇ ਡਰਦੇ ਨੇ, ਕਹਿੰਦੇ ਕਿ ਮੰਮਾ ਤੁਸੀਂ ਹਥਿਆਰ ਲੈ ਕੇ ਜਾਇਆ ਕਰੋ। 1 ਮਹੀਨਾ ਤਾਂ ਬਹੁਤ ਸਹਿਮੇ ਉਹ, ਬਹੁਤ ਜ਼ਿਆਦਾ ਸਹਿਮੇ। ਮੈਂ ਕਿਹਾ ਵੀ ਪੁੱਤ ਸ਼ੁਭ ਦੀ ਡੈਥ ਤੋਂ ਬਾਅਦ ਐਂ ਲੱਗਦਾ ਵੀ ਹਥਿਆਰ ਕੀ ਕਰਨਗੇ। ਉਹਦੇ ਕੋਲ ਕਿਹੜਾ ਹਥਿਆਰਾਂ ਦੀ ਕਮੀ ਸੀ, ਗਨਮੈਨਾਂ ਦੀ ਕਮੀ ਸੀ। ਪਰ ਜਦੋਂ ਉਤਲੇ ਨੇ ਬੁਲਾਵਾ ਦੇਤਾ ਨਾ, ਗਨਮੈਨ ਘਰੇ ਬੈਠੇ ਹੀ ਰਹਿ ਗਏ, ਉਹ ਆਪ ਹੀ ਚਲਿਆ ਗਿਆ ਵੀ ਮੈਂ ਬਸ 5 ਮਿੰਟਾਂ 'ਚ ਆਇਆ ਨਾ।
ਤੁਹਾਡੀ ਲਾਸਟ ਮੁਲਾਕਾਤ ਕਦੋਂ ਹੋਈ ਸੀਗੀ? 5 ਦਿਨ ਪਹਿਲਾਂ ਹੂੰ ਬਠਿੰਡੇ ਕਿਸੇ ਸੈਲੂਨ 'ਚ ਆਇਆ ਹੋਇਆ ਸੀ। ਹੂੰ ਫੋਨ ਕੀਤਾ, ਭੂਆ ਜੀ ਘਰੇ ਨੇ? ਮੈਂ ਕਿਹਾ ਹਾਂ। ਪ੍ਰੋਗਰਾਮ ਤਾਂ ਨਹੀਂ? ਮੈਂ ਕਿਹਾ ਨਹੀਂ, ਮੈਂ ਘਰੇ ਹਾਂ। ਹੂੰ ਰਾਤ ਦੇ 1:30 ਵਜੇ ਤੱਕ ਫੁਲਕਾ ਖਾਧਾ, ਨਾਲ ਗਨਮੈਨ ਸੀ, ਨਾਲ 1-2 ਦੋਸਤ ਸੀਗੇ। ਹੂੰ ਫੁਲਕਾ ਖਾਧਾ, ਜਿਹੜੇ ਨਵੇਂ ਗਾਣੇ ਤਿਆਰ ਕੀਤੇ ਸੀ ਉਹ ਦਿਖਾਏ। ਹੂੰ ਭੂਆ ਜੀ ਆਹ ਵੇਖੋ, ਭੂਆ ਜੀ ਆਹ ਵੇਖੋ। ਮੇਰੇ ਨਾਲ ਬਹੁਤ ਜ਼ਿਆਦਾ ਖੁੱਲ੍ਹ ਕੇ ਗੱਲ ਨਹੀਂ ਕਰਦਾ ਸੀ, ਪਰ ਉਸ ਦਿਨ ਮੈਂ ਹੈਰਾਨ ਸੀ। ਮੈਂ ਕਿਹਾ ਵੀ ਸ਼ੁਭ ਤਾਂ ਗੱਲ ਕਰਨ ਲੱਗ ਗਿਆ। ਬਸ ਮੈਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ, ਹੋਰ ਭੂਆ ਜੀ ਠੀਕ ਹੋ? ਮੈਂ ਕਹਿਣਾ ਹਾਂ ਠੀਕ ਆ, ਓਕੇ ਗੁੱਡ, ਸਾਰਾ ਕੁਝ ਸਹੀ ਹੋਇਆ ਕਰੂ, ਭੂਆ ਜੀ ਘਬਰਾਇਆ ਨਾ ਕਰੋ। ਉਸ ਦਿਨ ਬਹਿ ਕੇ ਕਹਿੰਦਾ ਭੂਆ ਜੀ ਥੋੜਾ ਜਿਹਾ ਨਾ ਦੁਨੀਆਦਾਰੀ 'ਚ ਆ ਜਾਓ। ਮੈਂ ਕਿਹਾ ਪੁੱਤ ਹੁਣ ਤਾਂ ਮੇਰੀ ਬਾਹਲੀ ਲੰਘ ਗਈ, ਥੋੜੀ ਰਹਿ ਗਈ। ਨਹੀਂ ਭੂਆ ਜੀ ਪਤਾ ਨਹੀਂ ਕੀ ਰੁਤਬਾ ਦੇ ਕੇ ਗਿਆ ਮੈਨੂੰ। ਮੇਰੇ ਹਸਬੈਂਡ ਨੂੰ ਕਹਿੰਦਾ ਯੂਨੀਵਰਸਲ ਨੇ ਮੇਰੇ ਭੂਆ ਨਾ, ਮੇਰੀ ਭੂਆ ਦੀ ਗਾਇਕੀ ਖਤਮ ਨਹੀਂ ਹੋ ਸਕਦੀ। ਹੂੰ ਤੇ 15-20 ਮਿੰਟ ਅਸੀਂ ਗੇਟ ਤੇ ਵੀ ਖੜੇ ਰਹੇ, ਹੂੰ ਗੱਲਾਂ ਕਰਦੇ ਰਹੇ। ਭੂਆ ਜੀ ਹੁਣ ਤੁਸੀਂ ਨਵੀਂ ਗੱਡੀ ਲੈ ਲਓ। ਮੈਂ ਕਿਹਾ ਵੀ ਬੇਟੀ ਕੈਨੇਡਾ 'ਚ, ਅਸੀਂ ਹਾਂ ਦੋਨੇ, ਹੂੰ ਨਵੀਂ ਗੱਡੀ ਲੈ ਕੇ ਕੀ ਕਰਨੀ? ਨਹੀਂ ਭੂਆ ਜੀ ਤੁਸੀਂ ਦੂਰ ਦੂਰ ਸਫ਼ਰ ਕਰਦੇ ਹੋ। ਹੂੰ ਪਤਾ ਹੀ ਨਹੀਂ ਸੀ ਵੀ ਇਹ ਮੁਲਾਕਾਤ ਆਖਰੀ ਬਣ ਗਈ। ਤੁਹਾਡੀ ਬੇਟੀ ਨੂੰ ਚਿੜੀ ਕਹਿ ਕੇ ਬੁਲਾਉਂਦੇ ਸੀਗੇ? ਚਿੜੀ, ਕਿਉਂਕਿ ਉਹ ਛੋਟੀ ਹੈ, ਹਲੇ 18 ਸਾਲ ਦੀ ਹੈ। ਹੂੰ ਤੇ ਉਸ ਦਿਨ ਮੈਨੂੰ ਡੇਟ ਉਹਨੂੰ ਪਤਾ ਸੀ ਵੀ ਇਹ ਚਲੀ ਜਾਊਗੀ ਹੂੰ ਅਗਸਤ 'ਚ। ਭੂਆ ਜੀ ਇਕੱਲੀ ਜਾਊਂ? ਮੈਂ ਕਿਹਾ ਨਹੀਂ ਵੀ ਮੈਂ ਜਾਊਂ। ਹਾਂ ਭੂਆ ਜੀ ਚਿੜੀ ਛੋਟੀ ਹੈ ਹਲੇ, ਹੈ ਨਾ, ਇਹਨੂੰ ਦੁਨੀਆ ਦਾ ਪਤਾ ਨਹੀਂ, ਤੁਸੀਂ ਨਾਲ ਜਾਇਓ। ਹੂੰ ਮੈਂ ਵੀ ਇਹ ਲਾ ਲਓ ਵੀ ਮੇਰੇ ਬਾਹਲੇ ਦਿਮਾਗ ਤੁਰੇ ਜਿਹੇ ਫਿਰਦੇ ਆ। ਸਟੇਜ ਵੀ ਲਾਇਆ ਉਹਨੇ ਆ, ਫਿਲਮ ਵੀ ਕਰਤੀ। ਜਿਨ੍ਹਾਂ ਦੀ ਫਿਲਮ 'ਚ ਕੰਮ ਕੀਤਾ, ਹੁਣ ਤੁਸੀਂ ਉਹ ਇੰਟਰਵਿਊ ਕੀਤੀ ਆ, ਹੂੰ ਹੈ ਨਾ, ਇਹ ਥੋੜੀ ਜੌਬ ਹੈ। ਜੀ ਜਿਨ੍ਹਾਂ ਦੀ ਫਿਲਮ 'ਚ ਕੰਮ ਕੀਤਾ ਉਹਨਾਂ ਲਈ ਮੈਂ ਇੰਟਰਵਿਊ ਵੀ ਕਰੂੰਗੀ। ਬਿਲਕੁਲ। ਉਹਨਾਂ ਦਾ ਜੋ ਵਰਕ ਹੈ ਮੈਂ ਸਾਈਨ ਕੀਤੇ ਹੁੰਦੇ ਆ, ਮੈਂ ਉਹਨਾਂ ਨੂੰ ਕੰਪਲੀਟਲੀ ਦੇਵਾਂਗੀ, ਕਿਉਂਕਿ ਉਹਨਾਂ ਦਾ ਕਰੋੜਾਂ ਰੁਪਏ ਦਾ ਖਰਚਾ ਹੋਇਆ ਹੁੰਦਾ। ਫਿਰ ਮੇਰੀ ਇੰਟਰਵਿਊ ਤੇ ਵੀ ਪ੍ਰੋਬਲਮ ਹੈ ਨਾ। ਤੁਸੀਂ ਜੀ ਇੰਟਰਵਿਊ ਕਰਦੇ ਫਿਰਦੇ ਹੋ, ਤੁਸੀਂ ਹੱਸਦੇ ਫਿਰਦੇ ਹੋ। ਜਿਹੜਾ ਬੰਦਾ ਕਮੈਂਟ ਕਰਦਾ ਨਾ, ਮੈਂ ਉਹਨੂੰ ਇਹ ਕਹਿੰਦੀ ਆ ਵੀ ਤੂੰ ਕੀ ਕਰ ਰਿਹਾ ਕਿਸੇ ਲਈ। ਬਿਲਕੁਲ। ਹਾਂ ਮੈਂ ਇੱਕ ਗੱਲ ਕਹਿੰਦੀ ਆ ਵੀ ਦਾਨ ਤੇ ਹਮਦਰਦੀ ਕਦੇ ਵੀ ਦਿਖਾਵੇ 'ਚ ਨਹੀਂ ਹੋਣੀ ਚਾਹੀਦੀ, ਨਹੀਂ ਇਹ ਦੋਨੇ ਖਤਮ ਹੋ ਜਾਂਦੇ ਨੇ। ਜਦੋਂ ਦਾਨ ਕਰਕੇ ਆਪਾਂ ਨਾਂ ਅਨਾਉਂਸ ਕਰਵਾਤਾ ਨਾ ਵੀ ਮੈਂ ਜੀ 500 ਦਿੱਤਾ, ਜਾਂ ਮੈਂ 5000 ਦਿੱਤਾ, ਜਾਂ ਮੈਂ 5 ਲੱਖ ਦਿੱਤਾ, ਉਦੋਂ ਆਪਣੇ 'ਚ ਮੈਂ ਆ ਗਈ। ਆਪਾਂ ਜਦੋਂ ਅਨਾਉਂਸ ਕਰਵਾਤਾ ਨਾ ਵੀ ਜੀ ਮੈਂ ਇੰਨੇ ਪੈਸੇ ਦਿੱਤੇ ਦਾਨ 'ਚ, ਉਦੋਂ ਸਿਆਣੇ ਕਹਿੰਦੇ ਆ ਵੀ ਦਾਨ ਖਤਮ। ਤੇ ਹਮਦਰਦੀ ਵੀ ਇੱਕ ਐਸੀ ਚੀਜ਼ ਹੈ ਵੀ ਮੰਨ ਲਓ ਮੈਂ ਉਹਨਾਂ ਦੇ ਘਰੇ ਚਲੀ ਗਈ, ਮੈਂ ਮਹੀਨੇ 'ਚ 5 ਵਾਰੀ ਚਲੀ ਗਈ, 3 ਵਾਰੀ ਚਲੀ ਗਈ, 2 ਵਾਰੀ ਚਲੀ ਗਈ, ਮੈਂ ਚਲੀ ਗਈ ਸ਼ੁਭ ਦੇ ਘਰੇ ਚਲੀ ਗਈ, ਵੀਰ ਜੀ ਭਾਬੀ ਜੀ ਕੋਲੇ ਚਲੀ ਗਈ, ਮੈਂ ਘਰੇ ਵੜਦੀ ਦੀ ਵੀ ਵੀਡੀਓ ਪਾ ਦਾਂ, ਹਾਂ ਹਨਾ, ਰਾਈਟ। ਮੈਂ ਉਹਨਾਂ ਨੂੰ ਜੱਫੀ ਪਾਉਂਦੀ ਦੀ ਵੀ ਮਤਲਬ ਫੋਟੋ ਪਾ ਦਾਂ, ਵੀਡੀਓ ਬਣਾ ਲਾਂ, ਮੈਂ ਉਹਨਾਂ ਨਾਲ ਗੱਲਾਂ ਕਰਦੀ ਦੀ ਵੀ ਵੀਡੀਓ ਬਣਾ ਲਾਂ, ਫਿਰ ਮੈਂ ਆਉਣ ਲੱਗੀ ਤੁਰਦੀ ਵੀ ਵੀਡੀਓ ਬਣਾ ਲਾਂ। ਇਹ ਤਾਂ ਤੁਸੀਂ ਕੀ ਲਾਓਗੇ? ਹੂੰ ਨਹੀਂ, ਇਹ ਮੇਰੀ ਆਦਤ ਨਹੀਂ ਹੈ। ਇਹਦੇ 'ਚ ਭਾਵੇਂ ਲੋਕ ਮੈਨੂੰ ਐਂ ਕਹੀ ਜਾਣ ਵੀ ਇਹ ਜਾਂਦੀ ਨਹੀਂ, ਓਕੇ, ਇਹ ਮੇਰਾ ਰੱਬ ਜਾਣਦਾ ਜਾਂ ਸ਼ੁਭ ਦੇ ਮਾਂ-ਬਾਪ ਜਾਣਦੇ। ਬਿਲਕੁਲ। ਮੈਂ ਚੌਥੇ ਨੂੰ ਦੱਸ ਕੇ ਕੀ ਲੈਣਾ? ਹੂੰ ਕਿਉਂਕਿ ਉਹਨਾਂ ਦੇ ਕਰੋੜਾਂ ਹਮਦਰਦ ਨੇ, ਬਿਲਕੁਲ। ਕਰੋੜਾਂ ਖਰਬਾਂ, ਪੂਰੀ ਦੁਨੀਆ ਦੇ ਅੰਦਰ ਸ਼ੁਭ ਦੇ ਮੰਮੀ ਪਾਪਾ ਦੇ ਹਮਦਰਦ ਨੇ। ਪੂਰੀ ਦੁਨੀਆ ਸ਼ੁਭ ਬਣ ਕੇ ਉਹਨਾਂ ਦੇ ਨਾਲ ਖੜੀ ਆ। ਹੂੰ ਪਰ ਕਈਆਂ ਨੂੰ ਆਦਤ ਹੁੰਦੀ ਹੈ ਇਹ ਘਸੇ ਪਿੱਟੇ ਕਮੈਂਟ ਕਰਨ ਦੀ। ਬਿਲਕੁਲ। ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ? ਮੰਨ ਲਓ ਹਾਂ ਅੱਜ ਮੈਂ ਸਟੇਜ ਤੇ ਗਈ ਹਾਂ, ਮੈਂ ਜੇ ਉੱਥੇ ਰੋਈ ਜਾਂਦੀ ਹੂੰ ਤੇ ਅਗਲਾ ਕਹਿਣਾ ਸੀ ਬੀਬਾ ਜੀ ਤੁਹਾਨੂੰ ਪੈਸੇ ਦਿੱਤੇ ਆ, ਹੂੰ ਕੰਮ ਕਰੋ ਇੱਥੇ। ਖੁਦ ਆਪਣੇ ਤੇ ਲਾ ਲਓ, ਆਪਣੇ ਘਰੇ ਮੰਨ ਲਓ ਸਰਵੈਂਟ ਕੰਮ ਕਰਨ ਆਉਂਦੀ ਹੈ, ਹੂੰ ਹਨਾ, ਜੇ ਉਹ ਮਹੀਨੇ ਦਾ ਮਹੀਨਾ ਰੋਂਦੀ ਰਹੂ, ਕਿਸੇ ਵੇਲੇ ਮੈਂ ਵੀ ਕਹਿ ਦੂੰ ਹੂੰ ਵੀ ਰਾਜੇ ਤੂੰ ਕਿਸੇ ਵੇਲੇ ਤਾਂ ਹੱਸ ਪਿਆ ਕਰ। ਹੂੰ ਇਹ ਦੁਨੀਆ ਦਾ ਰੂਲ ਹੈ। ਤੇ ਜੋ ਇਹ ਦੁਨੀਆ ਦੇ ਰੂਲਾਂ ਤੋਂ ਸਾਨੂੰ ਅਲੱਗ ਰੂਪ ਕਲਾਕਾਰਾਂ ਨੂੰ ਕਿਉਂ ਦਿੱਤਾ ਜਾਂਦਾ? ਹਾਲਾਂਕਿ ਹਰ ਕਲਾਕਾਰ ਆਇਆ ਸੀ, ਹਰ ਕੋਈ ਵਿਰਲਾ 5-7 ਨੂੰ ਮੈਂ ਨਹੀਂ ਕਹਿ ਸਕਦੀ, ਹੈ ਨਾ, ਪਰ ਮੇਰੀਆਂ ਨਜ਼ਰਾਂ 'ਚ ਸਾਰੇ ਕਲਾਕਾਰ ਆਏ। ਕੁਛ ਕੁ ਕੈਮਰੇ ਦੇ ਸਾਹਮਣੇ ਆ ਗਏ, ਕੁਛ ਕੁ ਨਹੀਂ ਆਏ। ਬਸ ਹਰ ਕਲਾਕਾਰ ਦੀ ਆਪਦੀ ਵੱਖੋ ਵੱਖਰੀ ਸੋਚ ਹੈ। ਗੁਰਦਾਸ ਮਾਨ ਸਾਹਿਬ ਆਏ ਸੀ, ਸਦੀਕ ਸਾਹਿਬ ਆਏ ਸੀ, ਉਹ ਨਾ ਕੋਈ ਇੰਟਰਵਿਊ ਨਾ ਕਿ, ਉਹ ਚੁੱਪਚਾਪ ਰਾਤ ਦੇ ਹਨੇਰੇ 'ਚ ਆਉਂਦੇ ਸੀ, ਉਹਨਾਂ ਨਾਲ ਘੰਟਾ 1.5 ਘੰਟਾ 2-2 ਘੰਟੇ ਗੱਲਾਂ ਕਰਕੇ ਵਾਪਸ। ਉਹ ਕਿਹੜਾ ਕਲਾਕਾਰ ਆ ਬੰਬੇ ਤੱਕ ਦੇ ਜਿਹੜੇ ਨਹੀਂ ਆਏ? ਸਭ ਆਉਂਦੇ ਨੇ,
ਕਿਉਂਕਿ ਉਹਨੇ ਕਮਾਇਆ ਹੀ ਆ ਚੀਜ਼ ਤਾਂ ਕਮਾਈ ਹੈ। ਜੇ ਆਪਾਂ ਹੁਣ ਕਹੀਏ ਵੀ ਅਸੀਂ ਆਸਰਾ ਬਣਨਾ ਮਾਂ-ਬਾਪ ਦਾ, ਉਹ ਆਪਦੇ ਮਾਂ-ਬਾਪ ਨੂੰ ਇੰਨਾ ਕੁਛ ਦੇ ਗਿਆ ਵੀ ਉਹਨਾਂ ਦੇ ਖਾਣੀਆਂ ਤਾਂ ਹੁਣ ਫੁੱਲ ਕੇ ਹੀ ਆ। ਕਹਿੰਦੇ ਬੰਦਾ ਪਹਿਨਦਾ ਖਾਂਦਾ ਕਦੋਂ ਹੁੰਦਾ ਜਦੋਂ ਔਲਾਦ ਸਾਹਮਣੇ ਦਿਸਦੀ ਹੈ। ਹੁਣ ਤਾਂ ਉਹ ਦਿਨੇ ਲੋਕਾਂ ਨਾਲ ਗੱਲਾਂ ਬਾਤਾਂ ਕਰਕੇ ਟਾਈਮ ਕੱਢ ਲੈਂਦੇ, ਦੁੱਖ ਦਰਦ ਆਪਦਾ ਹਲਕਾ ਕਰ ਲੈਂਦੇ। ਕਹਿੰਦੇ ਨੇ ਵੀ ਦਰਦ ਵੰਡਿਆ ਘਟਦਾ, ਤੇ ਰਾਤ ਨੂੰ ਥੱਕ ਟੁੱਟ ਕੇ ਸੌਂ ਜਾਂਦੇ। ਬਿਲਕੁਲ। ਸੋ ਕਿੰਨੀਆਂ ਚੀਜ਼ਾਂ, ਕਿੰਨਾ ਕੁਛ ਸੋਚਿਆ ਹੀ ਨਹੀਂ ਹੁੰਦਾ ਮਾਂ ਪਿਓ ਨੇ। ਸਾਡਾ ਹੱਸਦਾ ਖੇਡਦਾ ਪੁੱਤ ਐਂ ਹੀ ਨਿਕਲ ਗਿਆ। ਉਹਨਾਂ ਨੇ ਕਦੀ ਤੁਹਾਡੇ ਨਾਲ ਸਾਂਝਾ ਕੀਤਾ ਕਿ ਜਦੋਂ ਉਹ ਲਾਸਟ ਟਾਈਮ ਸੀ, ਸਾਰੇ ਕਹਿੰਦੇ ਸੀ ਫਾਦਰ ਸਾਹਿਬ ਵੀ ਮਗਰ ਗੱਡੀ ਲੈ ਕੇ ਗਏ ਨੇ, ਹਾਂ, ਉਹ ਇਹ ਸੱਚ ਸੀਗਾ ਕਿ ਬਿਲਕੁਲ ਬਿਲਕੁਲ ਸੱਚ ਸੀ ਜੀ। ਉਹਦੇ ਪਾਪਾ ਤਾਂ ਪਰੇਸ਼ਾਨੇ ਵਾਂਗੂ ਨਾ ਰਹਿੰਦੇ ਸੀ। ਤੁਹਾਡੇ ਨਾਲ ਵੀ ਕਦੇ ਜ਼ਿਕਰ ਕੀਤਾ ਕਿ ਜਿੱਦਾਂ ਉਹ ਕਹਿੰਦੇ ਧਮਕੀਆਂ ਆਉਂਦੀਆਂ ਨੇ, ਤੁਹਾਡੇ ਨਾਲ ਵੀ ਸਿੱਧੂ ਕਰਦੇ ਸੀ ਗੱਲ ਨਹੀਂ, ਕਿ ਮੈਂ ਤੁਹਾਨੂੰ ਕਹਿਣਾ ਵੀ ਉਹ ਔਰਤ ਜਾਤ ਨਾਲ ਮੇਰਾ ਖਿਆਲ ਬਹੁਤ ਘੱਟ ਗੱਲ ਕਰਦਾ ਸੀ। ਮੇਰੇ ਬੱਚਿਆਂ ਨਾਲ ਗੱਲ ਜ਼ਰੂਰ ਕਰ ਲੈਂਦਾ ਸੀ। ਉਹ ਵੀ ਮਿੰਟ ਤੋਂ ਚਿੜੀ ਨੂੰ ਵੀ ਬਸ ਹਾਂ ਕੀ ਹਾਲ ਆ ਚਿੜੀ, ਠੀਕ ਹੈ, ਪੜ੍ਹਾਈ ਕਿਵੇਂ ਚੱਲ ਰਹੀ ਹੈ, ਜੇ ਜ਼ਿਆਦਾ ਮੇਰਾ ਭਾਂਜਾ ਮੇਰਾ ਬੇਟਾ ਉਹਦੇ ਨਾਲ ਜ਼ਿਆਦਾ ਗੱਲ ਕਰਦਾ ਸੀ। ਉਸ ਤੋਂ ਬਾਅਦ ਉਹਨੇ ਬਾਹਲਾ ਨਹੀਂ ਬੋਲਦਾ ਸੀ। ਸ਼ਾਇਦ ਆਪਦੇ ਯਾਰਾਂ ਦੋਸਤਾਂ 'ਚ ਉਹ ਹੱਸਦਾ ਖੇਡਦਾ ਹੋਵੇ, ਪਰ ਬਾਹਰਲੀ ਦੁਨੀਆ 'ਚ ਉਹ ਬਾਹਲਾ ਨਹੀਂ ਬੋਲਦਾ ਸੀ, ਤੋਲ ਮੋਲ ਕੇ ਬੋਲਦਾ ਸੀ। ਗਾਣਿਆਂ 'ਚ ਬੜਾ ਸੋਹਣਾ ਜਵਾਬ ਦੇ ਦਿੰਦੇ ਸੀ ਸਾਰਿਆਂ ਨੂੰ। ਹਾਂ, ਮੂੰਹ ਸਿੱਧਾ ਨਹੀਂ ਬੋਲਦਾ ਸੀ, ਕਲਮ ਰਾਹੀਂ ਜਵਾਬ, ਕਲਮ ਰਾਹੀਂ ਦਿੰਦੇ ਸੀ ਜਵਾਬ। ਕਲਮ ਰਾਹੀਂ ਵੀ ਜੋ ਲੋਕਾਂ ਨੇ ਉਹਦੇ ਨਾਲ ਕੀਤਾ ਉਹ ਹੀ ਬਿਆਨ ਕਰਦਾ ਸੀ। ਉਹ ਕਿਸੇ ਨੂੰ ਤਾਂ ਮਾੜਾ ਨਹੀਂ ਕਹਿੰਦਾ ਸੀ ਨਾ, ਕਿਸੇ ਨੂੰ ਕੁਝ ਨਹੀਂ ਕਹਿੰਦਾ ਸੀ। ਹੁਣ ਮੰਨ ਲਓ ਮੈਂ ਤੁਹਾਡੇ ਕੋਲੇ ਆਈ ਹਾਂ, ਤੁਸੀਂ ਮੇਰੇ ਨਾਲ ਮਿਸਬਿਹੇਵ ਕਰਤਾ, ਜਾਂ ਮੈਨੂੰ ਲੱਗਿਆ ਵੀ ਤੁਸੀਂ ਮੇਰੇ ਨਾਲ ਆਹ ਕੀਤਾ, ਜਾਂ ਜਿਹੜੇ ਵੀਰ ਜੀ ਵੀਡੀਓ ਬਣਾ ਰਹੇ ਨੇ ਇਹਨਾਂ ਨੇ ਐਂ ਕੀਤਾ, ਮੇਰੇ ਮਨ 'ਚ ਹੋ ਸਕਦਾ ਕਿਸੇ ਵੇਲੇ ਮੈਂ ਗਾਣੇ ਰਾਹੀਂ ਬਿਆਨ ਕਰਦਾ। ਕਹਿੰਦੇ ਲੇਡੀਜ਼ ਹੁੰਦੀਆਂ ਨੇ ਉਹ ਰੋ ਕੇ ਆਪਦਾ ਦਰਦ ਬਿਆਨ ਕਰ ਦਿੰਦੀਆਂ, ਗੱਲ ਲਾ ਕੇ ਬਿਆਨ ਕਰ। ਮਰਦ ਦੀ ਇੱਕ ਫਿਤਰਤ ਆ ਵੀ ਉਹ ਬਹੁਤ ਘੱਟ ਰੋਂਦਾ। ਜਦੋਂ ਮਰਦ ਰੋਂਦਾ ਨਾ, ਇਹ ਸਮਝ ਲਓ ਵੀ ਅਸਹਿ ਕੋਈ ਦਰਦ ਆ। ਔਰਤ ਸੂਖਮ ਦਿਲ ਦੀ ਹੁੰਦੀ ਹੈ, ਉਹ ਤਾਂ ਥੋੜੀ ਜਿਹੀ ਝਿੜਕ ਤੇ ਰੋ ਪੈਂਦੀ ਹੈ। ਤੇ ਉਦਣ ਪਰਛਾਵਾਂ ਮਗਰ ਗਿਆ ਸੀ, ਪਰ ਵਕਤ ਨੇ ਡਾਹ ਨਹੀਂ ਦਿੱਤੀ, ਟਾਇਰ ਪੈਂਚਰ ਹੋ ਗਿਆ। ਜਦੋਂ ਉਹਨੂੰ ਟਾਇਰ ਟੂਰ ਚੜਾਇਆ, ਉਦੋਂ ਨੂੰ ਮੇਰਾ ਖਿਆਲ ਸਾਰਾ ਕੁਝ ਹੋ ਚੁੱਕਿਆ ਸੀ। ਬਿਲਕੁਲ, ਬਹੁਤ ਭਾਵੁਕ ਹੋ ਗਿਆ। ਤੁਸੀਂ ਹਮੇਸ਼ਾ ਉਹਨਾਂ ਦਾ ਗਾਣਾ, ਤੁਸੀਂ ਕਿਹਾ ਸੀ ਸਟੇਜ ਤੇ ਮੈਂ ਜਦੋਂ ਵੀ ਬੰਬੀਹਾ ਗਾਉਂਗੀ ਹੁੱਬ ਕੇ ਗਾਉਂਗੀ, ਪਰ ਅੱਜ ਤੁਹਾਨੂੰ ਤੁਸੀਂ ਕਹਿੰਦੇ ਕਿ ਮੇਰੇ ਅੰਦਰੋਂ ਉਹ ਚੀਜ਼ ਨਿਕਲ ਕੇ ਨਹੀਂ ਆਉਂਦੀ। ਹਾਂ, ਜਦੋਂ ਬੰਬੀਹੇ ਦੇ ਅੰਦਰ ਮੇਰਾ ਨਾਂ ਲਿਆ ਸੀ, ਮਤਲਬ ਮੈਂ ਬੰਬੀਹੇ ਲੋਕ ਸੁਣਦੇ ਬਹੁਤ ਵਾਰ ਸੀ, ਕਈ ਵਾਰ ਤਾਂ 10-10 ਵਾਰ ਪੂਰੀ ਸਟੇਜ ਤੇ ਬੰਬੀਹਾ ਚੱਲੀ ਜਾਂਦਾ ਸੀ। ਮਿਰਜ਼ਾ ਤੇ ਬੰਬੀਹਾ, ਜਦੋਂ ਮਿਰਜ਼ੇ ਬਾਰੇ ਬੋਲਦਾ ਸੀ, ਲੋਕ ਦੋ ਚੀਜ਼ਾਂ ਨੂੰ ਜ਼ਿਆਦਾ ਸੁਣਦੇ ਸੀ, ਮਿਰਜ਼ਾ ਤੇ ਬੰਬੀਹਾ। ਬਾਕੀ ਮੇਰੇ ਲੋਕ ਤੱਥਾਂ ਨੂੰ ਸੁਣਨ, ਪਰ ਜ਼ਿਆਦਾ ਟਾਈਮ ਇਹ ਦੋਨੋਂ ਚੀਜ਼ਾਂ ਚੱਲਦੀਆਂ ਸੀਗੀਆਂ। ਤੇ ਉਦੋਂ ਮੈਂ ਬੜੇ ਜੋਸ਼ ਨਾਲ ਗਾਉਂਦੀ ਸੀ, ਅੰਦਰੋਂ ਨੂਰ ਹੀ ਚੜੀ ਜਾਣਾ, ਜਿੰਨੇ ਵਾਰੀ ਬੰਬੀਹਾ ਗਾਈ ਜਾਣਾ, ਹੈ ਨਾ। ਹਾਂ, ਇੰਨੇ ਵਾਰੀ। ਹੁਣ ਉਦੋਂ ਜ਼ਿਆਦਾ ਫਰਮਾਇਸ਼ਾਂ ਆਉਂਦੀਆਂ ਨੇ। ਅੱਜ ਵੀ ਮੈਂ ਸਟੇਜ 'ਤੇ ਹਲੇ ਗਈ ਸੀ, ਮੈਡਮ ਜੀ ਸ਼ੁਭ ਦੇ ਜਿੰਨੇ ਵੀ ਗੀਤ ਯਾਦ ਹੈ ਤੁਸੀਂ ਗਾਉਣੇ ਜ਼ਰੂਰ ਹੈ। ਜਿੰਨੇ 2 ਗੀਤ ਮੇਰੇ ਪੂਰੇ ਯਾਦ ਸੀ, ਇੱਕ ਮੇਰੇ ਅੱਧਾ ਯਾਦ ਸੀ, ਹੈ ਨਾ। ਮੈਂ ਉਹਨਾਂ ਦੀ ਖੁਸ਼ੀ ਪੂਰੀ ਕੀਤੀ। ਇਸ ਟਾਈਮ ਮੈਂ ਜਿੰਨੀਆਂ ਸਟੇਜਾਂ ਲਾ ਰਹੀ ਹਾਂ ਨਾ, ਮੈਂ ਸੋਚਦੀ ਹਾਂ ਜਸਵਿੰਦਰ ਬਰਾੜ ਨਹੀਂ ਲਾ ਰਹੀ, ਮੈਂ ਨਹੀਂ ਲਾ ਰਹੀ, ਕਿਉਂਕਿ ਸੁਣਦੇ ਤਾਂ ਸਿੱਧੂ ਮੂਸੇਵਾਲੇ ਨੂੰ ਹੈ। ਇਹ ਸਟੇਜਾਂ ਸਿੱਧੂ ਮੂਸੇਵਾਲੇ ਦੀਆਂ ਨੇ। ਜੇ ਜਸਵਿੰਦਰ ਬਰਾੜ ਦੀ ਸਟੇਜ ਹੋਵੇ ਤਾਂ ਜਸਵਿੰਦਰ ਬਰਾੜ ਆਪਦੇ ਗੀਤ ਗਾਵੇ। ਜਿਹੜੀਆਂ ਅੱਜ ਕੱਲ੍ਹ ਮੈਂ ਸਟੇਜਾਂ ਲਾ ਰਹੀ ਹਾਂ ਨਾ ਸ਼ੁਭ ਦੇ ਜਾਣ ਤੋਂ ਬਾਅਦ, ਇਹ ਸ਼ੁਭ ਦੀਆਂ ਸਟੇਜਾਂ ਨੇ। ਕਿਉਂ? ਕਿਉਂਕਿ ਲੋਕ ਉਹਦੇ ਗੀਤ ਸੁਣਨਾ ਚਾਹੁੰਦੇ ਨੇ। ਭਾਵੇਂ ਅਸੀਂ ਉਹਦੇ ਵਰਗਾ ਨਹੀਂ ਗਾ ਸਕਦੇ, ਉਹਦੀ ਫੀਲਿੰਗਸ ਜਿਹੜੀਆਂ ਸੀਗੀਆਂ ਉਹ ਅਸੀਂ ਨਹੀਂ ਦੇ ਸਕਦੇ, ਪਰ ਸਰੋਤੇ ਨੂੰ ਪਿਆਰ ਹੀ ਇੰਨਾ ਕਰਦੇ ਆ, ਸਾਨੂੰ ਮਜਬੂਰ ਬਸ ਉਹਦੇ ਗੀਤ ਬਾਰ ਬਾਰ ਗਾਉਣੇ ਪੈਂਦੇ। ਹਾਲਾਂਕਿ ਦਿਲ ਦੁਖੀ ਹੁੰਦਾ ਕਿ ਮੈਂ ਉਹਦਾ ਗਾਣਾ ਬਹੁਤ ਸੁਣਦੀ ਹੁੰਦੀ ਹਾਂ। ਹੁਣ ਜਾ ਕੇ ਪਤਾ ਲੱਗਿਆ ਵੀ ਅੰਦਰ ਕਿੰਨਾ ਦਰਦ ਸਮੇਟੀ ਬੈਠਾ ਸੀ। ਆਸੇ ਪਾਸੇ ਮੇਲੇ ਨੇ ਪਰ ਮੇਰਾ ਜੀ ਨਹੀਂ ਲੱਗਦਾ। ਮੈਨੂੰ ਸੁਣਾਓਗੇ ਤੁਸੀਂ? ਨਹੀਂ, ਮੈਨੂੰ ਯਾਦ ਨਹੀਂ। ਥੋੜਾ ਆਸੇ ਪਾਸੇ ਮੇਲੇ ਨੇ ਮੇਰਾ ਜੀ ਨਹੀਂ ਲੱਗਦਾ,
ਉਹਨੂੰ ਮਤਲਬ ਆਪਦੀ ਫੀਲਿੰਗ ਦਿੱਤੀਆਂ ਵੀ ਸਾਰਾ ਕੁਝ ਸਹੀ ਹੈ ਹੈਨਾ। ਮੇਰੇ ਕੋਲ ਦੋ ਫੋਨ ਆ ਵੀ ਮੈਂ ਕਿਹਨੂੰ ਕਰਾਂ, ਸਾਰਾ ਸਾਰਾ ਸਿਸਟਮ ਸਹੀ ਹੈ, ਪਰ ਫਿਰ ਵੀ ਮੇਰਾ ਜੀ ਨਹੀਂ ਲੱਗਦਾ। ਵੀ ਕੋਈ ਮੈਨੂੰ ਵੀਕ ਨਾ ਸਮਝ ਲੇ ਵੀ ਕਮਜ਼ੋਰ ਹੋ ਗਿਆ। ਇਸ ਗਾਣੇ 'ਚ ਕਿਹਾ ਵੀ ਮੈਂ ਹੱਸਦਾ ਰਹਿਣਾ, ਤੇ ਉਹ ਲੈਣਾ ਮੈਨੂੰ ਆਪਦੇ ਤੇ ਢੁੱਕਦੀਆਂ ਲੱਗੀਆਂ। ਮੈਂ ਸ਼ੁਰੂ ਤੋਂ ਹੀ ਇਹ ਸੋਚਦੀ ਸੀ ਨਾ ਵੀ ਮੈਨੂੰ ਕੋਈ ਕਮਜ਼ੋਰ ਨਾ ਸਮਝ ਲੇ। ਮੈਂ ਸਟੇਜ ਤੇ ਬਹੁਤ ਹੱਸਦੀ, ਬਹੁਤ ਹੱਸਦੀ। ਉਹ ਕੁਛ ਉਹਦਾ ਦਰਦ ਹੈ, ਤੇ ਜਦੋਂ ਮੈਂ ਪੂਰਾ ਸੁਣਦੀ ਹਾਂ ਉਸ ਗਾਣੇ ਨੂੰ ਮੈਨੂੰ ਐਂ ਲੱਗਦਾ ਵੀ ਕਿਤੇ ਨਾ ਕਿਤੇ ਉਸ ਗਾਣੇ 'ਚ ਮੈਂ ਵੀ ਬੋਲਦੀ ਹਾਂ। ਸਹੀ ਗੱਲ ਹੈ। ਮੈਂ ਵੀ ਕਹਿੰਦੀ ਹਾਂ ਵੀ ਮੇਰੇ ਆਸੇ ਪਾਸੇ ਮੇਲੇ ਹੈ, ਪਰ ਮੇਰਾ ਜੀ ਨਹੀਂ ਲੱਗਦਾ, ਸੱਚੀ ਜੀ ਨਹੀਂ ਲੱਗਦਾ। ਕਿ ਵਿਸ਼ਵਾਸ ਜਿਹਾ ਨਹੀਂ ਉੱਠ ਜਾਂਦਾ ਹੁੰਦਾ ਵੀ ਕੁਛ ਵੀ ਹੋ ਸਕਦਾ, ਵੀ ਬਾਰ-ਬਾਰ ਰੱਬ ਮੇਰੀ ਪ੍ਰੀਖਿਆ ਹੀ ਕਿਉਂ ਲੈਂਦਾ। 7-8 ਸਾਲਾਂ ਦੀ ਸੀ ਜਦੋਂ ਤੋਂ ਲੈਣ ਲੱਗਿਆ ਪ੍ਰੀਖਿਆ। ਜਦੋਂ ਐਂ ਜੇ ਲੱਗਦਾ ਨਾ ਵੀ ਜ਼ਿੰਦਗੀ 'ਚ ਫੁੱਲ ਖੇੜੇ ਆ, ਕੁਛ ਹੁਣ ਜ਼ਿੰਦਗੀ 'ਚ ਨਵਾਂ ਕਰੂੰ, ਕਿਉਂਕਿ ਮੈਨੂੰ ਆਪਦੀ ਸਟੇਜ ਨਾਲ ਬਹੁਤ ਪਿਆਰ ਹੈ। ਜਦੋਂ ਰੱਬ ਦਿੰਦਾ ਵੀ ਛਾਪੜ ਪਾੜ ਕੇ, ਤੇ ਖੋਹਦਾ ਇੰਨੇ ਬੁਰੇ ਤਰੀਕੇ ਨਾਲ ਆ ਨਾ ਮੇਰੇ ਤੋਂ, ਫਿਰ ਮੈਂ ਢਹਿ ਜਾਂਦੀ, ਡਿੱਗ ਜਾਂਦੀ। ਦਿਲ ਪਹਿਲਾਂ ਜਾ ਨਹੀਂ ਰਿਹਾ, ਹੁਣ ਹੋਰ ਹੋ ਗਿਆ। ਦਿਲ ਪਹਿਲਾਂ ਜਾ ਨਹੀਂ ਰਿਹਾ, ਹੁਣ ਹੋਰ ਹੋ ਗਿਆ। ਵੇਖੇ ਦੁਨੀਆ ਦੇ ਰੰਗ, ਵੇਖੇ ਦੁਨੀਆ ਦੇ ਰੰਗ, ਵੇਖੇ ਦੁਨੀਆ ਦੇ ਰੰਗ, ਇਹ ਕਠੋਰ ਹੋ ਗਿਆ। ਦਿਲ ਪਹਿਲਾਂ ਜਾ ਨਹੀਂ ਰਿਹਾ, ਹੁਣ ਹੋਰ ਹੋ ਗਿਆ। ਸੱਚੀ ਹੋਰ ਹੋ ਗਿਆ। ਸਾਂਭਦੇ ਕਿਵੇਂ ਆਪਣੇ ਆਪ ਨੂੰ ਤੁਸੀਂ? ਮੈਂ ਕਿਵੇਂ ਸਾਂਭਦੀ ਹਾਂ? ਮੁਸ਼ਕਿਲ ਹੈ, ਬਹੁਤ ਮੁਸ਼ਕਿਲ ਹੈ। ਮੇਰਾ ਪਰਿਵਾਰ ਮੇਰੇ ਨਾਲ ਹੈ। ਹੋਰ ਵੀ ਮੇਰੀ ਜ਼ਿੰਦਗੀ ਦੀਆਂ ਬਹੁਤ ਟ੍ਰੈਜਡੀਆਂ ਨੇ। ਇਹਨਾਂ ਦੁੱਖਾਂ ਤੋਂ ਇਲਾਵਾ ਵੀ ਹੋਰ ਵੀ ਵੱਡੇ ਵੱਡੇ ਦੁੱਖ ਮੇਰੀ ਲਾਈਫ ਦੇ ਅੰਦਰ ਨੇ। ਜ਼ਰੂਰੀ ਨਹੀਂ ਵੀ ਇੱਕ ਕਲਾਕਾਰ ਪੈਣ ਪੱਚਰ ਕੇ ਗੱਡੀ 'ਚ ਜਾ ਕੇ ਗਾਇਆ ਆ, ਨੱਚਿਆ ਆ, ਕੁੱਦਿਆ ਆ। ਮੇਰੀ ਲਾਈਫ 'ਚ ਹੋਰ ਵੀ ਬਹੁਤ ਕੁਛ ਆ, ਬਹੁਤ ਕੁਛ ਆ। ਪਰ ਮੈਂ ਇੰਨੀ ਸਬਰ ਵਾਲੀ ਲੇਡੀ ਪਰਮਾਤਮਾ ਨੇ ਬਣਾਈ ਹੈ ਨਾ, ਮਜਾਲ ਹੈ ਗੇਟੋਂ ਬਾਹਰ ਮੇਰੇ ਚਿਹਰੇ ਦੀ ਮੁਸਕਾਨ ਤੋਂ ਬਾਅਦ ਕੋਈ ਮੇਰੇ ਪਿਛਲੇ ਹਿੱਸੇ ਨੂੰ ਦੇਖ ਜੇ। ਆਈ ਤਾਂ ਜ਼ਿੰਦਗੀ। ਰੱਬ ਨੇ ਔਰਤ ਨੂੰ ਐਵੇਂ ਦੀ ਕਿਉਂ ਬਣਾਇਆ ਹੈ? ਪਤਾ ਨਹੀਂ, ਮੈਂ ਹੈਰਾਨ ਹੁੰਦੀ ਹਾਂ ਵੀ ਔਰਤ 'ਚ ਇੰਨੀ ਕੈਪੈਸਿਟੀ, ਔਰਤ 'ਚ ਇੰਨਾ ਪੇਸ਼ੈਂਸ ਰੱਬ ਨੇ ਦਿੱਤਾ ਕਿੱਥੋਂ? ਕਦੇ ਉਹ ਕਿਹਦੇ ਬਾਰੇ ਸੋਚ ਲੈਂਦੀ ਹੈ, ਕਦੇ ਉਹ ਕਿਸੇ ਬਾਰੇ ਸੋਚ ਲੈਂਦੀ ਹੈ ਵੀ ਨਹੀਂ ਜੇ ਮੈਂ ਆਹ ਸਟੈਪ ਚੱਕ ਲਿਆ ਤਾਂ ਉਹਦਾ ਨੁਕਸਾਨ ਹੋ ਜੂ, ਜੇ ਮੈਂ ਆਹ ਸਟੈਪ ਚੱਕ ਲਿਆ ਤਾਂ ਉਹਦਾ ਨੁਕਸਾਨ। ਉਹ ਸਾਰੀ ਜ਼ਿੰਦਗੀ ਸੋਚ ਸੋਚ ਕੇ ਹੀ ਕੱਢ ਦਿੰਦੀ ਆ। ਜਿਹੜੀ ਔਰਤ ਆ, ਜਿਹੜੀ ਔਰਤ ਹੈ ਸਹੀ ਮਾਇਨੇ 'ਚ ਔਰਤ ਕਹਾਉਣ ਦੇ ਕਾਬਲ ਹੈ, ਮੈਂ ਉਸ ਔਰਤ ਦੀ ਗੱਲ ਕਰਦੀ ਹਾਂ। ਸਾਰੀ ਜ਼ਿੰਦਗੀ ਉਹ ਆਈਂ ਕੱਢ ਲੈਂਦੀ ਹੈ, ਅਖੀਰ 'ਚ ਕੀ ਮਿਲਦਾ? ਜੇ ਤਾਂ ਆਪਦੇ ਆਪ ਨੂੰ ਮਾਰ ਲਓ, ਖਤਮ ਕਰ ਲਓ ਹੈ ਨਾ ਜੀ, ਦੁਨੀਆ ਸਾਹਮਣੇ ਹੱਸੀ ਜਾਓ ਤੇ ਐਂ ਸਿਰ ਹਿਲਾਈ ਚੱਲੋ ਕੱਲਾ, ਫਿਰ ਲੋਕ ਕਹਿੰਦੇ ਕਿਆ ਬਾਤ, ਸੰਸਕਾਰੀ ਕੁੜੀ ਹੈ ਨਾ, ਕਿਆ ਬਾਤ ਹੈ ਯਾਰ। ਜਦੋਂ ਜਨਾਨੀ ਨੇ ਇੱਕ ਵਾਰੀ ਐਂ ਸਿਰ ਹਿਲਾਤਾ, ਇਹ ਤਾਂ ਬੇਅਕਲੇ ਘਰ ਦੀ ਕੁੜੀ, ਇਹਦੇ ਮਾਂ ਪਿਓ ਨੇ ਇਹਨੂੰ ਮੱਤ ਹੀ ਨਹੀਂ ਦਿੱਤੀ, ਇਹਨੂੰ ਸੰਸਕਾਰ ਹੀ ਨਹੀਂ ਦਿੱਤੇ। ਦੁਨੀਆ ਦੋਗਲੀ ਹੈ। ਜੇ ਤਾਂ ਕੋਈ ਲੇਡੀਜ਼ ਸੁਸਾਈਡ ਕਰਦੀ ਆ, ਫਿਰ ਥੱਲੇ ਵੱਡੇ ਵੱਡੇ ਕਮੈਂਟ ਕਰਦੇ ਸੁਸਾਈਡ ਕਿਉਂ ਕੀਤਾ, ਪੁਲਿਸ 'ਚ ਜਾਂਦੀ ਹੈ ਨਾ, ਕਾਨੂੰਨ ਦਾ ਸਹਾਰਾ ਲੈਂਦੀ, ਆਂਢ ਗੁਆਂਢ ਨੂੰ ਦੱਸਦੀ, ਆਪਦੇ ਰਿਸ਼ਤੇਦਾਰਾਂ ਨੂੰ ਦੱਸਦੀ। ਜੇ ਕੋਈ ਲੇਡੀ ਪੁਲਿਸ ਦੇ ਅੰਦਰ ਜਾਂਦੀ ਹੈ, ਆਂਢ ਗੁਆਂਢ ਨੂੰ ਦੱਸਦੀ ਹੈ, ਰਿਸ਼ਤਿਆਂ ਨੂੰ ਦੱਸਦੀ ਹੈ, ਫਿਰ ਇਹ ਬਦਤਮੀਜ਼ ਹੈ। ਇਹਦੇ ਮਾਂ ਪਿਓ ਨੇ ਇਹਨੂੰ ਸੰਸਕਾਰ ਨਹੀਂ ਸਿਖਾਏ। ਦੋ ਪਾਸੇ ਦੰਦੇ ਆ, ਇਹਨਾਂ ਦੋ ਪਾਸਿਆਂ ਦੇ ਦੰਦਿਆਂ 'ਚ ਰਹਿਣਾ ਮੁਸ਼ਕਿਲ ਹੋਇਆ ਪਿਆ। ਮੈਨੂੰ ਟਫ ਲੱਗਦਾ ਦੋ ਪਾਸਿਆਂ ਦੇ ਦੰਦਿਆਂ 'ਚ, ਕਿਉਂਕਿ ਵਕਤ ਦੇ ਨਾਲ, ਉਮਰ ਦੇ ਨਾਲ ਪੇਸ਼ੈਂਸ ਵੀ ਜਵਾਬ ਦੇ ਜਾਂਦਾ। ਇਹ ਦੁਨੀਆ ਨਾ
ਦੋ ਪਾਸੇ ਦੰਦੇ ਵੀ ਘੱਟ ਆ ਦੁਨੀਆ ਦੇ, ਤੇ ਚਾਰੇ ਪਾਸੇ ਦੰਦੇ, ਚਾਰੇ ਪਾਸੇ ਦਿੰਦੇ ਆ। ਚਾਰੇ ਪਾਸੇ ਦੋ ਪਾਸੇ ਦੰਦੇ ਤਾਂ ਮਿਸਾਲ ਹੁਣ ਕੱਟ ਦੋ ਵੀ ਦੁਨੀਆ ਦੇ ਦੋ ਪਾਸੇ ਦੰਦੇ, ਉਸ ਦੁਨੀਆ 'ਚ ਮੈਂ ਵੀ ਹਾਂ, ਹੈ ਨਾ, ਤੁਸੀਂ ਵੀ ਹੋ, ਆਸੇ ਪਾਸੇ ਵਾਲੀ ਵੀ ਹੈ। ਇਹ ਨਹੀਂ ਵੀ ਮੈਂ ਬੋਲ ਰਹੀ ਹਾਂ ਤਾਂ ਦੁਨੀਆ ਸਾਹਮਣੇ ਵਾਲੀ ਹੈ, ਦੁਨੀਆ ਦਾ ਇੱਕ ਹਿੱਸਾ ਮੈਂ ਵੀ ਹਾਂ। ਆਪਣੇ ਚਾਰੇ ਪਾਸੇ ਦੰਦੇ ਨੇ, ਦੋ ਪਾਸੇ ਨਹੀਂ। ਇਸ ਕਰਕੇ ਜਿਹੜਾ ਬੰਦਾ ਇਸ ਦੁਨੀਆ 'ਚ ਆਪਦੇ ਆਪ ਨੂੰ ਮਾਰ ਕੇ ਜੀ ਗਿਆ, ਉਹਨੇ ਉਹਨੂੰ ਪਾ ਲਿਆ। ਜਿਹੜਾ ਡੋਲ ਗਿਆ ਉਹ ਖਤਮ। ਐਂ ਲੱਗਦਾ ਕਿ ਜਦੋਂ ਅਸੀਂ ਆਪ ਕਦੇ ਕਿਸੇ ਨੂੰ ਚੁੰਡੀ ਵੱਢਦੀ ਹੈ ਜਾਂ ਚਪੇੜ ਵੀ ਬੱਚੇ ਨੂੰ ਮਾਰਦੀ ਹੈ, ਅੰਦਰੋਂ ਨਾ ਫਿਰ ਸੌਰੀ ਫੀਲ ਕਰਨ ਦਾ ਮਨ ਕਰ ਪੈਂਦਾ, ਹਾਏ ਅਸੀਂ ਕਿਸ ਨੂੰ ਥੱਪੜ ਮਾਰਤਾ, ਹਨਾ। ਪਰ ਜਦੋਂ ਕੋਈ ਆ ਕੇ ਕਿਸੇ ਨੂੰ ਮਾਰ ਹੀ ਦੇਵੇ, ਕਿ ਉਹਨੂੰ ਰਾਤ ਨੂੰ ਨੀਂਦ ਆ ਜਾਂਦੀ ਹੋਊਗੀ। ਵੱਖੋ ਵੱਖਰੇ ਦਿਮਾਗ ਨੇ। ਕਈ ਬੰਦੇ ਰਾਤ ਨੂੰ ਕੁੱਟ ਕੇ ਹੀ ਜਨਾਨੀ ਨੂੰ ਸੌਂਦੇ ਨੇ, ਰਿਲੈਕਸ ਹੋ ਕੇ ਸੌਂਦੇ ਨੇ। ਤੇ ਕਈ ਆਪਦੀ ਭਾਵੇਂ ਉਹ ਬੇਟੀ ਹੈ, ਭਾਵੇਂ ਉਹ ਭੈਣ ਹੈ, ਭਾਵੇਂ ਉਹ ਮਾਂ ਹੈ, ਭਾਵੇਂ ਉਹ ਘਰ ਵਾਲੀ ਹੈ, ਕਈ ਉਹਨਾਂ ਕੋਲੇ ਬਹਿ ਕੇ ਉਹਨਾਂ ਦਾ ਦੁੱਖ ਸੁੱਖ ਪੁੱਛ ਕੇ, ਉਹਨਾਂ ਦੀਆਂ ਲੋੜਾਂ ਪੁੱਛ ਕੇ ਸੌਂਦੇ ਨੇ, ਤੇ ਕਈ ਕੁੱਟ ਕੇ ਹੀ ਸੌਂਦੇ। ਵੱਖੋ ਵੱਖਰਾ ਦਿਮਾਗ ਹੈ ਨਾ। ਸ਼ਾਇਦ ਉਹਨਾਂ ਦਾ ਦਿਮਾਗ ਕਿਸੇ ਨੂੰ ਮਾਰ ਕੇ ਸਕੂਨ ਚਾਹੁੰਦਾ ਹੋਵੇ, ਪਰ ਕਹਿੰਦੇ ਬੁਰਾਈ ਦਾ ਸਕੂਨ ਬਹੁਤਾ ਚਿਰ ਨਹੀਂ ਰਹਿੰਦਾ ਹੁੰਦਾ। ਬੁਰਾਈ ਦਾ ਸਕੂਨ ਹੈ ਨਾ ਜਿਹੜਾ, ਮੰਨ ਲਓ ਮੈਂ ਹੁਣ ਥੋੜੇ ਚਪੇੜ ਮਾਰਤੀ, ਮੈਂ ਸੋਚਾਂ ਵੀ ਹਾਂ ਚਪੇੜ ਮਾਰ ਕੇ ਮੈਨੂੰ ਸਕੂਨ ਆ ਗਿਆ, ਹਾਂ ਮੈਂ ਭਰੀ ਦੁਨੀਆ ਸਾਹਮਣੇ ਥੋੜੇ ਚਪੇੜ ਮਾਰੀ, ਮੈਨੂੰ ਸਕੂਨ ਆ ਗਿਆ। ਪਰ ਇਹਦਾ ਇੱਕ ਪਲੜ ਹੈ, ਮੇਰੇ ਦਿਲ ਨੂੰ ਸਕੂਨ ਆ ਗਿਆ। ਦੂਜੇ ਪਲੜੇ 'ਚ ਕੀ ਹੈ, ਉਹ ਉਸ ਅਕਾਲ ਪੁਰਖ ਨੂੰ ਪਤਾ। ਜਿਹੜੀ ਮੈਂ ਥੋੜੇ ਚਪੇੜ ਮਾਰੀ, ਉਹਦੀ ਸਜ਼ਾ ਤਾਂ ਕਿਤੇ ਨਾ ਕਿਤੇ ਮਿਲਣੀ ਹੈ। ਹਾਂ, ਇਨਸਾਨ ਕਾਲਾ ਹੁੰਦਾ, ਆਪਣੇ ਮਨ 'ਚ ਛੇਤੀ ਆਏ ਹੁੰਦਾ ਵੀ ਹਾਏ ਉਹਨੇ ਸਾਡੇ ਨਾਲ ਆਹ ਕੀਤਾ, ਉਹਨੂੰ ਰੱਬ ਸਜ਼ਾ ਕਿਉਂ ਨਹੀਂ ਦੇ ਰਿਹਾ, ਤੇ ਉਹਨੂੰ ਕੀ ਪਤਾ ਸਜ਼ਾ ਕਿਸ ਤਰੀਕੇ ਦੀ ਦੇਣੀ ਹੈ, ਆਪਾਂ ਨੂੰ ਨਹੀਂ ਪਤਾ। ਉਹਦੀਆਂ ਗੁੱਝੀਆਂ ਰਮਜ਼ਾਂ ਨੂੰ ਆਪਾਂ ਸਮਝ ਹੀ ਨਹੀਂ ਸਕਦੇ। ਮੈਂ ਨਹੀਂ ਸਮਝ ਸਕੀ, ਅੱਜ ਤੱਕ ਨਹੀਂ ਸਮਝ ਸਕੀ ਵੀ ਉਹ ਕਿਸ ਗੱਲ 'ਤੇ ਖੁਸ਼ ਆ। ਇੱਕ ਪੁੱਤ ਹੋਰ ਜੰਮਦੀ ਸੁਣਨਾ ਚਾਹੁੰਦੀ ਹਾਂ ਤੁਹਾਡੇ ਤੋਂ ਮੈਂ। ਹਾਂ, ਮੈਂ ਜੱਗਾ ਪਹਿਲਾਂ ਗਾਉਂਦੀ ਹੁੰਦੀ ਸੀ, ਬਹੁਤ ਜੱਗਾ ਮੈਂ ਗਾਇਆ। ਜਦੋਂ ਮੇਰੇ ਆਪਦੇ ਗਾਣੇ ਰਿਕਾਰਡ ਘੱਟ ਹੋਏ ਸੀ, ਤੇ ਜੱਗੇ ਨੂੰ ਮੈਂ ਪਸੰਦ ਵੀ ਬਹੁਤ ਕਰਦੀ ਸੀ। ਇੱਕ ਛੱਲਾ, ਇੱਕ ਜੱਗਾ, ਸੁੱਚਾ। ਸੁੱਚੇ ਨੂੰ ਤਾਂ ਮੈਂ ਹੁਣ ਵੀ ਗਾਉਂਦੀ ਹਾਂ। ਸੁੱਚਾ ਇੱਕ ਸੂਰਮੇ ਦੀ ਗਾਥਾ ਹੈ। ਛੱਲੇ ਨੂੰ ਮੈਂ ਮਤਲਬ ਬਹੁਤ ਰੂਹ ਨਾਲ ਗਾਉਂਦੀ ਸੀ, ਤੇ ਜੱਗੇ ਨੂੰ ਵੀ। ਪਰ ਮੈਨੂੰ ਐਂ ਨਹੀਂ ਪਤਾ ਸੀ ਵੀ ਜੱਗਾ ਮੈਨੂੰ ਇਸ ਰੂਪ 'ਚ ਮਿਲਣਾ ਗਾਉਣਾ ਪਊਗਾ। ਮੈਂ ਤਾਂ ਇੱਕ ਗੱਲ ਕਹਿੰਦੀ ਹੁੰਦੀ ਹਾਂ ਕਿ ਬੰਨੇ ਤੇ ਕੋਈ ਦਿਸਦੇ, ਬੰਨੇ ਤੇ ਕੋਈ ਦਿਸਦੇ, ਅੰਦਰੋਂ ਤਾਂ ਮੁੱਕ ਗਏ ਆ, ਉਤੋਂ ਮਾਸ ਨਰੋਏ ਦਿਸਦੇ। ਹੁਣ ਤਾਂ ਉਹ ਕਹਿੰਦੇ ਹੁੰਦੇ ਨਾ ਵੀ ਜ਼ਿੰਦਗੀ ਜਿਉਣ ਲਈ ਕੀ ਬੰਦਿਆ ਤੂੰ ਕੀ ਕਰਦਾ, ਬਹਾਨੇ ਲੱਭਦੇ ਫਿਰਦੇ ਜ਼ਿੰਦਗੀ ਨੂੰ ਜਿਉਣ ਲਈ ਨਾ। ਵੀ ਕਦੇ ਸਟੇਜ ਦਾ ਪੱਖ ਲੈ ਲਿਆ, ਕਦੇ ਕਿਸੇ ਗੀਤ ਦਾ ਬਹਾਨਾ ਲੈ ਲਿਆ, ਕਦੇ ਕਿਸੇ ਫਿਲਮ ਦੀ ਸ਼ੂਟ ਦਾ ਬਹਾਨਾ ਲੈ ਲਿਆ, ਕਦੇ ਕਿਸੇ ਇੰਟਰਵਿਊ ਦਾ ਬਹਾਨਾ ਲੈ ਲਿਆ। ਵੀ ਉਹ ਸਮਾਂ ਨਹੀਂ ਹੁੰਦਾ ਵੀ ਸਮਾਂ ਕਿਸੇ ਲੋਟ ਬੀਤ ਜੇ। ਹਾਂ, ਲੋਕ ਕਹਿੰਦੇ ਆ ਵੀ ਸਮਾਂ ਵੱਡੇ ਵੱਡੇ ਜ਼ਖਮ ਭਰ ਦਿੰਦਾ, ਪਰ ਮੈਂ ਨਹੀਂ ਮੰਨਦੀ। ਉੱਪਰੋਂ ਮਿਲ ਜਾਂਦੇ ਆ ਜ਼ਖਮ, ਅੰਦਰੋਂ ਨਸੂਰ ਬਣ ਜਾਂਦੇ, ਤੇ ਉਹ ਨਸੂਰ ਜ਼ਿਆਦਾ ਖਤਰਨਾਕ ਹੁੰਦੇ। ਮੈਂ ਕਹਿੰਦੀ ਹੁੰਦੀ ਹਾਂ ਵੀ ਪਰਮਾਤਮਾ ਕਿਸੇ ਦੇ ਵੀ ਜ਼ਖਮਾਂ ਨੂੰ ਨਸੂਰ ਨਾ ਬਣਦੀ। ਜਿਹੜੇ ਨਸੂਰ ਹੈ ਨਾ, ਉਹ ਜ਼ਖਮਾਂ ਨਾਲੋਂ ਜ਼ਿਆਦਾ ਖਤਰਨਾਕ ਹੁੰਦੇ। ਜਿਹੜਾ ਸ਼ੁਭ ਦਾ ਦਰਦ ਆ, ਉਹਦੇ ਮਾਂ ਪਿਓ ਲਈ ਨਸੂਰ ਬਣ ਚੁੱਕਿਆ, ਹਲੇ ਤਾਂ ਬਣਨਾ। ਤੇ ਮੈਂ ਨਸੂਰ ਬਣਨ ਨਾਲੋਂ ਪਹਿਲਾਂ ਭਾਵੇਂ ਮੀਡੀਆ 'ਚ ਆਵਾਂ ਨਾ ਆਵਾਂ, ਮੈਂ ਫੋਟੋ ਉਹਨਾਂ ਨਾਲ ਪਾਵਾਂ ਨਾ ਪਾਵਾਂ। ਮੇਰੀ ਬੇਟੀ ਰੱਖੜੀ ਬੰਨ੍ਹਣ ਗਈ, ਮੈਂ ਕਿਹਾ ਪੁੱਤ ਕੋਈ ਚੁੱਪ ਚਾਪ ਜਾਣਾ, ਵੀਰੇ ਦੇ ਰੱਖੜੀ ਬੰਨ੍ਹਣੀ ਹੈ, ਕਿਉਂਕਿ ਪਹਿਲਾਂ ਉਹ ਜਾਂਦੀ ਹੁੰਦੀ ਸੀ। ਮੈਂ ਕਿਹਾ ਉਸ ਬੁੱਤ ਸਾਹਮਣੇ ਇੱਕ ਅਰਦਾਸ ਕਰਨੀ ਹੈ ਵੀ ਵੀਰੇ ਮੈਂ ਐਤਕੀ ਸਾਲ ਹੀ ਬੁੱਤ ਦੇ ਰੱਖੜੀ ਬੰਨ੍ਹਣੀ ਹੈ। ਮੈਂ ਕਿਹਾ ਸ਼ਿਕਾਇਤ ਕਰਨੀ, ਵੀਰੇ ਨਾਲ ਲੜ ਕੇ ਆਉਣਾ ਤੂੰ। ਮੰਮਾ ਕਿਵੇਂ ਲੜਾ? ਮੈਂ ਕਿਹਾ ਤੂੰ ਲੜੀ ਵੀ ਮੈਂ ਐਸ ਸਾਲ ਹੀ ਬੁੱਤ ਦੇ ਰੱਖੜੀ ਬੰਨ੍ਹਣੀ ਹੈ, ਅਗਲੇ ਸਾਲ ਮੈਂ ਬੁੱਤ ਦੇ ਰੱਖੜੀ ਮੈਂ ਨਹੀਂ ਬੰਨ੍ਹਣੀ, ਤੈਨੂੰ ਆਉਣਾ ਪੈਣਾ ਨਿੱਕੇ ਪੈਰੀ। ਮੈਂ ਕਿਹਾ ਬੱਚਿਆਂ ਦੀ ਰੱਬ ਜ਼ਿਆਦਾ ਸੁਣਦਾ। ਮੈਂ ਤਾਂ ਆਹ ਲੱਭਦੀ ਹਾਂ, ਇਹ ਨਹੀਂ ਵੀ ਮੈਂ ਬੰਦ ਹੋ ਕੇ ਕਮਰੇ 'ਚ ਪੈ ਜਾ, ਮੈਂ ਫਿਰ ਸੋਚਾਂ ਵੀ ਹਮਦਰਦੀ ਹੈ। ਨਹੀਂ, ਕਿਸੇ ਵੀ ਤੀਰਥ 'ਤੇ ਜਾਂਦੀ ਹਾਂ, ਮੈਂ ਕਹਿੰਦੀ ਹੁੰਦੀ ਸੱਚੇ ਪਾਤਸ਼ਾਹ ਦਿਖਾ ਕੋਈ ਕੌਤਕ, ਕਿਉਂਕਿ ਰੋਜ਼ ਕੋਈ ਨਾ ਕੋਈ ਉਹਦੇ ਪਾਪਾ ਦੀ, ਉਹਦੀ ਮੰਮਾ ਦੇ ਦਰਦ ਭਰੇ ਬੋਲ ਪੈਂਦੇ ਰਹਿੰਦੇ ਆ, ਤੇ ਸਾਨੂੰ ਬਲੂੰਦਰ ਤੇ ਰਹਿੰਦੇ ਆ।
ਬਸ ਫਿਰ ਕਹਿੰਦੇ ਹੁੰਦੇ ਨੇ ਅਰਦਾਸ 'ਚ ਬੜਾ ਦਮ ਹੈ। ਜਦੋਂ ਆਪਾਂ ਦਿਲੋਂ ਕਰਦੇ ਨਾ, ਤੇ ਮੈਨੂੰ ਲੱਗਦਾ ਸਾਰੇ ਫੈਨਸ ਦੀ ਪੂਰੀ ਦੁਨੀਆ ਇੱਕ ਅਰਦਾਸ ਕਰ ਰਹੀ ਹੈ ਵੀ ਸ਼ੁਭ ਨੂੰ ਵਾਪਸ ਮੋੜ। ਮੈਂ ਤਾਂ ਇੰਨੀ ਗੱਲ ਵੀ ਕਹਿ ਸਕਦੀ ਹਾਂ ਵੀ ਜੇ ਰੱਬ ਮੈਨੂੰ ਆ ਕੇ ਐਂ ਕਹਿ ਦੇ ਨਾ ਵੀ ਮੈਨੂੰ ਤੇਰੀ ਜਾਨ ਚਾਹੀਦੀ ਤੇ ਮੈਂ ਸ਼ੁਭ ਨਿੱਕੇ ਪੈਰੀ ਮੋੜ ਦੇਣਾ, ਮੈਂ ਦੇ ਦੂੰ, ਸੱਚੀ ਦੇ ਦੂੰ। ਆਪਦੀ ਸਟੇਜ ਦੀ ਸੌਂ ਲੱਗੀ ਮੈਂ ਇੰਨਾ ਕਰ ਸਕਦੀ। ਮੈਨੂੰ ਦਿਖਾਵੇ ਨਹੀਂ ਆਉਂਦੇ, ਮੈਨੂੰ ਬਾਰ-ਬਾਰ ਫੋਟੋਆਂ ਪਾਉਣੀਆਂ ਨਹੀਂ ਆਉਂਦੀਆਂ, ਮੈਨੂੰ ਬਾਰ-ਬਾਰ ਵੀਡੀਓ ਬਣਾਉਣੇ ਨਹੀਂ ਆਉਂਦੇ। ਦਿਲ ਦੁਖਦਾ ਜਦੋਂ ਸਾਰੇ ਜਣੇ ਜਾਂਦੇ ਆ, ਉਹਨਾਂ ਨਾਲ ਫੋਟੋਆਂ ਕਰਾ ਕੇ ਪਾ ਲੈਂਦੇ ਆ, ਉਹਨਾਂ ਨੂੰ ਸਮਝਦੇ ਨਹੀਂ ਹੈ। ਨਹੀਂ, ਬਸ ਮੈਂ ਐਂਡ ਰਿਜ਼ਲਟ ਕੱਢ ਕੇ ਇਹ ਕਹਿ ਸਕਦੀ ਹਾਂ ਵੀ ਜੇ ਕਿਤੇ ਰੱਬ ਆ ਕੇ ਕਹੇ ਨਾ ਵੀ ਇਸ ਹੱਥ ਆਪਦੀ ਜਾਨ ਇੱਥੇ ਧਰ ਦੇ ਤੇ ਇਸ ਹੱਥ ਨਿੱਕੇ ਰੂਪ 'ਚ ਸ਼ੁਭ ਲੈ ਲਾ, ਵਾਹਿਗੁਰੂ ਮੈਂ ਖੁਸ਼ੀ ਖੁਸ਼ੀ ਦੇ ਦੂੰ, ਵਾਹਿਗੁਰੂ। ਸੱਚੀ ਖੁਸ਼ੀ ਖੁਸ਼ੀ ਦੇ ਦੂੰ। ਕਿਉਂਕਿ ਮੇਰੀ ਬੇਟੀ ਤਾਂ ਹੁਣ ਵੱਡੀ ਹੋ ਚੁੱਕੀ ਹੈ, 4 ਸਾਲਾਂ ਨੂੰ 5-6 ਸਾਲਾਂ ਨੂੰ ਉਹ ਆਪਦੀ ਲਾਈਫ 'ਚ ਮਸਤ ਹੋ ਜੂਗੀ। ਤੇ ਜੇ ਮੇਰੇ ਕੁਛ ਕਰਨ ਨਾਲ ਉਹਦੇ ਮਾਂ-ਬਾਪ ਨੂੰ ਸ਼ਾਂਤੀ ਮਿਲਦੀ ਹੈ, ਫਿਰ ਮੈਂ ਐਡੋ ਵੱਡਾ ਮੁੱਲ ਕੀ ਮੋੜ ਸਕਦੀ ਹਾਂ ਸ਼ੁਭ ਦਾ। ਦੁਨੀਆ ਦੀ ਭੂਆ ਬਣਾਤਾ ਉਹਨੇ ਮੈਨੂੰ, ਪੂਰੀ ਦੁਨੀਆ। ਬਿਲਕੁਲ। ਅੱਜ ਵੀ ਪ੍ਰੋਗਰਾਮ ਤੇ ਤੁਸੀਂ ਸ਼ੁਭ ਦੀ ਭੂਆ, ਹਾਲਾਂਕਿ ਸਾਡਾ ਧਰਮ ਦਾ ਰਿਸ਼ਤਾ, ਮੈਂ ਉਹਦੇ ਪਾਪਾ ਦੇ ਧਰਮ ਦੀ ਭੈਣ ਬਣੀ ਹੋਈ ਹਾਂ, ਹੈ ਨਾ ਜੀ। ਤੇ ਪਰ ਉਹਨੇ ਸਕੀ ਭੂਆ ਨਾਲੋਂ ਜ਼ਿਆਦਾ ਪਿਆਰ ਦਿੱਤਾ, ਸਕੀ ਭੂਆ ਨਾਲੋਂ ਜ਼ਿਆਦਾ ਪਿਆਰ ਦਿੱਤਾ। ਤੇ ਜ਼ਰੂਰੀ ਨਹੀਂ ਵੀ ਰਿਸ਼ਤੇ ਖੋਂਦੇ ਹੀ ਹੁੰਦੇ ਆ। ਬਾਕੀ ਮੈਂ ਕਹਿੰਦੀ ਹਾਲੇ ਤਾਂ ਬਹੁਤ ਸਮਾਂ ਪਿਆ, ਦਰਦ ਦਾ ਪੈਂਡਾ ਹਾਲੇ ਤਾਂ ਬੜਾ ਲੰਬਾ ਹੈ। ਦੇਖਦੇ ਕੌਣ ਨਿੱਤਰਦਾ। ਕੁਛ ਕੈਸੇ ਹਮਦਰਦ ਪਏ ਜਿਨ੍ਹਾਂ ਨੂੰ ਮੈਂ ਜਾਣਦੀ ਹਾਂ, ਜਿਹੜੇ ਸ਼ੋਅ ਵੀ ਨਹੀਂ ਹੁੰਦੇ, ਜਿਹੜੇ ਪਲ ਪਲ ਉਹਨਾਂ ਦਾ ਦਰਦ ਉਹ ਕਰਦੇ। ਕਹਿੰਦੇ ਦਰਦ ਵੰਡਾਉਣ ਦਾ ਤਰੀਕਾ ਇਹ ਹੋਣਾ ਚਾਹੀਦਾ ਵੀ ਜ਼ਖਮ ਨੂੰ ਬਾਰ-ਬਾਰ ਕਰੇਦੋ ਨਾ। ਮੰਨ ਲਓ ਤੁਹਾਡੇ ਇੱਕ ਇੱਥੇ ਸੱਟ ਲੱਗੀ ਹੈ, ਮੈਂ ਜੇ ਸੱਟ ਦਾ ਪਤਾ ਲੈਣ ਆਈ ਹਾਂ ਨਾ, ਤੇ ਮੈਂ ਬਾਰ-ਬਾਰ ਤੁਹਾਨੂੰ ਇਹ ਨਹੀਂ ਕਹੂੰਗੀ ਪੱਟੀ ਖੋਲਿਓ ਤੁਹਾਡੇ ਕਿੰਨੇ ਟਾਂਕੇ ਲੱਗੇ ਆ, ਮੈਂ ਵੇਖਣੇ ਆ। ਅੱਛਾ ਟਾਂਕੇ ਵੀ ਖੋਲ ਕੇ ਦਿਖਾਓ ਅੰਦਰ ਜ਼ਖਮ ਕਿੰਨਾ ਗਹਿਰਾ ਹੈ। ਇਹ ਥੋੜਾ ਪਤਾ ਲੈਣ ਦਾ ਸਟਾਈਲ ਨਹੀਂ ਹੈ ਮੇਰਾ, ਇਹਦਾ ਮਤਲਬ ਮੈਂ ਤੁਹਾਡੇ ਦਰਦ ਨੂੰ ਹੋਰ ਵਧਾ ਰਹੀ ਹਾਂ। ਮੈਂ ਤਾਂ ਕਹਿੰਦੀ ਵੀ ਮੇਰੇ ਤੇ ਜੀਭ ਵੀ ਬੰਦ ਹੋ ਜਾਂਦੀ ਉਹਨਾਂ ਮੂਹਰੇ ਜਾ ਕੇ, ਮੈਂ ਕੋਈ ਗੱਲ ਹੀ ਨਹੀਂ ਕਰ ਸਕਦੀ, ਬਸ ਹੱਥ ਫੜ ਲੈਂਦੀ ਹਾਂ ਮੈਂ। ਉਹ ਇੱਡਾ ਦਰਦ ਆ, ਆਪਣੇ ਸ਼ਬਦ ਕੀ ਕਰਨਗੇ, ਆਪਾਂ ਮੈਂ ਕਹੂੰਗੀ ਵੀ ਕੀ ਜਾ ਕੇ, ਕੁਛ ਨਹੀਂ ਕਹਿ ਸਕਦੀ। ਹਾਂ ਬਸ ਜਿਹੜੀ ਗੱਲ ਤੁਹਾਨੂੰ ਇਹ ਕਹੀ ਹੈ ਵੀ ਜੇ ਰੱਬ ਕਿਤੇ ਥੱਲੇ ਆ ਕੇ ਕਹਿ ਦੇ ਨਾ ਵੀ ਇਸ ਹੱਥ ਤੇ ਆਪਦੀ ਜਾਨ ਧਰ ਦੇ ਤੇ ਇਸ ਹੱਥ ਤੇ ਸ਼ੁਭ ਦੀ ਵਾਪਸੀ ਲੈ ਲੈ, ਹੱਸ ਕੇ। ਛੱਲਾ ਮੁੜ ਕੇ ਨਹੀਂ ਆਇਆ। ਜਾਵੋ ਨੀ ਕੋਈ ਮਾਰ ਲਿਆਵੋ ਤੇ ਮੇਰੇ ਨਾਲ ਗਿਆ ਜੋ ਲੜਕੇ, ਅੱਲਾ ਕਰੇ ਮੁੜਿਆ ਵੇ ਸੋਹਣਾ ਤੇ ਦੇਵਾਂ ਜਾਨ ਕਦਮਾਂ ਵਿੱਚ ਧਰ ਕੇ। ਛੱਲਾ ਮੁੜ ਕੇ ਨੀ ਆਇਆ ਵੇ ਰੋਣਾ ਉਮਰਾਂ ਦਾ ਪਾਇਆ ਵੇ, ਗੱਲ ਸੁਣ ਛੱਲਿਆ ਛੋਰਾ ਵੇ ਕਾਤੋਂ ਲਾਇਆ ਈ ਚੋਰਾ। ਛੱਲਾ ਬੇੜੀ ਪੂਰੇ ਜੀ ਜਾਣਾ ਪਹਿਲੇ, ਪੂਰੇ ਜੀ ਵਤਨ ਮਾਈ ਦਾ ਦੂਰੇ ਵੇ, ਗੱਲ ਸੁਣ ਛੱਲਿਆ ਕਾਵਾਂ ਵੇ ਮਾਵਾਂ ਠੰਡੀਆਂ ਛਾਂ, ਕੰਢੇ ਉੱਤੇ ਸੋਹਣਿਆ ਵੇ ਵੇ ਮੈਂ ਕਦੋਂ ਦੀ ਖੜੀ ਖੜੀ ਵੇ, ਕੰਢੇ ਉੱਤੇ ਸੋਹਣਿਆ ਵੇ ਵੇ ਮੈਂ ਕਦੋਂ ਦੀ ਖੜੀ, ਘਰ ਆ ਜਾ ਸੋਹਣਿਆ ਵੇ ਬਹੁਤੀ ਕਰੇ ਨਾ ਅੜੀ ਅੜੀ ਵੇ, ਕੰਢੇ ਉੱਤੇ। ਇਹ ਮੈਂ ਇਕੱਲੇ ਸ਼ੁਭ ਨੂੰ ਆਵਾਜ਼ਾਂ ਨਹੀਂ ਮਾਰਦੀ, ਮੈਂ ਆਪਦੇ ਪਾਪਾ ਨੂੰ ਵੀ ਆਵਾਜ਼ ਮਾਰਦੀ ਹਾਂ। ਜਿਹੜਾ ਮੇਰਾ ਭਰਾ ਗਿਆ ਮੈਂ ਉਹਨੂੰ ਵੀ ਆਵਾਜ਼ ਮਾਰਦੀ ਹਾਂ, ਜਿਹੜਾ ਮੇਰਾ ਬ੍ਰਦਰ ਇਨ ਲਾ ਗਏ ਨਾ ਮੈਂ ਉਹਨੂੰ ਵੀ ਆਵਾਜ਼ ਮਾਰਦੀ ਹਾਂ, ਜਿਹੜੇ ਮੇਰੇ ਸਾਥੀ 4-5 ਗਏ ਨੇ ਮੈਂ ਉਹਨਾਂ ਨੂੰ ਵੀ ਆਵਾਜ਼ ਮਾਰਦੀ ਹਾਂ ਵੀ ਮੈਂ ਕੰਢੇ ਤੇ ਖੜੀ ਹਾਂ, ਨਾ ਅੜੀਆਂ ਕਰੋ, ਵਾਪਸ ਆ ਜਾਓ। ਕੰਢੇ ਉੱਤੇ ਸੋਹਣਿਆ ਵੇ ਵੇ ਮੈਂ ਕਦੋਂ ਦੀ ਖੜੀ,
ਘਰ ਆ ਜਾ ਸੋਹਣਿਆ ਵੇ ਬਹੁਤੀ ਕਰੀ ਨਾ ਅੜੀ ਅੜੀ ਵੇ ਕੰਡੇ ਉੱਤੇ ਸੋਹਣਿਆ ਵੇ ਮੈਂ ਕਦੋਂ ਦੀ ਖੜੀ। ਜਾਣਾ ਤਾਂ ਸਭ ਨੇ ਹੁੰਦਾ ਹੈ, ਪਰ ਜਦੋਂ ਕੋਈ ਬੇਵਕਤੀ ਜਾਂਦਾ ਹੈ ਫਿਰ ਤੁੜ ਕੇ ਜਾਂਦਾ ਹੈ। ਹਾਂ, ਜਿਹੜਾ ਕੋਈ ਸਮੇਂ ਸਿਰ ਜਾਂਦਾ ਹੈ ਉਹਦਾ ਦੁੱਖ ਬਹੁਤ ਹੁੰਦਾ, ਕਿਉਂਕਿ ਇਨਸਾਨ ਨੇ ਕਿਹੜਾ ਬਾਰ-ਬਾਰ ਆ ਜਾਣਾ। ਭਾਵੇਂ ਆਪਣੇ ਮਾਂ-ਬਾਪ 80 ਸਾਲ ਦੇ ਹੁੰਦੇ ਆ, 85 ਸਾਲ ਦੇ ਹੁੰਦੇ ਆ, 90 ਦੇ ਹੁੰਦੇ ਆ, ਆਪਣੇ ਭੈਣ ਭਰਾ ਉਹਨਾਂ ਨੇ ਵਾਪਸ ਥੋੜ੍ਹੀ ਆ ਜਾਣਾ। ਜਾਣ ਵਾਲੇ ਦੀ ਉਮਰ ਨਹੀਂ ਦੇਖੀ ਜਾਂਦੀ, ਇਹ ਤਾਂ ਆਪਾਂ ਨੂੰ ਮਨ ਟਿਕਾਉਣ ਦੀ ਗੱਲ ਹੁੰਦੀ ਆ। ਹੁਣ ਆਪਾਂ ਕਹਿੰਦੇ ਚਲੋ ਜੀ 80 ਸਾਲ ਤਾਂ ਜਿਉਂ ਗਿਆ, ਉਹ ਆਪਾਂ ਸਿਰਫ ਆਪਣਾ ਮਨ ਟਿਕਾਉਂਦੇ। ਭਾਵੇਂ 90 ਸਾਲ ਦਾ ਗਿਆ, ਭਾਵੇਂ 80 ਦਾ ਗਿਆ, ਕਿਸੇ ਨੇ ਵਾਪਸ ਆ ਜਾਣਾ। ਇਹ ਦੁਨੀਆ ਬਹੁਤ ਸੋਹਣੀ ਹੈ, ਉਹ ਕਮੀਆਂ ਨਹੀਂ ਪੂਰੀਆਂ ਹੁੰਦੀਆਂ। ਸਟੇਜਾਂ ਤੇ ਜਾ ਕੇ ਅਸੀਂ ਆਪਣੇ ਆਪ ਨੂੰ ਵਾਕਈ, ਜਿੱਦਾਂ ਤੁਸੀਂ ਪਹਿਲਾਂ ਕਿਹਾ ਕਿ ਦਰਦ ਨੂੰ ਲੁਕੋ ਕੇ ਅਸੀਂ ਚੜ੍ਹਦੇ ਹਾਂ, ਅਸੀਂ ਲੋਕੀ ਸਾਨੂੰ ਕਹਿਣਗੇ ਇੱਥੇ ਕਿਉਂ ਰੋਣਾ ਪਾਇਆ, ਹਨਾ, ਅਸੀਂ ਬਿਲਕੁਲ, ਤੁਹਾਨੂੰ ਅਗਲੇ ਨੇ ਪੈਸੇ ਦਿੱਤੇ ਹੁੰਦੇ, ਬਿਲਕੁਲ, ਹਨਾ, ਅਗਲੇ ਨੇ ਸਾਨੂੰ ਬੁੱਕ ਕੀਤਾ ਹੁੰਦਾ, ਹੂੰ, ਅਗਲੇ ਨੇ ਆਪਦੀ ਮੂਵੀ ਬਣਾਉਣੀ ਹੁੰਦੀ ਹੈ, ਅਗਲਿਆਂ ਨੇ ਆਪਦੀਆਂ ਐਲਬਮ ਬਣਾਉਣੀਆਂ ਹੁੰਦੀਆਂ, ਅਗਲੇ ਸਾਨੂੰ ਪਹਿਲਾਂ ਹੀ ਕਹਿ ਦਿੰਦੇ ਨੇ। ਇਹੀ ਸੀ ਨਾ, ਪਹਿਲਾਂ ਲੋਕ ਇਹੀ ਸਿੱਧੂ ਮੂਸੇਵਾਲੇ ਨੂੰ ਗਾਲਾਂ ਕੱਢਦੇ ਸੀ, ਅੱਜ ਉਹੀ ਆ ਕੇ ਰੋਂਦੇ ਨੇ। ਅੱਜ ਇਹੀ ਜਸਵਿੰਦਰ ਬਰਾੜ ਥੱਲੇ ਦੀ ਪੋਸਟਾਂ ਥੱਲੇ ਕਮੈਂਟ ਕਰਦੇ ਨੇ, ਤਾਂ ਭਲਕੇ ਇਹੀ ਕਹਿਣਗੇ ਕਿ ਸਿੱਧੂ ਨੇ ਕਿਹਾ ਨਹੀਂ ਸੀ ਵੀ ਚੰਗੇ ਬਣਨ ਲਈ ਮਰਨਾ ਪੈਂਦਾ। ਇੱਕ ਇੰਟਰਵਿਊ ਮੈਂ ਬਾਅਦ ਚ ਸੁਣੀ, ਉਹ ਕਹਿੰਦਾ ਇਸ ਦੁਨੀਆ 'ਚ ਚੰਗੇ ਸਾਬਤ ਲਈ ਕਰਨ ਲਈ ਬਾਈ ਮਰਨਾ ਪੈਂਦਾ। ਕਿੰਨਾ ਕੁ ਨੂੰ ਮਰਨਾ ਪਊਗਾ? ਦੁਨੀਆ ਕਿਉਂ ਨਹੀਂ ਸਮਝਦੀ? ਆਪਦੇ ਆਪ ਨੂੰ ਚੰਗਾ ਸਾਬਤ ਕਰਨ ਲਈ ਕਿੰਨੇ ਕੁ ਕੁਰਬਾਨੀਆਂ ਦੇਣਗੇ, ਕਿੰਨੇ ਕੁ ਮਰਨਗੇ? ਕਿਉਂ ਨਹੀਂ ਤੁਸੀਂ ਕਿਸੇ ਨੂੰ ਸਮਝਦੇ? 80% 90% ਲੋਕ ਐਸੇ ਹੈ ਜਿਹੜੇ ਹਰ ਤਕਲੀਫ ਨੂੰ ਸਮਝਦੇ ਆ। 10% ਉਹ ਜਿਵੇਂ ਕਹਿੰਦੇ ਹੁੰਦੇ ਨਾ ਵੀ ਕਣਕ 'ਚ ਕਾਲੀਆਂਗਿਆਰੀ ਹੁੰਦੀ ਆ, 10% 5% ਹੁੰਦੇ ਉੱਦਾਂ ਦੇ ਲੋਕ। ਉਹਨਾਂ ਨੂੰ ਫਿਰ ਅਸੀਂ ਤਾਂ ਭੁੱਲ ਜਾਂਦੇ ਹਾਂ ਕਿਉਂਕਿ 90% ਲੋਕ ਪੋਜ਼ੀਟਿਵ ਹੁੰਦੇ ਆ, ਸਾਨੂੰ ਪਿਆਰ ਕਰਨ ਵਾਲੇ ਹੁੰਦੇ, ਸਾਡੇ ਦਰਦ ਨੂੰ ਸਮਝਣ ਵਾਲੇ ਹੁੰਦੇ। ਫਿਰ ਉਹਨਾਂ ਦਾ ਪਿਆਰ ਦੇਖ ਕੇ ਫਿਰ ਅੱਗੇ ਤੁਰ ਪਈ। ਕਿੱਦਾਂ ਪੋਜ਼ਿਟਿਵ ਰਿਹਾ ਜਾਵੇ, ਤੁਸੀਂ ਦੱਸੋ। ਦੇਖੋ, ਜੇ ਮੈਂ ਦੱਸਾਂ ਪੋਜ਼ੀਟਿਵ ਰਹਿਣਾ ਬਹੁਤ ਔਖਾ, ਕਹਿਣਾ ਬਹੁਤ ਸੌਖਾ। ਬਿਲਕੁਲ, ਕਿਉਂਕਿ ਜਿਹੜਾ ਸਮਾਂ ਤੁਸੀਂ ਹੰਢਾ ਕੇ ਆਏ ਹੋ, ਉਹ ਵੀ ਤਕਲੀਫ ਕਈ ਵਾਰ ਦਿੰਦਾ ਕਿ ਉਹ ਪਿੱਛੇ ਕੀ ਹੋ ਗਿਆ, ਫਿਰ ਹੌਲੀ ਜਾ ਕੇ ਫਿਰ ਨਿਖਰ ਕੇ ਬਾਹਰ ਆਏ ਹੋ, ਫਿਰ ਇੱਕ ਤਕਲੀਫ ਆ ਕੇ ਪੈ ਗਈ, ਫਿਰ ਨਿਖਰੇ ਇੱਕ ਥੋੜੀ ਨਹੀਂ ਦੇਰ ਬਾਅਦ 4-5 ਪਈਆਂ ਆ 1.5 ਸਾਲ 'ਚ 1.5 ਸਾਲ ਚ ਹੋਈ। ਇਕੱਠੇ। ਹੂੰ, ਫਿਰ ਮੇਰੇ ਬੇਟੇ ਦੀ ਸਰਜਰੀ ਹੋਈ ਕਿਡਨੀ ਦੀ। ਕਿਡਨੀ ਦੀ। ਹੁਣ ਮੈਂ ਉਹ ਕਮੈਂਟ ਵਾਲਿਆਂ ਨੂੰ ਐਂ ਪੁੱਛਦੀ ਹਾਂ ਵੀ ਜਿੱਦਣ ਮੈਂ ਇਹ ਕਿਹਾ ਸੀ ਵੀ ਸਿਰਫ ਅਰਦਾਸ ਕਰਨੀ ਹੈ, ਮੇਰੇ ਬੇਟੇ ਦੀ ਕਿਡਨੀ ਦੀ ਸਰਜਰੀ ਸੀ, ਉਧਰੋਂ ਕੋਈ ਕਿਉਂ ਨਹੀਂ ਆਇਆ? ਕਿਸੇ ਨੇ ਮੈਨੂੰ ਕਿਉਂ ਨਹੀਂ ਪੁੱਛਿਆ ਵੀ ਤੁਹਾਨੂੰ ਕਾਸੇ ਦੀ ਲੋੜ ਹੈ? ਮੇਰੇ ਕੋਲ 2 ਹੀ ਆਰਟਿਸਟਾਂ ਦੇ ਫੋਨ ਆਏ ਸੀ, ਇੱਕ ਪਰਮੇਸ਼ ਵਰਮਾ, ਇੱਕ ਸਰਦੂਲ ਜੀ, ਜਿਹੜੇ ਦੁਨੀਆ ਤੋਂ ਚਲੇ ਗਏ। ਇੰਨੇ ਕੁ ਫੋਨ ਆਏ ਸੀ ਮੇਰੇ ਕੋਲੇ। ਸਰਦੂਲ ਸਾਹਿਬ ਤਾਂ ਕਹਿੰਦੇ ਸੀ ਭੈਣ ਜੀ ਤੁਸੀਂ ਇੱਕ ਵਾਰੀ ਬੇਟੇ ਨੂੰ ਲੈ ਕੇ ਲੁਧਿਆਣੇ ਪਹੁੰਚ ਜਾਓ, ਅਸੀਂ ਖੜੇ ਹਾਂ, ਗੇਟ ਤੇ ਖੜੇ ਹਾਂ। ਸਾਰੀਆਂ ਰਿਪੋਰਟਾਂ ਉਹਨਾਂ ਨੇ ਮੇਰੇ ਤੋਂ ਮੰਗਵਾ ਲਈਆਂ। ਤੇ ਪਰਮੇਸ਼ ਵਰਮਾ ਦਾ ਜਦੋਂ ਫੋਨ ਆਇਆ ਕਹਿੰਦਾ ਵੀਰਾ ਕਿਵੇਂ ਹੈ? ਮੈਂ ਕਿਹਾ ਵੀ ਵੀਰੇ ਦੀ ਕੰਡੀਸ਼ਨ ਤਾਂ ਬੈਡ ਹੈ, ਤੁਸੀਂ ਫਿਕਰ ਨਾ ਕਰੋ, ਮੈਂ ਫੋਰਟਿਸ ਹਸਪੀਟਲ 'ਚ ਜਾਣਾ ਚੰਡੀਗੜ੍ਹ, ਉੱਥੇ ਪੂਰੀ ਮਤਲਬ ਤੁਹਾਡੇ ਆਉਂਦਿਆਂ ਨੂੰ ਸਾਰਾ ਕੁਝ ਤਿਆਰ ਮਿਲੂ। ਕਹਿੰਦੇ ਹੋਣਾ ਤਾਂ ਜੋ ਮਾਲਕ ਨੇ ਕਰਨਾ ਹੋਣਾ ਤਾਂ ਉਹੀ ਹੁੰਦਾ, ਪਰ ਜਿਹੜਾ ਮਾੜੇ ਵਕਤ ਤੇ ਖੜ ਜਾਂਦੇ ਆ ਨਾ, ਉਹ ਯਾਦ ਰਹਿੰਦਾ। ਕਈ ਵਾਰ ਜਿਨ੍ਹਾਂ ਤੋਂ ਆਸ ਸੀ ਵੀ ਹਾਂ ਮੈਨੂੰ ਫੋਨ ਆਉਣਗੇ, ਉਹ ਮੈਨੂੰ ਪੁੱਛਣਗੇ ਵੀ ਲੱਭ ਦਾ ਕੀ ਹਾਲ ਆ, ਕੋਈ ਨਹੀਂ ਘਬਰਾਓ ਨਾ, ਅਸੀਂ ਤੁਹਾਡੇ ਨਾਲ ਆ, ਉਹਨਾਂ ਦੇ ਫੋਨ ਹੀ ਨਹੀਂ ਆਏ। ਇੱਕ ਪ੍ਰੀਤ ਬੈਂਸ, ਉਹ ਦਿਨ 'ਚ 10 ਵਾਰ ਮੈਨੂੰ ਫੋਨ ਕਰਦੀ, ਭੂਆ ਜੀ ਕੁਛ ਨਹੀਂ ਹੋ ਹੀ ਨਹੀਂ ਸਕਦਾ ਮਾੜਾ, ਸਾਡੀ ਭੂਆ ਇੰਨੀ ਚੰਗੀ ਹੈ, ਤੁਹਾਡੇ ਨਾਲ ਮਾੜਾ ਹੋ ਹੀ ਨਹੀਂ ਸਕਦਾ। ਕੁਛ ਕੁ 2-3 ਪਰਸਨ ਸੀ, ਉਸ ਟਾਈਮ 'ਚੋਂ ਵੀ ਮੈਂ ਨਿਕਲੀ ਜਦੋਂ ਬਾਹਰ ਘਾਹ ਤੇ ਹਸਪਤਾਲ 'ਚ ਬੈਠੀ ਰਹਿੰਦੀ ਸੀ। ਡਾਕਟਰ ਕਹਿੰਦਾ ਮੇਰੇ ਬ੍ਰਦਰ ਲਈ ਵੀ, ਮੇਰੇ ਬੇਟੇ ਲਈ ਵੀ ਮੈਂ ਹਾਂ ਨਹੀਂ ਕਰਦਾ, ਕੁਛ ਵੀ ਹੋ ਸਕਦਾ, ਮੈਂ ਹਾਂ ਨਹੀਂ ਕਰਦਾ, ਕੁਛ ਵੀ ਹੋ ਸਕਦਾ। ਉਹ ਤੇ ਜਸਵਿੰਦਰ ਬਰਾੜ ਕੋਲੇ ਕਿਉਂ ਨਹੀਂ ਆਇਆ ਕੋਈ? ਉਹ ਤਾਂ ਮੇਰੇ ਕੋਲੇ ਤਾਂ ਕੋਈ ਨਹੀਂ ਆ ਕੇ ਬੈਠਿਆ। ਮੇਰੇ 'ਚ ਕੀ ਕਮੀ ਹੈ? ਮੈਂ ਕਿਸੇ ਦਾ ਕੀ ਮਾੜਾ ਕਰਤਾ? ਹੁਣ ਕਮੈਂਟ ਕਰਨ ਲਈ ਤੁਸੀਂ ਮਿੰਟ 'ਚ ਤਿਆਰ ਹੋ ਵੀ ਤੂੰ ਗਾਉਣੀ ਕਿਉਂ ਹੈ, ਤੂੰ ਸਟੇਜਾਂ ਤੇ ਕਿਉਂ ਜਾਂਦੀ ਹੈ, ਹੈ ਨਾ, ਤੇਰੀ ਫਿਲਮ ਕਿਉਂ ਰਿਲੀਜ਼ ਹੋਈ? ਉਹ ਭਾਈ ਇਹ ਮਾੜਾ ਟਾਈਮ ਆਉਣ ਤੋਂ ਪਹਿਲਾਂ ਦੀ ਫਿਲਮ ਬਣੀ ਹੋਈ ਹੈ, ਰਾਈਟ। ਇੱਕ ਹੋਰ ਵੀ ਮੈਂ ਅਮਰਦੀਪ ਸਰ ਦੀ, ਐਮੀ ਵਿਰਕ ਸਰ ਦੀ, ਭਗਵੰਤ ਵਿਰਕ ਦੀ ਸਰ ਦੀ ਇੰਨੀ ਕੁ ਮਤਲਬ
ਕਾਇਲ ਹੋ ਗਈ ਵੀ ਜਦੋਂ ਇਸ ਹਾਦਸੇ ਦਾ ਉਹਨਾਂ ਨੂੰ ਪਤਾ ਲੱਗਿਆ ਤੇ ਜੈਪੁਰ ਸ਼ੂਟਿੰਗ ਸੀ, ਦੇਖੋ ਉੱਥੇ ਪੂਰਾ ਕਿੰਨਾ ਖਰਚਾ ਸੀ। ਉਹਨਾਂ ਨੇ ਨਾਲ ਦੀ ਨਾਲ ਹੀ ਸ਼ੂਟਿੰਗ ਪੈਕਅਪ ਕਰਵਾ ਕੇ 25 ਕਹਿੰਦੇ ਦੇਖਾਂਗੇ 20-25 ਦਿਨ ਪਿੱਛੇ ਕਰਤੇ। ਕਹਿੰਦੇ ਨਹੀਂ, ਔਰਤਾਂ ਹਮੇਸ਼ਾ ਬਹਾਦਰ ਹੁੰਦੀਆਂ ਨੇ। ਇਹੋਦਿਆਂ ਦੀਆਂ ਆਪਾਂ ਕਹਾਣੀਆਂ ਵੀ ਸੁਣਦੇ ਆਏ ਆ ਹਨਾ, ਮਾਈ ਭਾਗੋ ਹੋਣਾ ਦੀ ਜਾਂ ਮਾਤਾ ਸਾਹਿਬ ਕੌਰ ਹੋਣਾ ਦੀ, ਹਨਾ ਅਸੀਂ ਕਹਾਣੀਆਂ ਸੁਣਦੇ ਕਿ ਰੱਬ ਨੇ ਔਰਤ ਨੂੰ ਬਣਾਇਆ ਹੀ ਬੜੀ ਬਹਾਦਰ ਆ, ਕਿ ਇਹਨੇ ਦੁੱਖ ਵੀ ਸਹਿਣੇ ਆ ਤੇ ਜਦੋਂ ਵੇਲਾ ਮਾੜਾ ਆਊਗਾ ਖੜ ਵੀ ਜਾਊਗੀ ਬਹਾਦਰ ਬਣ ਕੇ। ਤਾਂ ਮੈਨੂੰ ਲੱਗਦਾ ਕਿ ਤੁਸੀਂ ਉਹ ਇੱਕ ਬਹਾਦਰ ਔਰਤ ਹੋ ਜਿਸ ਨੇ ਬਹੁਤ ਕੁਛ ਸਿਆ, ਇੰਨੇ ਦੁੱਖ ਸਹਿਣ ਦੇ ਬਾਵਜੂਦ ਵੀ ਤੇ ਸਟੇਜ ਤੇ ਕਦੇ ਉਹ ਏਦਾਂ ਨਹੀਂ ਆਉਂਦੀ, ਲੋਕਾਂ ਦੇ ਨਾਲ ਇਨਸਾਫ ਕਰਕੇ ਜਾਂਦੀ ਆ ਕਿ ਜੇ ਤੁਸੀਂ ਮੈਨੂੰ ਸੁਣਨ ਆਇਓ ਆਓ। ਜਦੋਂ ਮੇਰੀ ਬੇਟੀ ਹੋਈ ਸੀ ਉਹਨੂੰ 9 ਮਹੀਨੇ ਕੁੱਖ 'ਚ ਰੱਖਣਾ ਮੇਰੇ ਲਈ ਇੱਕ ਬਹੁਤ ਵੱਡਾ ਪਹਾੜ ਸੀ। ਇੱਕ ਤਾਂ ਵੈਸੇ ਹੀ ਮੈਂ ਬਹੁਤ ਔਖੀ ਸੀ। ਮੈਂ ਕਹਿੰਦੀ ਹੁੰਦੀ ਹਾਂ ਵੀ ਤੂੰ ਨੱਕ ਨਾਲ ਲਕੀਰਾਂ ਕਢਾ ਕੇ ਰੱਬ ਨੇ ਮੈਨੂੰ ਦਿੱਤੀ ਹੈ, ਹੈ ਨਾ। ਕੁਛ ਆਪਣੇ ਸਮਾਜ 'ਚ ਵੀ ਬੇਟੀ ਹੋਣੀ ਨਹੀਂ ਚਾਹੀਦੀ, ਪਤਾ ਕਰੋ ਮੁੰਡਾ ਕਿ ਕੁੜੀ ਹੈ, ਪਤਾ ਕਰੋ। ਪਰ ਮੈਂ ਦਰੇੜਾ ਇਰਾਦੇ ਵਾਲੀ ਸੀ। ਮੈਂ ਕਿਹਾ ਵੀ ਉਹ ਕੁੜੀ ਆ ਉਹ ਮੁੰਡਾ, ਉਹਦੀ ਇੱਕ ਲੱਤ ਹੈਗੀ ਆ ਉਹ ਨਹੀਂ ਹੈਗੀ, ਹੈ ਨਾ, ਉਹ ਕਾਲਾ ਉਹ ਪੀਲਾ ਹੈ, ਮੇਰੀ ਔਲਾਦ ਹੈ। ਨਾ ਮੈਂ ਟੈਸਟ ਕਰਾਵਾਂ ਨਾ ਮੈਂ ਪੁੱਛਾਂ, ਜੋ ਵਾਹਿਗੁਰੂ ਦੇਊਗਾ ਇਸ ਝੋਲੀ 'ਚ ਪਾਊਗਾ ਸਿਰ ਮੱਥੇ। ਤੇ ਜਿੱਦਣੇ ਬੁਲਬੁਲੇ ਵਰਗੀ ਮੇਰੀ ਝੋਲੀ 'ਚ ਆਈ ਸੀਗੀ ਤੇ ਮੈਂ ਲੱਖ ਵਾਰ ਸ਼ੁਕਰ ਕੀਤਾ ਕਿ ਪਰਮਾਤਮਾ, ਅਲਬੇਲ ਬਰਾੜ ਸਾਹਿਬ ਦਾ ਗੀਤ ਮੈਨੂੰ ਯਾਦ ਆਇਆ ਕਿ ਹੋਇਆ ਕਿ ਜੇ ਧੀ ਜੰਮ ਪਈ ਕੁੱਖ ਤਾਂ ਸੁਰੱਖਣੀ ਹੋਈ। ਇਹਨੇ ਮੈਨੂੰ ਮਾਂ ਦਾ ਰੁਤਬਾ ਤਾਂ ਦਿੱਤਾ, ਮੈਨੂੰ ਸੋਹਣੀ ਔਰਤ ਤਾਂ ਬਣਾਇਆ ਨਾ। ਕਹਿੰਦੇ ਔਰਤ ਉਦੋਂ ਸੋਹਣੀ ਬਣਦੀ ਹੈ ਜਦੋਂ ਮਾਂ ਬਣਦੀ। ਇਹਨੇ ਮੈਨੂੰ ਬਹੁਤ ਖੂਬਸੂਰਤ ਬਣਾਤਾ ਮੇਰੀ ਬੇਟੀ ਨੇ। ਪਹਿਲਾਂ ਹੁਣ ਸਟੇਜ ਤੋਂ ਉਤਰਦੇ ਉਹਦਾ ਫੋਨ ਆਉਂਦਾ, ਮੰਮਾ ਪ੍ਰੋਗਰਾਮ ਖਤਮ ਹੋ ਗਿਆ। ਇਹ ਸਹਪਣ ਹੈ। ਰਾਤ ਮੇਰੀ ਬੈਕ ਪੇਨ ਬਹੁਤ ਹੁੰਦੀ ਸੀ ਕਿਉਂਕਿ ਮੈਂ ਪ੍ਰੀਮੀਅਰ 'ਤੇ ਵੀ ਗਈ, ਵਿੱਚੇ ਮੇਰੇ ਸ਼ੋਅ ਸੀ, ਵਿੱਚੇ ਸਾਰਾ ਕੁਛ ਸੀਗਾ। ਤੇ ਮੈਂ ਨਾ ਥੋੜ੍ਹਾ ਜਿਹਾ ਮਤਲਬ ਪਾਸਾ ਲੈਣ ਲੱਗੀ, ਕੀਤਾ, ਮੰਮਾ ਕੀ ਦੁਖਦਾ? ਮੈਂ ਕਿਹਾ ਪੁੱਤ ਮੇਰਾ ਬੈਕ ਪੇਨ ਬਹੁਤ ਹੋ ਰਿਹਾ। ਮੰਮਾ ਦੱਬਾਂ? ਉਹ ਦੱਬਣ ਨਾਲੋਂ ਵੀ ਜ਼ਿਆਦਾ ਹੋ ਗਿਆ। ਇਹ ਹਮਦਰਦੀ ਹੁੰਦੀ ਹੈ। ਕਹਿੰਦੇ ਪਾਣੀ ਪੁੱਛ ਲਿਆ ਨਾ, ਰੂਹ ਨਾ ਪੁੱਛ ਲਿਆ, ਉਹ ਪਾਣੀ ਪਿਆਉਣ ਨਾਲੋਂ ਵੀ ਜ਼ਿਆਦਾ ਹੋ ਗਿਆ। ਜਿੱਦਣ ਆਪਾਂ ਇਹਨਾਂ ਗੱਲਾਂ ਨੂੰ ਸਮਝਣ ਲੱਗ ਜਾਂਗੇ ਨਾ, ਸਹੀ ਇਨਸਾਨ ਆਪਾਂ ਉਦੋਂ ਬਣ। ਪਰ ਇਹ ਦੁਨੀਆਦਾਰੀ ਹੈ, ਆਪਾਂ ਜਿੰਨਾ ਡੂੰਘੇ ਹੋਈ ਜਾਵਾਂਗੇ ਆਪਾਂ ਆਪ ਹੀ ਉਲਝੀ ਜਾਵਾਂਗੇ। ਮੈਂ ਤਾਂ ਹੁਣ ਇਹ ਸੋਚ ਲਿਆ ਵੀ ਕੋਈ ਆਪਾਂ ਨੂੰ ਚੰਗਾ ਕਹੇ ਕੋਈ ਆਪਾਂ ਨੂੰ ਮਾੜਾ ਕਹੇ, ਜਿਹੜਾ ਆ 5-4 ਦਿਨਾਂ 'ਚ ਮੈਂ ਸੋਚਿਆ ਸਹੀ ਸੋਚਿਆ, ਜਿਹੜਾ ਮੈਂ ਆ 2-3 ਦਿਨਾਂ 'ਚ ਮੈਂ ਇੱਕ ਪੁਆਇੰਟ 'ਤੇ ਆ ਕੇ ਖੜ ਗਈ ਵੀ ਚੰਗਾ ਬਣ ਕੇ ਤੂੰ ਕੀ ਪਾ ਲਿਆ, ਤੇ ਤੂੰ ਮਾੜੀ ਵੀ ਨਹੀਂ ਬਣਨਾ ਤੂੰ ਚੰਗੀ ਵੀ ਨਹੀਂ ਬਣਨਾ। ਬਸ ਜਿਹੜਾ ਮੂਹਰੋਂ ਕਹਿੰਦਾ ਵੀ ਤੂੰ ਇੱਦਾਂ ਦੀ ਆ ਉਹਦੇ ਮੂਹਰੇ ਝੋਲੀ ਕਰ ਦੇ ਵੀ ਹਾਂਜੀ ਇੱਦਾਂ ਦੀ। ਜੇ ਕੋਈ ਕਹਿੰਦਾ ਵੀ ਤੂੰ ਇੱਦਾਂ ਦੀ ਆ, ਹਾਂਜੀ ਇੱਦਾਂ ਨਹੀਂ, ਤੂੰ ਜਵਾਬ ਨਹੀਂ ਦੇਣਾ। ਕਿਉਂਕਿ ਜਿਹੜਾ ਬੰਦੇ ਦਾ ਜਵਾਬ ਹੈ ਨਾ ਉਹ ਬਣਦਾ ਹੀ ਨਹੀਂ, ਜਿਹੜਾ ਉਹਨੇ ਜਵਾਬ ਦੇਣਾ ਹੈ ਨਾ ਸਹੀ ਮਾਰ ਉਹ ਹੁੰਦੀ। ਮੈਂ ਤਾਂ ਕਹਿੰਦੀ ਵੀ ਕਹਿ ਕਹਿ ਕੇ ਥੱਕ ਲਓ। ਜਿੱਦਣ ਤੁਹਾਡਾ ਦਿਮਾਗ ਤੁਹਾਡਾ ਆਹ ਹੱਥ ਕਮੈਂਟ ਕਰਦਿਆਂ ਦੇ ਥੱਕ ਗਏ ਨਾ, ਬੁਰਾ ਕਹਿੰਦਿਆਂ ਦੇ, ਉਦੋਂ ਨਹੀਂ ਹਟੋਗੇ। ਉਦੋਂ ਪਹਿਲਾਂ ਮੇਰੇ ਕਹਿਣ ਨਾਲ ਤੁਸੀਂ ਹਟਦੇ। ਬਿਲਕੁਲ, ਕਹਿੰਦੇ ਕਿ ਪਰਮਾਤਮਾ ਜਦੋਂ ਲਾਠੀ ਵੱਜਦੀ ਆ ਨਾ ਉਹਦੀ ਆਵਾਜ਼ ਨਹੀਂ ਆਉਂਦੀ, ਚੀਕਾਂ ਬਹੁਤ ਨਿਕਲਦੀਆਂ ਨੇ ਉਦੋਂ। ਤਾਂ ਹੀ ਤਾਂ ਸਿਆਣੇ ਕਹਿੰਦੇ ਆ ਵੀ ਸ਼ਿਕਾਇਤ ਕਰਨੀ ਹੈ ਤਾਂ ਉਹਦੇ ਨਾਲ ਕਰੋ, ਲੜਨਾ ਤਾਂ ਉਹਦੇ ਨਾਲ ਲੜੋ, ਪਿਆਰ ਕਰਨਾ ਤਾਂ ਉਹਦੇ ਨਾਲ ਕਰੋ, ਬਹੁਤ ਕੁਛ ਮਿਲਦਾ। ਇਹਦਾ ਨਜ਼ਾਰਾ ਹੀ ਵੱਖਰਾ। ਮੈਮ ਇਹ ਵੀ ਕਹਿੰਦੇ ਕਿ ਸਫ਼ਰ ਦੇ ਵਿੱਚ ਜਦੋਂ ਹਮਸਫ਼ਰ ਮਿਲ ਜਾਏ ਤਾਂ ਬਰਕਤ ਸਮਝ, ਕੋਈ ਪਾਕ ਰੂਹ ਨੂੰ ਨਸ਼ਿਆਏ ਤਾਂ ਬਰਕਤ ਸਮਝ। ਤੁਹਾਡੇ ਹਮਸਫ਼ਰ ਨੇ ਵੀ ਤੁਹਾਡਾ ਬਹੁਤ ਸਾਥ ਦਿੱਤਾ ਹੈ ਨਾ, ਜਿੱਦਾਂ ਤੁਸੀਂ ਉਹਨਾਂ ਚੀਜ਼ਾਂ 'ਚੋਂ ਨਿਕਲ ਕੇ ਬਾਹਰ ਆਏ ਹੋ ਤਾਂ ਹਮੇਸ਼ਾ ਤੁਹਾਡੇ ਹੱਥ ਫੜ ਕੇ ਤੁਹਾਡੇ ਨਾਲ ਖੜੇ ਮਿਲਦੇ। ਅੱਜ ਵੀ ਜਦੋਂ ਤੁਸੀਂ ਸਟੇਜ ਸ਼ੋਅ ਲਾਉਂਦੇ ਹੋ ਹਮੇਸ਼ਾ ਨਾਲ ਜਾਂਦੇ ਆ। ਤੁਸੀਂ ਦੱਸਦੇ ਹੁੰਦੇ ਸੀ ਕਿ ਜਦੋਂ ਮੈਂ ਪੇਕੇ ਪਰਿਵਾਰ ਵਿੱਚ ਸੀ ਉਦੋਂ ਮੇਰੇ ਭਰਾ ਜਾਂਦੇ ਸੀਗੇ, ਤਾਂ ਜਦੋਂ ਸਹੁਰੇ ਪਰਿਵਾਰ 'ਚ ਆਈ ਤਾਂ ਹਮਸਫ਼ਰ ਨਾਲ ਰਹਿੰਦੇ ਨੇ। ਹਾਂਜੀ ਬਿਲਕੁਲ ਬਿਲਕੁਲ, ਕਿਉਂਕਿ ਇਹ ਚਾਹੀਦਾ ਵੀ ਹੈ। ਜੋ ਸਾਥ ਆਪਣਾ ਆਪਣਿਆਂ ਨੇ ਨਹੀਂ ਦੇਣਾ ਨਾ, ਜੋ ਦਰਦ ਆਪਣਾ ਆਪਣਿਆਂ ਨੇ ਮਹਿਸੂਸ ਕਰਨਾ ਤੇ ਉਹ ਕੋਈ ਹੋਰ ਨਹੀਂ ਕਰ ਸਕਦਾ। ਤੇ ਮੈਂ ਕਦੇ ਬਾਉਂਸਰ ਬੂੰਸਰ ਮੈਂ ਨਹੀਂ ਰੱਖੇ। ਇਹ ਨਹੀਂ ਹੈ ਵੀ ਬਾਉਂਸਰ ਰੱਖਣੇ ਬੁਰਾ, ਨਹੀਂ ਬੁਰਾ ਵੀ ਨਹੀਂ ਮੈਂ ਕਹਿੰਦੀ, ਪਰ ਮੇਰੀ ਇੱਕ ਸੋਚ ਆ ਵੀ ਜਿੱਦਣ ਉਹਨੇ ਕੁਛ ਕਰਨਾ ਹੋਇਆ ਨਾ ਤਾਂ ਮੇਰੀ ਕੁਰਸੀ ਤੋਂ ਡਿੱਗ ਕੇ ਹੀ ਡੈਥ ਹੋ ਜਾਣੀ। ਵਾਹਿਗੁਰੂ, ਏਦਾਂ ਨਾ ਕਹੋ ਤੁਸੀਂ, ਅਸੀਂ ਤੁਹਾਨੂੰ ਬਹੁਤ ਪਸੰਦ ਕਰਦੇ ਹਾਂ। ਬੱਚਾ ਸੁਣਨਾ ਚਾਹੁੰਦਾ ਤੁਹਾਨੂੰ, ਤਾਂ ਐ ਨਹੀਂ ਬੋਲੀਦਾ ਹੁੰਦਾ। ਨਹੀਂ ਵੀ ਜਿਸ ਦਿਨ ਉਹਦੀ ਰਜ਼ਾ ਹੋਈ
ਫਿਰ ਮੈਂ ਪਹਾੜ ਤੋਂ ਵੀ ਡਿੱਗ ਪਵਾਂ ਫਿਰ ਵੀ ਬਾਜੂ। ਮੈਂ ਕਹਿੰਦੀ ਹੁੰਦੀ ਫਿਰ ਮੈਂ ਇੱਕ ਗੱਲ ਹੋਰ ਸੋਚਦੀ ਆ ਵੀ ਜਿਨ੍ਹਾਂ ਨੇ ਮੈਨੂੰ ਸਟਾਰ ਬਣਾਇਆ, ਮੇਰੇ ਘਰ ਦੇ ਅੰਦਰ ਸਾਰੀਆਂ ਫੈਸਿਲਿਟੀਆਂ ਦਿੱਤੀਆਂ। ਮੈਂ ਤਾਂ ਇੱਕ ਬਹੁਤ ਗਰੀਬ ਘਰ ਦੀ ਕੁੜੀ ਸੀ, ਹੈਨਾ। ਮੇਰਾ ਮਹਿਲ ਪਵਾਇਆ, ਮੈਨੂੰ ਗੱਡੀਆਂ ਦਿੱਤੀਆਂ, ਮੈਨੂੰ ਜ਼ਿੰਦਗੀ ਦੀਆਂ ਸਾਰੀਆਂ, ਮੇਰੇ ਮਾਂ ਦੀਆਂ ਖੁਸ਼ੀਆਂ ਪੂਰੀਆਂ ਹੋਈਆਂ, ਮੇਰੇ ਪਿਓ ਦੀਆਂ ਹੋਈਆਂ, ਮੇਰੇ ਭਰਾਵਾਂ ਦੀਆਂ ਹੋਈਆਂ, ਮੇਰੀਆਂ ਹੋਈਆਂ। ਜਿਹੜੇ ਸਰੋਤੇ ਮੈਨੂੰ ਇੰਨਾ ਕੁਛ ਦੇ ਸਕਦੇ ਆ, ਹੈਨਾ, ਤੇ ਮੈਂ ਉਹਨਾਂ ਤੋਂ ਕਿਉਂ ਭੱਜਾਂ। ਅੱਜ ਮੈਂ ਪ੍ਰੋਗਰਾਮ ਲਾ ਕੇ ਆਰਾਮਦਾਰੀ ਨਾਲ ਫੋਟੋਆਂ ਖਿਚਾ ਕੇ ਰਾਹ 'ਚ ਮਤਲਬ 10-15 ਬੱਚੇ ਸੀਗੇ 18-18 19-19 ਸਾਲ ਦੇ, ਉਹਨਾਂ ਨੇ ਮੋਟਰਸਾਈਕਲ ਪਿੱਛੇ ਲਾਏ ਹੋਏ ਸੀ। ਮੇਰੇ ਹਸਬੰਡ ਨੇ ਗੱਡੀ ਰੋਕੀ, ਕਹਿੰਦੇ ਨਹੀਂ ਯਾਰ ਥੋੜਾ ਐਕਸੀਡੈਂਟ ਹੋ ਜਾਊਗਾ, ਹਨਾ। ਮੈਂ ਗੱਡੀ ਰੋਕ ਦਿੰਨਾ, ਅਸੀਂ ਸਾਈਡ ਤੇ ਗੱਡੀ ਲਾਈ, ਉਹਨਾਂ ਨਾਲ ਸਾਰਿਆਂ ਨਾਲ ਫੋਟੋ ਕਰਵਾਈ ਤੇ ਆ ਗਏ। ਜੇ ਹੁਣ ਉਹ ਪਿੱਛੇ ਮੋਟਰਸਾਈਕਲ ਆਇਆ ਸੀ, ਅਸੀਂ ਗੱਡੀ ਦਵਲਦੇ, ਹਨਾ, ਨਹੀਂ, ਉਹ ਵੀ ਮਾਵਾਂ ਦੇ ਲਾਲ ਸੀ। ਮੇਰੀ ਸੋਚ ਤਾਂ ਇਹ ਹੈ। ਵਡੱਪਨ ਆ ਤੁਹਾਡਾ ਕਿ ਤੁਸੀਂ ਮਿਲ ਕੇ ਜਾਂਦੇ ਹੋ ਆਪਣੇ ਫੈਨਸ ਨੂੰ, ਉਦਾਸ ਨਹੀਂ ਕਰਦੇ ਹੈਗੇ। ਹਾਂ ਹਾਂ ਹਾਂ, ਨਜਾਇਜ਼ ਹੀ ਇਕੱਠ ਹੈ ਵੀ ਥੱਕ ਗਏ, ਜਾਂ ਵੀ ਹੁਣ ਕਈ ਵਾਰ 20-30 ਹਜ਼ਾਰ ਦਾ ਇਕੱਠ, ਉਸ ਇਕੱਠ 'ਚ ਫੋਟੋ ਖਿਚਾਉਣੀ ਵੀ ਔਖੀ ਹੋ ਜਾਂਦੀ। ਹਾਲਾਂਕਿ ਪਿਆਰ, ਫੋਟੋ ਪਿਆਰ ਨਾਲ ਹੀ ਖਿਚਾਈ ਜਾਂਦੀ ਹੈ, ਪਰ ਆਪਾਂ ਕਈ ਵਾਰ ਇਕੱਠ 'ਚ ਜ਼ਿਆਦਾ ਫਸ ਜਾਂਦੇ ਹਾਂ। ਉਦੋਂ ਕਈ ਵਾਰ ਪੁਲਿਸ ਹੁੰਦੀ ਆ ਉੱਥੇ, ਇੰਤਜ਼ਾਮ ਹੁੰਦਾ, ਉਹ ਕੱਢਦੇ, ਜਾਂ ਮੇਰੀ ਫੈਮਿਲੀ ਮੇਰੇ ਨਾਲ ਹੁੰਦੀ ਹੈ, ਉਹ ਬਸ ਓਕੇ 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 ਕਰਕੇ ਗੱਡੀ 'ਚ ਬਹਿ ਜਾਈਦਾ। ਫਿਰ ਗੱਡੀ 'ਚ ਬਹਿ ਕੇ ਮੈਂ ਉਸ ਮਾਲਕ ਦਾ ਥੈਂਕ ਯੂ ਜ਼ਰੂਰ ਕਰਦੀ ਹਾਂ ਕਿ ਆਹ ਚਿਹਰਾ ਕੋਈ ਵੱਡੀ ਚੀਜ਼ ਨਹੀਂ ਹੈ। ਸ਼ੁਕਰ ਹੈ ਮਾਲਕਾ ਵੀ ਤੂੰ ਮੈਨੂੰ ਇਸ ਕਾਬਿਲ ਬਣਾਇਆ ਵੀ ਕੋਈ ਤੇਰੇ ਨਾਲ ਫੋਟੋ ਖਿਚਾਉਣਾ ਚਾਹੁੰਦਾ। ਸ਼ੁਕਰ। ਮੈਮ ਤੁਸੀਂ ਦੁੱਖ ਤਾਂ ਬਹੁਤ ਸਹਿ ਲਏ ਹਨਾ, ਜਸਵਿੰਦਰ ਬਰਾੜ ਦੀ ਜ਼ਿੰਦਗੀ 'ਚ ਉਹ ਪਲ ਕਿਹੜਾ ਸੀ ਜਦੋਂ ਬੜਾ ਹੱਸੇ ਹੋਣ, ਬੜਾ ਜ਼ਿਆਦਾ ਖਿੜ ਖੜਾ ਕੇ ਹੱਸੇ ਹੋਣ, ਯਾਦ ਹੈ ਉਹ ਵੇਲਾ? ਉਹ ਆਇਆ ਹੀ ਨਹੀਂ ਕਦੇ, ਨਹੀਂ ਆਇਆ। ਜਦੋਂ ਮੈਂ ਖੜ ਕਰਕੇ ਹੱਸੀ ਹੋਵਾਂ, ਜਦੋਂ ਮੈਨੂੰ ਐਂ ਲੱਗਦਾ ਹੋਵੇ ਵੀ ਜ਼ਿੰਦਗੀ 'ਚ ਸਾਰਾ ਕੁਝ ਸਹੀ ਹੈ, ਨਹੀਂ ਆਇਆ। ਆਊਗਾ, ਤੁਸੀਂ ਬਹੁਤ ਦਿਲ ਦੇ ਅਮੀਰ ਹੋ, ਇੰਨੇ ਚੰਗੇ ਹੋ ਤੁਸੀਂ, ਗੁਰਬਾਣੀ ਦੇ ਨਾਲ ਜੁੜੇ ਹੋ। ਵਾਹਿਗੁਰੂ ਕਦੇ ਉਸ ਤੋਂ ਨਹੀਂ ਕੁਛ ਲੁਕਾਉਂਦਾ ਜੋ ਬਾਣੀ ਨਾਲ ਜੁੜਿਆ ਹੋਵੇ, ਜੋ ਵਾਹਿਗੁਰੂ ਨੂੰ ਹਮੇਸ਼ਾ ਯਾਦ ਰੱਖਦਾ ਹੋਵੇ। ਤੁਸੀਂ ਕਹਿੰਦੇ ਹੋ ਸੌਣ ਲੱਗਿਆ ਵੀ ਉਹਨੂੰ ਯਾਦ ਕਰਦੇ ਹੋ, ਉੱਠਣ ਲੱਗਿਆ ਵੀ, ਸ਼ੋਅ ਤੋਂ ਬਾਅਦ ਵੀ ਯਾਦ ਕਰਦੇ ਹੋ। ਤੇ ਜਿਹੜਾ ਰੱਬ ਦੇ ਇੰਨੇ ਨੇੜੇ ਹੁੰਦਾ, ਰੱਬ ਇਮਤਿਹਾਨ ਉਸੇ ਦੇ ਲੈਂਦਾ ਆ, ਵਾਲੇ ਪਰ ਲੈ ਲਏ, ਹਨਾ ਵਾਲੇ ਲੈ ਲੈ ਤੁਹਾਡੇ ਤਾਂ। ਵਾਲੇ ਲੈ, ਹਨਾ, ਪਰ ਮੈਨੂੰ ਐ ਹੁਣ ਲੱਗਦਾ ਉਹਨੂੰ ਅੰਤ ਕਰ ਦੇਣਾ ਚਾਹੀਦਾ। ਵਾਲੇ ਲੈ ਲਏ, ਹੁਣ ਉਹਨਾਂ ਨੂੰ ਥੋੜਾ ਜਿਹਾ ਤਰਸ ਕਰ ਲੈਣਾ ਚਾਹੀਦਾ। ਐਨੇ ਨਹੀਂ ਲਈਦੇ ਕਿਸੇ ਤੋਂ, ਐਨੇ ਨਹੀਂ ਲਈਦੇ। ਮੈਂ ਤੁਹਾਨੂੰ ਜੱਫੀ ਪਾਣਾ। ਥੈਂਕ ਯੂ, ਥੈਂਕ ਯੂ। ਐ ਨਹੀਂ ਕਦੇ ਵੀ, ਮੈਂ ਤੁਹਾਡੇ ਚਿਹਰੇ ਤੇ ਹਮੇਸ਼ਾ ਰੌਣਕ ਦੇਖਣਾ ਚਾਹੁੰਦੀ ਹਾਂ। ਅਸੀਂ ਤੁਹਾਨੂੰ ਕਦੇ ਰੋਂਦੇ ਨਹੀਂ ਦੇਖਣਾ ਅੱਜ ਤੋਂ ਬਾਅਦ। ਪ੍ਰੋਮਿਸ ਕਰਕੇ ਜਾਓ। ਜਿਹੜੇ ਲੋਕ ਐਵੇਂ ਕਹਿੰਦੇ ਨਾ ਕੋਈ ਗੱਲ ਨਹੀਂ, ਬੋਲੀ ਜਾਣ ਦਿਓ ਉਹਨਾਂ ਨੂੰ, ਪਰ ਤੁਸੀਂ ਰੋਣਾ ਨਹੀਂ ਹੈ ਕਦੇ ਵੀ ਹਾਰਨਾ ਨਹੀਂ ਹੈ। ਪਲੀਜ਼। ਸੱਚੀ ਉਹ ਪਲ ਨਹੀਂ ਆਇਆ ਜਦੋਂ ਮੈਂ ਕਿਤੇ ਖਿੜ ਕਰਕੇ ਹੱਸੀ ਹੂੰ, ਜਦੋਂ ਕਿਤੇ ਇਹ ਕਿਹਾ ਹੋਵੇ ਨਾ ਹੱਸ ਤੇਰਾ ਸਾਹ ਚੜ ਜਾਊਗਾ, ਨਹੀਂ ਆਇਆ ਉਹ ਪਲ। ਵੇਟ ਕਰਦੀ ਤੇ ਪੂਰੀ ਜ਼ਿੰਦਗੀ ਲੰਘ ਗਈ, ਕਦੇ ਕਿਸੇ ਨੇ ਹੌਸਲਾ ਦੇਣਾ ਨਹੀਂ ਉਹ ਪਲ ਆਊਗਾ, ਹਾਲ ਤੱਕ ਨਹੀਂ ਆਇਆ। ਆਊਗਾ, ਛੇਤੀ ਆਊਗਾ। ਬੇਟੀ ਆ ਤੁਹਾਡੀ, ਦੇਖਿਓ ਕਿੰਨੇ ਕਿੰਨੇ ਸੁਪਨੇ ਤੁਹਾਡੇ ਪੂਰੇ ਹੁੰਦੇ ਆ, ਉਹਨੇ ਤੁਹਾਡੇ ਚਿਹਰਿਆਂ ਤੇ ਰੌਣਕ ਲੈ ਕੇ ਆਉਣੀ ਆ। ਆਊਗਾ। ਬਸ ਇੱਕ ਗੱਲ ਨੂੰ ਲੈ ਕੇ ਤੁਰ ਪੈਂਦੇ ਆ ਕਿ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ, ਹੱਸਣ ਦੀ ਆਦਤ ਬਸ। ਜਦੋਂ ਕੋਈ ਵੱਟਾ ਮਾਰਦਾ ਤਾਂ ਉਦੋਂ ਇਹੀ ਗੱਲ ਕਹਿ ਦਿੰਦੇ ਕਿ ਅਸੀਂ ਦਰਦਾਂ ਦੇ ਦਰਿਆ ਵੀ ਇੱਕ ਦੁੱਖ ਹੋਰ ਸਹੀ, ਅਸੀਂ ਦਰਦਾਂ ਦੇ ਦਰਿਆ ਇੱਕ ਦੁੱਖ ਹੋਰ ਸਹੀ। ਬਸ ਕਰੋ, ਮੇਰੇ ਤੋਂ ਇੰਟਰਵਿਊ ਨਹੀਂ ਹੋਣਾ ਹੁਣ, ਬਸ ਕਰੋ। ਟਾਈਮ ਮੈਂ ਕਹਿੰਦੀ ਹੁੰਦੀ ਹਾਂ ਵੀ ਲਿਖਣ ਤੋਂ ਪਹਿਲਾਂ 1000 ਵਾਰ ਸੋਚਿਆ ਕਰੋ। ਮੂਰਲਾ ਬੰਦਾ ਪਤਾ ਨਹੀਂ ਕਿੰਨੀ ਕੁ ਦਰਦਾਂ ਦੀ ਪੰਡ ਹੈ, ਕੀ ਪਤਾ ਅੰਦਰੋਂ ਕਿੰਨਾ ਕੁ ਖੋਖਲਾ ਹੈ, ਅੰਦਰੋਂ ਕੀ ਮਹਿਸੂਸ ਕਰ ਰਿਹਾ ਉਹ ਕਿਹਦੇ ਲਈ ਜਿਉ ਰਿਹਾ, ਉਹ ਕਿਹਦੇ ਲਈ ਮਰ ਰਿਹਾ, ਉਹ ਕਿਉਂ ਤੁਰਿਆ ਫਿਰਦਾ ਰਿਹਾ, ਉਹ ਕਿਉਂ ਤੁਰ ਫਿਰ ਰਿਹਾ, ਉਹ ਕਿਉਂ ਕੰਮ ਕਰ ਰਿਹਾ। ਜਾਣੋ, ਹੁਣ ਇੱਕ ਕਲਾਕਾਰ ਸਮਝ ਕੇ ਕਮੈਂਟ ਨਾ ਕਰੋ। ਬਹੁਤ ਰੋਸਾ ਗਿਲਾ ਇਹਨਾਂ ਦੇ ਮਨ ਦੇ ਵਿੱਚ ਤੁਹਾਡੇ ਪ੍ਰਤੀ। ਜਿਹੜੇ ਲੋਕ ਬਿਨਾਂ ਸੋਚੇ ਸਮਝੇ ਕਹਿ ਦਿੰਦੇ ਕਿ ਸਟੇਜਾਂ ਤੇ ਚੜ ਜਾਂਦੇ, ਰੋਜ਼ੀ ਰੋਟੀ ਹੈ, ਕਮਾਉਣੀ ਹੈ, ਤੁਹਾਡੇ ਘਰ ਚੁੱਲ੍ਹਾ ਨਾ ਬਲੇ ਤਾਂ ਤੁਸੀਂ ਕੀ ਕਰੋਗੇ? ਇਹ ਵੀ ਐਵੇਂ ਦੇ ਨੇ, ਉੱਠੇ ਨੇ। ਮੇਰੇ ਘਰ ਦੇ ਜੀ ਨੇ,
ਕੁਛ ਕੈਸੇ ਜੀ ਨੇ, ਸਾਰੀ ਗੱਲ ਮੈਂ ਨਹੀਂ ਦੱਸ ਸਕਦੀ, ਜਿਹੜੇ ਮੇਰੇ ਮੂੰਹ ਵੱਲ ਝਾਕਦੇ ਨੇ। ਉਹਨਾਂ ਦੀ ਮੈਡੀਸਨ ਦਾ ਵੀ ਇੰਤਜ਼ਾਮ ਕਰਨਾ, ਉਹਨਾਂ ਦੇ ਖਾਣੇ ਦਾ ਇੰਤਜ਼ਾਮ ਵੀ ਕਰਨਾ, ਉਹਨਾਂ ਦੀ ਸਟੱਡੀ ਦਾ ਇੰਤਜ਼ਾਮ ਵੀ ਮੈਂ ਕਰਨਾ। ਮੇਰੇ ਤੇ ਬਹੁਤ ਜ਼ਿੰਮੇਵਾਰੀਆਂ ਨੇ। ਮੈਂ ਕਹਿੰਦੀ ਹੁੰਦੀ ਹਾਂ ਵੀ ਹੁਣ ਮੈਂ ਥੱਕ ਗਈ, ਇੰਨੀਆਂ ਪੰਡਾਂ ਮੇਰੇ ਸਿਰ ਤੇ ਨਾ ਧਰ, ਹੈ ਨਾ। ਫਿਰ ਹਾਲਾਂਕਿ ਮੇਰਾ ਬੇਟਾ ਬਹੁਤ ਸੂਝਵਾਨ ਹੈ, ਉਹ ਕਹਿੰਦਾ ਮੰਮਾ ਤੁਸੀਂ ਕਮੈਂਟ ਪੜ੍ਹਿਆ ਨਾ ਕਰੋ। ਮੈਂ ਕਿਹਾ ਨਹੀਂ, ਮੈਂ ਪੜ੍ਹਦੀ ਨਹੀਂ ਪੁੱਤ। ਕਦੀ ਕਦੀ ਕੁਦਰਤੀ ਰੱਬ ਦੀ ਐਸੀ ਪਤਾ ਨਹੀਂ ਕੀ ਹੈ, ਜਿੱਦਣ ਮੈਂ ਕਿਤੇ 15-20 ਦਿਨਾਂ ਬਾਅਦ ਮੈਂ ਖੋਲ੍ਹਣਾ, ਮੈਨੂੰ ਇੱਕ ਅੱਧਾ ਐਸਾ ਕਮੈਂਟ ਮਿਲ ਜਾਂਦਾ ਵੀ ਉਹ ਜਿਹੜੇ ਸਾਰੇ ਪੋਜ਼ਿਟਿਵ ਹੁੰਦੇ ਆ ਉਹ ਇੱਕ ਹੀ ਦੱਬ ਲੈਂਦਾ। ਪਤਾ ਨਹੀਂ ਉਹ ਕਿਹੋ ਜਿਹੇ ਲੋਕ ਹੁੰਦੇ। ਹੁਣ ਪਰਸੋਂ ਫਿਲਮ ਦਾ ਪ੍ਰੀਮੀਅਰ ਸੀ, ਇੰਟਰਵਿਊਜ਼ ਕਰਨੀਆਂ ਸੀ, ਤੁਹਾਡੀ ਜੌਬ ਹੈ ਨਾ, ਫਿਲਮ ਲਈ ਮੈਂ ਇੰਟਰਵਿਊ ਕਹਿੰਦੇ ਵੀ ਕਰਨੀ ਹੈ, ਹੈ ਨਾ। ਉੱਥੇ ਆਏ ਸੀ, ਸਾਰਾ ਮੀਡੀਆ ਆਇਆ ਸੀ, ਮੈਂ ਇੰਟਰਵਿਊ ਕਰਨੀ ਹੈ, ਹੈ ਨਾ। ਤੇ ਥੱਲੇ ਕਮੈਂਟ, ਤੁਸੀਂ ਤਾਂ ਹੱਸਦੇ ਫਿਰਦੇ ਹੋ ਜੀ। ਉਹ ਨਹੀਂ, ਕਈ ਵਾਰੀ ਹਾਸੇ ਅਸਲੀ ਨਹੀਂ ਹੁੰਦੇ, ਤੇ ਆਪਾਂ ਰੋਵਾਂਗੇ ਵੀ ਕਿੰਨਾ। ਇਹ ਤਾਂ ਕਦੇ ਕਦੇ ਡੁੱਲਦੇ ਆ, ਕਦੇ ਕਦੇ ਡੁੱਲਦੇ ਆ ਬਾਹਰ। ਤੇ ਕਹਿੰਦੇ ਜਦੋਂ ਜ਼ਿਆਦਾ ਸਮਾਂ ਹੋ ਜਾਏ ਫਿਰ ਇਹ ਖਤਮ ਵੀ ਹੋ ਜਾਂਦੇ। ਮੈਂ ਜਦੋਂ ਸਿੱਧੂ ਦੇ ਪਾਪਾ ਕੋਲੇ ਗਈ, ਉਹਨਾਂ ਦੇ ਇੱਕ ਸ਼ਬਦ ਨੇ ਮੈਨੂੰ ਬਲੂੰਦਰ ਦਾ, ਕਹਿੰਦੇ ਭੈਣ ਹੁਣ ਤਾਂ ਨਾ ਖਤਮ ਹੋ ਗਏ, ਹੁਣ ਤਾਂ ਫੈਮਿਲੀ ਨਾ, ਉਹ ਜਿਹੜੇ ਪਾਉਂਦੇ ਨੇ ਇੰਟਰਵਿਊ ਜਾਂ ਰੋਜ਼ ਆਪਦਾ ਦੁੱਖ ਰੋਂਦੇ ਆ, ਤੇ ਉਹ ਮੇਰੇ ਤੋਂ ਲੁਕੋ ਲੈਂਦੇ ਆ ਵੀ ਨਹੀਂ ਤੂੰ ਨਹੀਂ ਦੇਖਣਾ। ਕਿਉਂਕਿ ਮੈਂ ਬਹੁਤ ਔਖੀ ਡਿਪਰੈਸ਼ਨ ਚੋਂ ਬਾਹਰ ਆਈ ਹਾਂ। ਮੇਰੀ ਫੈਮਿਲੀ ਨੇ ਮੇਰੀ ਤਕਲੀਫ ਦੇਖੀ ਆ, ਉਹਨਾਂ ਨੂੰ ਛੇਤੀ ਕਿਤੇ ਕੋਈ ਡੈਥ ਵੀ ਹੋ ਜੇ ਤਾਂ ਮੈਨੂੰ ਨਹੀਂ ਦੱਸਦੇ, ਉਹ ਕਹਿ ਦਿੰਦੇ ਆ ਵੀ ਨਹੀਂ, ਅਸੀਂ ਇਹਨੂੰ ਉਸ ਪੜਾਅ ਚੋਂ ਮਸਾਂ ਬਾਹਰ ਲੈ ਕੇ ਆਏ ਹਾਂ। ਬਿਲਕੁਲ। ਲੋਕ ਇਹ ਚੀਜ਼ਾਂ ਨੂੰ ਤਾਂ ਸਮਝਦੇ। ਤੁਸੀਂ ਬਿਲਕੁਲ ਉਹ ਨਹੀਂ ਚੀਜ਼ ਸੋਚਣੀ ਹੈਗੀ। ਪਤਾ ਨਹੀਂ, ਮੈਂ ਤੁਹਾਡੇ ਤੋਂ ਬਹੁਤ ਛੋਟੀ ਹਾਂ, ਹੈ ਨਾ, ਬਹੁਤ ਬਹੁਤ ਜ਼ਿਆਦਾ ਛੋਟੇ ਛੋਟੇ ਹੋ ਹਾਂ ਨਾ, ਬੇਟਾ, ਤੁਹਾਡੇ ਬਹੁਤ ਛੋਟੇ ਹੋ। ਬੇਟੀ ਵਰਗੀ ਹਾਂ ਹਾਂ, ਮੈਂ, ਹੈ ਨਾ। ਪਰ ਹੈ ਹੀ ਮੈਂ ਬੇਟੀ ਵਰਗੀ ਹਾਂਜੀ, ਬੇਟੀ। ਪਰ ਮੈਂ ਤੁਹਾਨੂੰ ਇੱਕੋ, ਮੈਂ ਕਹਿੰਦੀ ਕਈ ਵਾਰ ਛੋਟੇ ਵੀ ਸਮਝਾ ਦਿੰਦੇ ਵੱਡਿਆਂ ਨੂੰ, ਹੈ ਨਾ। ਬਿਲਕੁਲ ਤੇ ਬਿਲਕੁਲ। ਮੈਂ ਇਹ ਤੁਹਾਨੂੰ ਜਿਵੇਂ ਮੈਨੂੰ ਕਹੂੰਗੀ, ਸ਼ੁਭ ਨੇ ਸਮਝਾਇਆ ਸੀ ਵੀ ਭੂਆ ਜੀ ਇਹਦੇ 'ਚ ਆਓ, ਕੀ ਕਹਿੰਦੇ ਨੇ ਇਹਨੂੰ, YouTube ਦਾ ਸਿਸਟਮ ਕਰਕੇ ਦਿੱਤਾ, ਇੰਸਟਾਗ੍ਰਾਮ ਦਾ, ਫੇਸਬੁੱਕ ਦਾ ਸਾਰਾ ਸਿਸਟਮ ਉਸੇ ਨੇ ਕੀਤਾ, ਬੇਟੇ ਨੂੰ ਸਮਝਾ ਕੇ ਵੀ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ ਭੂਆ ਜੀ, ਤੁਹਾਨੂੰ ਪਤਾ ਤੁਹਾਨੂੰ ਲੋਕ ਕਿੰਨਾ ਪਿਆਰ ਕਰਦੇ ਨੇ, ਤੁਸੀਂ ਇਸ ਚੀਜ਼ 'ਚ ਕਿਉਂ ਨਹੀਂ ਆਉਂਦੇ, ਹੈ ਨਾ। ਉਹਨੇ ਮੈਨੂੰ ਇਸ ਚੀਜ਼ 'ਚ ਲਿਆਂਦਾ। ਨਹੀਂ, ਮੈਂ ਮਤਲਬ ਲਾਈਵ ਪ੍ਰੋਗਰਾਮ ਲਾਉਂਦੀ ਸੀ, ਬੁਕਿੰਗ, ਇਹ ਸ਼ੁਕਰ ਹੈ ਰੱਬ ਦਾ ਵੀ ਮੇਰੇ ਲਾਈਵ ਪ੍ਰੋਗਰਾਮ ਬਹੁਤ ਹੁੰਦੇ ਸੀ, ਮਹੀਨੇ 'ਚੋਂ 20, 22, 25 ਮੇਰੇ ਲਾਈਵ ਪ੍ਰੋਗਰਾਮ ਹੁਣ ਵੀ ਹੁੰਦੇ ਆ, ਹੈ ਨਾ। ਪਰ ਇਸ ਚੀਜ਼ ਦਾ ਨਹੀਂ ਪਤਾ ਸੀ, ਇਸ ਚੀਜ਼ ਦੇ ਅੰਦਰ ਮੈਨੂੰ ਸ਼ੁਭ ਲੈ ਕੇ ਆਇਆ। ਮੈਂ ਇਸ ਗੱਲੋਂ ਵੀ ਰੱਬ ਦੀ ਸ਼ੁਕਰਗੁਜ਼ਾਰ ਹਾਂ ਵੀ ਮੇਰੇ ਮਿਰਜ਼ੇ ਦਾ ਸ਼ੁਭ ਕੱਟੜ ਫੈਨ ਸੀ। ਮੈਨੂੰ ਪਤਾ ਹੀ ਨਹੀਂ ਸੀ ਵੀ ਉਹ ਮੇਰੇ ਮਿਰਜ਼ੇ ਦਾ ਇੰਨਾ ਕੱਟੜ ਫੈਨ ਹੈ, ਵੀ ਉਹ ਆਪਦੇ ਗੀਤਾਂ ਰਾਹੀਂ ਮੇਰੇ ਮਿਰਜ਼ੇ ਦੇ, ਹਾਲਾਂਕਿ ਕਰੋੜਾਂ ਲੋਕ ਬਹੁਤ ਵਧੀਆ ਮਿਰਜ਼ਾ ਗਾਉਂਦੇ ਨੇ, ਬਹੁਤ ਵਧੀਆ, ਸਾਰੇ ਕਲਾਕਾਰ ਵਧੀਆ ਗਾਉਂਦੇ ਆ, ਪਰ ਮੈਂ ਬੜੀ ਲੱਕੀ ਸਾਬਤ ਹੋਈ ਵੀ ਸ਼ੁਭ ਨੇ ਮੇਰੇ ਮਿਰਜ਼ੇ ਦੀ ਤਾਰੀਫ ਕੀਤੀ। ਬਿਲਕੁਲ। ਹੁਣ ਮੈਂ ਤੁਹਾਨੂੰ ਇਹੀ ਕਹਾਂਗੀ, ਜਦੋਂ ਤੁਸੀਂ ਸਟੇਜ ਤੇ ਜਾਂਦੇ ਹੋ ਕਿੰਨੇ ਲੋਕ ਸੁਣਨ ਆਉਂਦੇ ਆ, ਹਨਾ, ਉੱਥੇ ਇੱਕ ਕਿੰਨਾ ਸੋਹਣਾ ਮੂਵਮੈਂਟ ਉਹ ਕੈਪਚਰ ਕਰਿਆ ਕਰੋ ਚੰਗੇ ਵਾਲਾ। ਲੋਕਾਂ ਦੇ ਕਮੈਂਟ ਪੜ੍ਹਨੇ ਨਹੀਂ, ਕੁਛ ਲੋਕ ਐਵੇਂ ਦੇ ਹੀ ਹੁੰਦੇ ਆ, ਹਨਾ, ਕੁਛ ਤੁਹਾਨੂੰ ਬਹੁਤ ਪਿਆਰ ਕਰਦੇ, ਦੇਖੋ ਕਿੱਥੋਂ ਕਿੱਥੋਂ ਕੋਈ ਕਿੰਨੀ ਦੂਰੋਂ ਸੁਣਨ ਆਉਂਦਾ, ਹਨਾ। ਜਸਵਿੰਦਰ ਬਰਾੜ ਨੂੰ ਅਸੀਂ ਸੁਣਨਾ, ਅਖਾੜਾ ਲੱਗਾ ਹੋਇਆ, ਤਾਂ ਹੀ ਤੁਹਾਨੂੰ ਲੋਕੀ ਕਹਿੰਦੇ ਅਖਾੜਿਆਂ ਦੀ ਰਾਣੀ ਆ, ਹਨਾ। ਫਿਰ ਤੁਸੀਂ ਐ ਹੀ ਬਸ ਹੱਸਦੇ ਰਹਿਣਾ, ਅੱਜ ਤੋਂ ਬਾਅਦ ਕਿਸੇ ਇੰਟਰਵਿਊ 'ਚ ਤੁਸੀਂ ਰੋਣਾ ਵੀ ਨਹੀਂ ਆ, ਨਾ ਉਹ ਰੋਣਾ, ਨਾ ਇੰਟਰਵਿਊ 'ਚ ਰੋਣਾ, ਠੀਕ ਹੈ, ਪ੍ਰੋਮਿਸ। ਚਲ ਅੱਜ ਅਸੀਂ ਪ੍ਰੋਮਿਸ ਕਰ ਲਿਆ, ਅਸੀਂ ਕਦੇ ਵੀ ਨਹੀਂ ਰੋਣਾ, ਮੈਂ ਵੀ ਨਹੀਂ ਰੋਣਾ। ਹਾਂ ਬਿਲਕੁਲ, ਮੈਂ ਇਹ ਬਹੁਤ ਪ੍ਰੋਮਿਸ ਉੱਥੋਂ ਵੀ ਇਮੋਸ਼ਨਲ ਲੈਣਾ ਮੈਂ। ਮੈਂ ਬਹੁਤ ਇਮੋਸ਼ਨਲ ਆ। ਮੈਂ ਸਾਹਮਣੇ ਵਾਲੇ ਨੂੰ ਕਦੇ ਐ ਨਹੀਂ ਵੇਖਦੀ ਕਿ ਉਹ ਮੇਰਾ ਗੈਸਟ ਹੈ, ਮੈਂ ਉਹਦੀ ਹੋ ਕੇ ਉਹਨੂੰ ਜਾਣਨਾ ਚਾਹੁੰਦੀ ਹਾਂ ਕਿ ਇਹ ਕਿਵੇਂ ਦੇ ਨੇ ਅੰਦਰੋਂ, ਹੈ ਨਾ। ਸੋ ਤੁਸੀਂ ਅੱਜ ਬਹੁਤ ਭਾਵੁਕ ਕੀਤਾ ਹੈ, ਮਤਲਬ ਐਂ ਕਦੇ ਨਹੀਂ ਹੋਇਆ ਕਿ ਇੰਨਾ ਜ਼ਿਆਦਾ ਮੈਂ ਇਮੋਸ਼ਨਲ ਹੋ ਗਈ ਹੋਵਾਂ। ਸੋ ਤੁਹਾਡੀਆਂ ਗੱਲਾਂ ਹੀ ਚੀਰ ਕੇ ਲੈ ਗਈਆਂ ਨੇ। ਸੋ ਹੁਣ ਇਹਨਾਂ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਨਹੀਂ ਰੋਣਾ, ਤੇ ਤੁਸੀਂ ਕਦੇ ਵੀ ਨਹੀਂ ਰੋਣਾ ਹੈਗਾ, ਪ੍ਰੋਮਿਸ ਆ ਨਾ ਹੁਣ। ਸੋ ਆਪਾਂ ਹੁਣ ਸੋਹਣਾ ਜਿਹਾ ਗਾਣਾ ਸੁਣਨਾ ਤੇ ਆਪਾਂ ਖਤਮ ਕਰਨਾ, ਤੁਸੀਂ ਲੇਟ ਬਹੁਤ ਹੋ ਰਹੇ ਹੋ। ਹਾਂ, ਜੋ ਹੁਣ ਮੂਵੀ ਰਿਲੀਜ਼ ਹੋਈ ਹੈ ਲੌਂਗ ਲੈਚੀ, ਹਾਂਜੀ, ਬਹੁਤ ਸੋਹਣਾ ਗਾਣਾ ਤੁਹਾਡਾ। 2 ਇਹ ਹਾਲੇ ਉਦੋਂ ਮੇਰੀ ਬੇਟੀ ਮੇਰੇ ਦੇਖੋ ਪੇਟ 'ਚ ਸੀਗੀ, ਅਸੀਂ ਹਸਬੈਂਡ ਵਾਈਫ ਬੈਠੇ, ਇੱਕ ਕੈਨੇਡਾ 'ਚ ਸ਼ੋਅ ਸੀਗਾ, ਉੱਥੇ ਮਨਮੋਹਨ ਵਾਰਿਸ, KS ਮੱਖਣ, ਬਿੰਦ ਰਖੀਆ ਜੀ, ਬੜੇ ਵੱਡੇ ਆਰਟਿਸਟ ਸੀਗੇ। ਅਤੇ ਉੱਥੇ ਇੱਕ ਕੁੜੀ ਨੇ ਮਤਲਬ ਡਾਂਸ ਕੀਤਾ ਸੀ, ਹੈ ਉਹ ਕੈਨੇਡੀਅਨ ਸੀ, ਪਰ ਉਹਨੇ ਪਾ ਬੋਲੀ ਸੋਹਣਿਆ ਵੇ ਜੱਟੀ ਨੱਚਦੀ ਪਟੋਲਾ ਬਣ ਕੇ, ਤੇ ਸ਼ਾਇਦ ਆਹੀ ਗਈ ਸੀ।
ਉਹ ਮਰਗਾਈ ਵਾਂਗੂ ਤਰੀ। ਮਤਲਬ ਇੱਕ ਸਾਈਡ ਤੇ ਹਾਲ ਤੇ ਅਸੀਂ ਬੈਠੇ, ਹਾਲਾਂਕਿ ਅਸੀਂ ਵੀ ਗਾ ਕੇ ਵਾਪਸ, ਤੇ ਉਹ ਸਾਡੇ ਨਾ ਬ੍ਰੇਨ 'ਚ ਵੜ ਗਈ ਉਹ ਕੁੜੀ। ਤੇ ਵੰਸ ਮੋਰ ਦੀ ਹੋਰ ਵੀ ਐਂ ਲੱਗੇ ਵੀ ਮਰਗਾਈ ਤੈਰਦੀ ਹੈ। ਤੇ ਉਹ ਕੁੜੀ ਸਾਡੇ ਜ਼ਿਹਨ ਦੇ ਅੰਦਰ ਹੀ ਰਹੀ। ਮਤਲਬ 5-4 ਦਿਨਾਂ ਬਾਅਦ ਵੀਕਐਂਡ ਤੇ ਪ੍ਰੋਗਰਾਮ ਹੁੰਦੇ ਸੀਗੇ, ਤੇ ਮੈਂ ਪ੍ਰੈਗਨੈਂਟ ਵੀ ਸੀਗੀ, ਤੇ ਅਸੀਂ ਪੈਨ ਕਾਪੀ ਚੱਕਿਆ, ਇਹ ਗਾਣਾ ਲਿਖਿਆ ਜਿਹੜਾ ਹੁਣ ਮੂਵੀ 'ਚ ਪਿਆ 18 ਸਾਲਾਂ ਬਾਅਦ। ਅੱਛਾ, ਇਹ ਵਾਲਾ ਗਾਣਾ? ਇਹ ਗਾਣਾ ਕੀ ਬਾਤ ਜਿਹੜਾ ਹੈ। ਮੂਵੀ ਦੇ ਅੰਦਰ ਗਾਇਆ 18 ਸਾਲਾਂ ਬਾਅਦ। ਮੇਰੇ ਮੈਜੀਸ਼ੀਅਨ ਨਾਲ ਸੀ। ਮੈਂ ਜਦੋਂ ਅਸੀਂ ਗਾਣਾ ਕੰਪਲੀਟ ਕਰ ਲਿਆ, ਅਸੀਂ ਕਿਹਾ ਵੀ ਆ ਜਾਓ, ਵੀ ਆਪਾਂ ਇਹ ਗਾਣਾ ਲਿਖਿਆ ਤੇ ਇਹਦੀ ਤਰਜ਼ ਬਣਾਈਏ, ਜਿਹੜਾ ਅਮਨ ਨੂਰੀ ਮੈਮ ਨੇ ਤੁਹਾਨੂੰ ਗਾਇਆ। ਹਾਂ, ਤੇ ਅਸੀਂ ਗਾਇਆ, ਤੇ ਮੇਰੇ ਹਸਬੈਂਡ ਦਾ ਲਿਖਿਆ, ਤੇ ਅਸੀਂ ਦੋਨਾਂ ਨੇ ਰਲ ਕੇ ਲਿਖਿਆ ਤੇ ਤਰਜ਼ ਬਣਾਈ। 18 ਸਾਲ ਇਹ ਗਾਣਾ ਮੇਰੇ ਕੋਲ ਪਿਆ ਰਿਹਾ ਹੈ ਨਾ। ਕੁਦਰਤੀ ਜਦੋਂ ਮੈਂ ਕਿਸੇ ਵੇਲੇ ਦਿਖਾਉਂਦੀ, ਨਹੀਂ ਬਾਅਦ 'ਚ ਕਰਾਂਗੀ, ਨਹੀਂ ਇਹ ਗਾਣਾ ਪਿੱਛੇ ਹੁੰਦਾ ਰਿਹਾ। ਪਰ ਵੀ ਹੁਣ ਲੱਗਦਾ ਵੀ ਕਿਉਂ ਪਿੱਛੇ ਹੁੰਦਾ ਰਿਹਾ, ਸ਼ਾਇਦ ਇਹਨੇ ਬਹੁਤ ਵੱਡੇ ਪਲੇਟਫਾਰਮ ਤੇ ਆਉਣਾ ਸੀ। ਬਿਲਕੁਲ ਹੈ ਨਾ। ਆਪ ਹੀ ਲਿਖਿਆ, ਆਪ ਹੀ ਕੰਪੋਜ਼ ਕੀਤਾ, ਤੇ ਅੰਬਰਦੀਪ ਸਰ ਨੂੰ ਪਸੰਦ ਆਇਆ, ਗੁਰਮੀਤ ਸਰ ਨੇ ਮਿਊਜ਼ਿਕ ਦਿੱਤਾ, ਤੇ ਇਹਦੀਆਂ ਲਾਈਨਾਂ ਨੇ। ਫਿਰ ਸਭ ਤੋਂ ਵੱਡੀ ਗੱਲ ਵੀ ਸਾਡੇ ਲੈਜੈਂਡ ਅਮਨ ਨੂਰੀ ਸੀ, ਬਿਲਕੁਲ, ਉਹਨਾਂ ਨੇ ਮੇਰੇ ਨਾਲ ਗਾਇਆ। ਇਹ ਮੇਰੇ ਲਈ ਬਹੁਤ ਵੱਡੀ ਮੈਂ ਗੱਲ ਬਹੁਤ ਹੈ। ਸਤਿਕਾਰ ਕਰਦੀ ਉਹਨਾਂ ਦਾ। ਕਈ ਲੱਖ ਦੇ ਨੇ ਲੱਕ ਦੇ ਹੁਲਾਰੇ, ਹਾਏ ਕਈ ਲੱਖ ਦੇ ਨੇ ਲੱਕ ਦੇ ਹੁਲਾਰੇ, ਵੱਖ ਨੇ ਅਦਾਵਾਂ ਮੇਰੇ ਵੱਖਰੇ ਇਸ਼ਾਰੇ, ਜਦੋਂ ਨੱਚਦੀ ਹੈਰਾਨ ਹੁੰਦੇ ਸਾਰੇ, ਹਾਂ ਵੇ ਤਾੜੀਆਂ ਦੀ, ਹਾਂ ਵੇ ਤਾੜੀਆਂ ਦੀ, ਹਾਂ ਵੇ ਤਾੜੀਆਂ ਦੀ ਤਾਲ ਵੱਜਦੀ, ਨਾਲ ਨੱਚਦੇ ਸੀ ਅੰਬਰਾਂ ਦੇ ਤਾਰੇ, ਹਾਂ ਵੇ ਤਾੜੀਆਂ ਦੀ ਤਾਲ ਵੱਜਦੀ। ਜਿਵੇਂ ਇੱਕ ਸ਼ਰਾਬੀ ਨਹੀਂ ਨੱਚਦਾ, ਉਹ ਉਸ ਤਰ੍ਹਾਂ ਉਹ ਕੁੜੀ ਨੱਚ ਰਹੀ ਸੀ, ਤੇ ਉਹ ਤੇ ਅੰਤਰਾ ਸੀ। ਹੋਰ ਨਹੀਂ ਉਹ ਲੋਰ ਕੋਈ, ਹਾਂ ਜਵਾਨੀ ਦੀ ਇਹ ਲੋਰ ਵੇ, ਸ਼ੋਰ ਪੂਣ ਪੈਰਾਂ ਵਿੱਚ ਝਾਂਜਰਾਂ ਦੇ ਬੋਰ ਵੇ, ਹੋਰ ਨਹੀਂ ਉਹ ਲੋਰ ਕੋਈ ਜਵਾਨੀ ਦੀ ਇਹ ਲੋਰ ਵੇ, ਸ਼ੋਰ ਪਾਉਣ ਪੈਰਾਂ ਵਿੱਚ ਝਾਂਜਰਾਂ ਦੇ ਬੋਰ ਵੇ, ਬਣਾ ਘੁੰਮ ਕੇ ਪਮੀਰੀ ਨੱਚਾ ਹੋ ਕੇ ਦੂਰੀ ਤੇਰੀ, ਘੁੰਮ ਕੇ ਪਮੀਰੀ ਨੱਚਾ ਹੋ ਕੇ ਦੂਰੀ ਤੇਰੀ, ਲੈਣ ਕੰਨਾਂ ਵਿੱਚ ਝੁੰਮ ਕੇ ਹੁਲਾਰੇ, ਹਾਂ ਵੇ ਤਾੜੀਆਂ ਦੀ ਤਾਲ ਵੱਜਦੀ। क्या बात है जी, बहुत खूबसूरत। सो हसदे रहो, खेडते रहो, सानू हमेशा सोहना सोहना चेहरा जिहड़ा ना हसदा मिले हमेशा। सो मैं आप सब नूं अपील करदी हाँ कि भाई कदर करिया करो, ऐ ना करिया करो। तुसीं जिन्हां नूं ਸਟੇਜਾਂ ਤੇ ਲੈ ਕੇ ਆਉਂਦੇ ਹੋ, ਜਿਨ੍ਹਾਂ ਨੂੰ ਇੱਕ ਨਿੱਕੇ ਜਿਹੇ ਪਿੰਡ ਤੋਂ ਹਰਿਆਣੇ ਦੀ ਕੁੜੀ ਨੂੰ ਚੱਕ ਕੇ ਪੂਰੇ ਪੰਜਾਬ, ਦੇਸ਼ਾਂ ਵਿਦੇਸ਼ਾਂ 'ਚ ਤੁਸੀਂ ਆ ਕੇ ਸੁਣਦੇ ਹੋ, ਤਾਂ ਫਿਰ ਅੱਜ ਐ ਨਾ ਕਰਿਆ ਕਰੋ, ਐਵੇਂ ਦੇ ਕਮੈਂਟ ਨਾ ਕਰਿਓ। ਪਤਾ ਨਹੀਂ ਕਿੰਨਾ ਕੁ ਦਿਲ ਦੁਖਦਾ ਹੋਏਗਾ, ਬੰਦਾ ਕਿਸ ਤਰੀਕੇ ਕਿੱਥੋਂ ਕਿੱਥੋਂ ਉੱਠ ਕੇ ਆਇਆ ਹੋਇਆ। ਸੋ ਪਲੀਜ਼ ਮੈਂ ਉਸ ਪਿੰਡ ਚੋਂ ਆ ਜੀ, ਜਿੱਥੇ ਮਤਲਬ ਪਾਣੀ ਹੁੰਦਾ ਹੀ ਨਹੀਂ ਸੀ, ਘੜਿਆਂ ਨਾਲ ਲੈ ਕੇ ਆਉਣਾ ਪੈਂਦਾ ਸੀ ਕਿਸੇ ਦੇ ਖੂਹ ਚੋਂ। 15 ਘੜੇ, ਮਤਲਬ ਦੋਨੇ ਸਿਸਟਰ ਮੇਰੇ ਮੰਮਾ ਨੇ ਜਾਣਾ, ਤੇ ਉਹਨਾਂ ਨੇ ਕਹਿਣਾ ਵੀ ਪਾਣੀ ਭਰ ਕੇ ਰੱਖ ਲਓ। ਤੇ ਦੇਖੋ ਉੱਥੋਂ ਆ ਕੇ ਜਦੋਂ ਵਾਹਿਗੁਰੂ ਨੇ ਇੰਨਾ ਕੁਛ ਦਿੱਤਾ, ਪਰ ਇੰਨੀ ਮਿਹਨਤ ਦੇ ਬਾਵਜੂਦ ਕਦੇ ਕਦੇ ਤਕਲੀਫ ਕਦੇ ਕਦੇ ਆਉਂਦੀ ਹੈ। ਲੱਖ ਕੋਸ਼ਿਸ਼ ਕਰ ਲਓ, ਕਹਿੰਦੇ ਕਦੇ ਕਦੇ ਤਕਲੀਫ ਆ ਹੀ ਜਾਂਦੀ। ਬਿਲਕੁਲ ਜੀ। ਸੋ ਪਰਮਾਤਮਾ ਤੁਹਾਨੂੰ ਪਹਿਲਾਂ ਹੀ ਤਰੱਕੀਆਂ ਤਾਂ ਬਹੁਤ ਦੇਤੀਆਂ ਹੈ ਨਾ, ਹੁਣ ਤੁਹਾਨੂੰ ਬਹੁਤ ਹਾਸੇ ਖੇਡੇ ਦੇਵੇ। ਵਾਹਿਗੁਰੂ ਤੁਹਾਡੇ ਅਰਦਾਸ ਨੂੰ ਹਮੇਸ਼ਾ ਕਬੂਲੇ, ਤੇ ਅਸੀਂ ਵੀ ਅਰਦਾਸ ਕਰਾਂਗੇ ਕਿ ਅਸੀਂ ਜਦੋਂ ਤੁਹਾਨੂੰ ਮਿਲੀਏ, ਐ ਅਸੀਂ ਅਗਲੀ ਇੰਟਰਵਿਊ ਕਰਨੀ, ਮੈਮ ਮੈਂ ਤੁਹਾਡੇ ਨਾਲ ਬਹੁਤ ਹੱਸ ਕੇ, ਅਸੀਂ ਹੱਸ ਕੇ ਲੋਟ-ਪੋਟ ਹੋਣਾ, ਠੀਕ ਹੈ। ਤੁਸੀਂ ਕਹਿਣਾ ਕਿ ਮੈਂ ਕਦੇ ਨਾ ਖੜਖੜਾ ਕੇ, ਅਸੀਂ ਅਗਲੇ ਇੰਟਰਵਿਊ 'ਚ ਮੈਂ ਤੁਹਾਨੂੰ ਹਸਾਉਣਾ ਆ, ਠੀਕ ਹੈ। ਤੁਸੀਂ ਥੋੜਾ ਸਮਾਂ ਰਿਲੈਕਸ ਹੋ ਕੇ ਆਓ, ਠੀਕ ਹੈ, ਉਸ ਤੋਂ ਬਾਅਦ ਆਪਾਂ ਮਿਲਾਂਗੇ। ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ। ਜੋ ਮੈਂ ਕਿਹਾ ਇਹਨੂੰ ਧਿਆਨ ਨਾਲ ਸੁਣਿਓ, ਬਿਲਕੁਲ ਸੱਚੀ ਧਿਆਨ ਨਾਲ ਸੁਣਿਓ। ਕੱਲੀ ਮੈਂ ਆਰਟਿਸਟ ਨਹੀਂ, ਕਿਸੇ ਵੀ ਆਰਟਿਸਟ ਨੂੰ ਕਮੈਂਟ ਕਰਨ ਤੋਂ ਪਹਿਲਾਂ ਲੱਖਾਂ ਵਾਰ ਸੋਚਿਆ ਕਰੋ। ਉਹ ਤੱਕ ਤੁਹਾਡਾ ਇੱਕ ਕਮੈਂਟ ਉਸ ਆਰਟਿਸਟ ਨੂੰ ਬੜੀ ਤਕਲੀਫ ਦਿੰਦਾ ਹੈ। ਜਿਸ ਪ੍ਰੋਬਲਮ ਦਾ ਉਹਦਾ ਕੋਈ ਕਸੂਰ ਹੀ ਨਹੀਂ ਹੁੰਦਾ, ਹੈ ਨਾ। ਤੁਸੀਂ ਪੂਰੀ ਗੱਲ ਨੂੰ ਫਾਲੋ ਨਹੀਂ ਕਰਦੇ, ਸਮਝਦੇ ਨਹੀਂ, ਤੇ ਕਮੈਂਟ ਪਹਿਲਾਂ ਕਰ ਦਿੰਦੇ ਹੋ। ਪਲੀਜ਼ ਕਹਿੰਦੇ ਕਲਮ ਤੇ ਕਦਮ ਹਮੇਸ਼ਾ ਸੋਚ ਕੇ ਚੱਕਣੇ ਚਾਹੀਦੇ। ਜਿਹੜਾ ਇਹ ਆਪਾਂ ਲਿਖਦੇ ਹਾਂ ਨੈੱਟ 'ਤੇ ਕਮੈਂਟ ਕਰਦੇ, ਇਹ ਵੀ ਇੱਕ ਕਲਮ ਹੈ। ਬਿਲਕੁਲ ਜ਼ਰੂਰੀ ਨਹੀਂ ਵੀ ਆਪਾਂ ਕਲਮ ਤੇ ਪੈਨ ਚੱਕਣਾ ਫੇਰ ਲਿਖਿਆ ਜਾਂਦਾ, ਇਹ ਵੀ ਇੱਕ ਕਲਮ ਹੈ। ਤੇ ਸਿਆਣੇ ਕਹਿੰਦੇ ਵੀ ਕਦਮ ਕਲਮ ਤੇ ਹਮੇਸ਼ਾ ਸੋਚ ਕੇ, ਤੇ ਕਸਮ ਹਮੇਸ਼ਾ ਸੋਚ ਕੇ ਚੁੱਕਣੇ ਚਾਹੀਦੇ। ਬਿਲਕੁਲ।
ਸੋ ਬਿਲਕੁਲ ਜੀ, ਤੁਸੀਂ ਮੈਮ ਦੀ ਗੱਲ, ਮੈਨੂੰ ਲੱਗਦਾ ਨਹੀਂ ਮੇਰੇ ਕੋਲ ਹੁਣ ਕੋਈ ਸ਼ਬਦ ਵੀ ਨਹੀਂ। ਪਹਿਲਾਂ ਵੀ ਕਿਹਾ ਸੀ, ਇਹਨਾਂ ਦੀ ਤਾਰੀਫ ਲਈ ਤਾਂ ਮੇਰੇ ਕੋਲ ਬੌਣੇ ਪੈ ਹੀ ਗਏ ਸੀ, ਪਰ ਇਹਨਾਂ ਦੀਆਂ ਗੱਲਾਂ ਸੁਣ ਕੇ ਵੀ ਹੁਣ ਮੈਨੂੰ ਨਹੀਂ ਮਿਲ ਰਿਹਾ। ਸਭ ਤੋਂ ਵੱਡੇ ਹੀ ਨੇ ਮੇਰੇ ਤੋਂ, ਤੇ ਕਿੰਨਾ ਤੁਸੀਂ ਸੁਣਿਆ ਵੀ, ਸ਼ਾਇਦ ਤੁਹਾਡੇ ਉਮਰਾਂ ਤੋਂ ਬਹੁਤ ਵੱਡੇ ਹੋਣਗੇ। ਜਿਹੜੇ ਕਮੈਂਟ ਕਰਦੇ ਨਾ, ਉਹ ਬੜੇ ਛੋਟੇ ਛੋਟੇ ਆ। ਨਿਕਲ ਕੇ ਆਓ ਇਹਨਾਂ ਚੀਜ਼ਾਂ ਚੋਂ ਬਾਹਰ, ਆਪਣੀ ਛੋਟੀ ਮਾਨਸਿਕਤਾ ਨੂੰ ਛੱਡ ਕੇ ਵੱਡੇ ਦਿਲ ਵਾਲੇ ਬਣ ਕੇ ਦੇਖਿਓ। ਸਿੱਧੂ ਮੂਸੇਵਾਲੇ ਨੂੰ ਤੁਸੀਂ ਪਿਆਰ ਕਰਦੇ ਹੋ ਨਾ, ਫਿਰ ਉਹਦੇ ਵਰਗਾ ਬਣ ਕੇ ਦੇਖੋ, ਉਹਦੀ ਸੋਚ ਤੇ ਚੱਲ ਕੇ ਤਾਂ ਦੇਖੋ। ਸ਼ਾਇਦ ਉਹ ਤਾਂ ਚਾਹੁੰਦਾ ਸੀ ਵੀ ਮੈਂ ਵੱਡੀਆਂ ਵੱਡੀਆਂ ਫੈਕਟਰੀਆਂ ਲੈ ਕੇ ਆਵਾਂ, ਵੱਡੇ ਵੱਡੇ ਹਸਪੀਟਲ ਲੈ ਕੇ ਆਵਾਂ, ਵੀ ਸਾਡੇ ਮੁੰਡੇ ਕੁੜੀਆਂ ਨੂੰ ਬਾਹਰ ਜਾਣਾ ਨਾ ਪਵੇ, ਸਭ ਦੀ ਬੇਰੁਜ਼ਗਾਰੀ ਖਤਮ ਹੋਵੇ, ਸਾਰੇ ਕੰਮ ਕਰਨ। ਉਹ ਤਾਂ ਨਹੀਂ, ਉਹ ਤਾਂ ਕਦੇ ਨਹੀਂ ਚਾਹੁੰਦਾ ਸੀ ਵੀ ਕੋਈ ਬੇਰੁਜ਼ਗਾਰ ਹੋ ਕੇ ਬੈਠੇ, ਕੋਈ ਕੰਮ ਛੱਡ ਕੇ ਬੈਠੇ। ਇਹਦਾ ਮਤਲਬ ਫਿਰ ਤੁਸੀਂ ਉਹਦੇ ਫੈਨ ਹੀ ਨਹੀਂ, ਜੇ ਉਹਦੀ ਸੋਚ ਨੂੰ ਨਹੀਂ ਸਮਝ ਸਕਦੇ, ਹਨਾ। ਉਹ ਤਾਂ ਉਹਦੀ ਬੁੱਤ ਦੇ ਸਾਹਮਣੇ ਦੇਖੋ ਦੁਕਾਨਾਂ ਲੱਗਦੀਆਂ ਨੇ, ਕਿੰਨੇ ਬੇਰੁਜ਼ਗਾਰਾਂ ਦੀ ਰੋਜੀ ਰੋਟੀ ਖੁੱਲੀ ਹੈ। ਤੇ ਜੇ ਆਪਾਂ ਉਹਦੇ ਫੈਨ ਆ ਨਾ, ਉਹਦੀਆਂ ਗੱਲਾਂ ਤੇ ਵੀ ਅਮਲ ਕਰੋ, ਉਹਦੇ ਗਾਣਿਆਂ ਨੂੰ ਧਿਆਨ ਨਾਲ ਸੁਣੋ, ਜੋ ਕਹਿੰਦਾ ਸੀ ਉਹਦੇ ਤੇ ਅਮਲ ਕਰਕੇ ਦਿਖਾਓ। ਉਹ ਤਾਂ ਕਿਸੇ ਨੂੰ ਬੇਰੁਜ਼ਗਾਰ ਪਸੰਦ ਹੀ ਨਹੀਂ ਕਰਦਾ ਸੀ। ਉਹਦੀ ਤਾਂ ਸੋਚ ਹੀ ਇਹ ਸੀ ਵੀ ਮੈਂ ਮਾਨਸਾ ਏਰੀਏ 'ਚ ਏਡੇ ਫੈਕਟਰੀਆਂ ਲੈ ਆਉਣੀਆਂ, ਏਡੇ ਹਸਪੀਟਲ ਲੈ ਆਉਣੇ ਆ, ਵੀ ਆਹ ਗੈਸ ਸਿਲੰਡਰ ਆ ਨਿੱਕੀਆਂ ਮੋਟੀਆਂ ਚੀਜ਼ਾਂ ਕੀ ਹੈ, ਵੀ ਮੈਂ ਆਪਦੇ ਇਲਾਕੇ ਨੂੰ ਬੜਾ ਤਾਂ ਤੱਕ ਲੈ ਕੇ ਜਾਣਾ ਵੀ ਜਿੱਥੇ ਐਡੀਆਂ ਫੈਕਟਰੀਆਂ ਲੈ ਕੇ ਆਉਣੀਆਂ ਵੀ ਮਾਨਸਾ ਜ਼ਿਲ੍ਹਾ ਪੂਰਾ ਜੌਬ ਕਰ ਸਕੇ। ਜਿਹੜੀ ਸਾਡੇ ਨਾਲ ਬਹਿ ਕੇ ਜਾਂ ਕਿਸੇ ਸੂਝਵਾਨ ਬੰਦਿਆਂ ਨਾਲ ਉਹ ਡਿਸਕਸ ਕਰਦਾ ਸੀ। ਤੇ ਫਿਰ ਤੁਸੀਂ ਕੰਮ ਕਰਦਿਆਂ ਨੂੰ ਬੇਰੁਜ਼ਗਾਰ ਕਰਨਾ ਚਾਹੁੰਦੇ ਹੋ, ਇਹਦਾ ਮਤਲਬ ਫਿਰ ਤਾਂ ਆਪਾਂ ਉਹਦੀ ਸੋਚ ਤੇ ਚੱਲ ਹੀ ਨਹੀਂ ਰਹੇ। ਤੇ ਮੈਂ ਤਾਂ ਉਹਦੀ ਸੋਚ ਤੇ ਚੱਲ ਰਹੀ ਹਾਂ। ਉਹ ਕਹਿੰਦਾ ਹੁੰਦਾ ਸੀ ਭੂਆ ਜੀ ਕਦੇ ਡੋਲਣਾ ਨਹੀਂ, ਸਭ ਕੁਝ ਮਾਲਕ ਠੀਕ ਕਰੂਗਾ, ਤੇ ਮੈਂ ਤਾਂ ਫਿਰ ਤੁਰੀ ਫਿਰਦੀ। ਬਸ ਤੁਸੀਂ ਡੋਲਣਾ ਨਹੀਂ ਹੈ, ਠੀਕ ਹੈ। ਸੋ ਹੁਣ ਅਸੀਂ ਤੁਹਾਡੇ ਤੋਂ ਅਸੀਂ ਆਗਿਆ ਲੈਣੀ ਹੈਗੀ ਹੈ ਸਹਿਯੋਗੀ ਬਲਜਿੰਦਰ ਔਰ ਧਰਮ ਦੇ ਨਾਲ। ਹੁਣ ਸਾਨੂੰ ਦਿਓ ਆਗਿਆ। ਮੈਂ ਮਨਦੀਪ ਕੌਰ ਸੰਧੂ, ਸਤਿ ਸ਼੍ਰੀ ਅਕਾਲ।